ਵਿਦਿਆਰਥੀਓ, ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਆਲੇ ਦੁਆਲੇ, ਤੁਹਾਡੇ ਸਰਾਊਂਡਿੰਗ 'ਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕੁਝ ਘਟਨਾਵਾਂ ਐਸੀਆਂ ਹੁੰਦੀਆਂ ਹਨ, ਜੇ ਉਹ ਕੁਝ ਅਪਘਟਿਤ ਹੋ ਜਾਵੇ ਤਾਂ ਤੁਸੀਂ ਉਸ ਨੂੰ ਰਿਵਰਸ ਕਰ ਸਕਦੇ ਹੋ, ਉਸ ਨੂੰ ਮੋੜ ਕੇ ਉਸੇ ਸਥਿਤੀ 'ਚ ਲਿਆ ਸਕਦੇ ਹੋ। ਪਰ ਕੁਝ ਘਟਨਾਵਾਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਕਿ ਤੁਸੀਂ ਉਸ ਨੂੰ ਰਿਵਰਸ ਸਿਚੁਏਸ਼ਨ ਵਿੱਚ ਨਹੀਂ ਲੈ ਕੇ ਆ ਸਕਦੇ। ਜਿਵੇਂ ਕਿ ਜੇ ਮੰਨ ਲਓ ਇੱਕ ਇੱਟ ਟੁੱਟ ਜਾਏ ਤਾਂ ਕੀ ਕਰ ਸਕਦੇ ਹੋ, ਤੁਸੀਂ ਉਸ ਨੂੰ ਦੁਬਾਰਾ ਜੋੜ ਸਕਦੇ ਹੋ ਕਿਸੇ ਚੀਜ਼ ਨਾਲ। ਪਰ ਜੇਕਰ ਲੋਹੇ ਨੂੰ ਜੰਗਾਲ ਲੱਗ ਜਾਏ ਤਾਂ ਕੀ ਉਸ ਜੰਗਾਲ ਤੋਂ ਤੁਸੀਂ ਲੋਹਾ ਬਣਾ ਸਕਦੇ ਹੋ? ਤੁਸੀਂ ਇਦਾਂ ਜ਼ਰੂਰ ਸੋਚਦੇ ਹੋਵੋਗੇ। ਔਰ ਦੇਖੋ, ਜੇ ਨਹੀਂ ਸੋਚਿਆ ਹਜੇ ਤੱਕ, ਸੋਚੋ ਇਸ ਗੱਲ ਤੇ ਕਿ ਜਿਹੜੀਆਂ ਘਟਨਾਵਾਂ ਦੋ ਤਰ੍ਹਾਂ ਦੀਆਂ ਤੁਹਾਡੇ ਆਲੇ ਦੁਆਲੇ ਵਾਪਰ ਰਹੀਆਂ ਹਨ, ਇੱਕ 'ਚ ਤੁਸੀਂ ਰਿਵਰਸ ਕਰ ਸਕਦੇ ਹੋ ਔਰ ਇੱਕ 'ਚ ਰਿਵਰਸ ਨਹੀਂ ਕਰ ਸਕਦੇ, ਉਹਨੂੰ ਵਾਪਸ ਪਰਤਾ ਨਹੀਂ ਸਕਦੇ। ਇਸ ਤਰ੍ਹਾਂ ਦੀਆਂ ਘਟਨਾਵਾਂ, ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਕੋਈ ਮਾਚਿਸ ਦੀ ਤਿੱਲੀ, ਆ ਮਾਚਿਸ ਹੈ ਮੇਰੇ ਕੋਲ, ਇਸ ਨੂੰ ਜਲਾਉਂਦੇ ਹੋ, ਇਸ ਨੂੰ ਜਲਾਇਆ ਮੈਂ, ਮਾਚਿਸ ਦੀ ਤਿੱਲੀ ਜਲ ਰਹੀ ਹੈ ਜੀ, ਬਿਲਕੁਲ ਨਜ਼ਰ ਆ ਰਹੀ ਹੈ ਨਾ ਤੁਹਾਨੂੰ, ਮਾਚਿਸ ਦੀ ਤਿੱਲੀ ਜਲ ਰਹੀ ਹੈ। ਜਲਣ ਤੋਂ ਬਾਅਦ ਆ ਲੱਕੜੀ ਕਿਸ 'ਚ ਕਨਵਰਟ ਹੋ ਰਹੀ ਹੈ? ਲੱਕੜੀ ਕੀ ਬਣ ਰਹੀ ਹੈ? ਰਾਖ 'ਚ ਕਨਵਰਟ ਹੁੰਦੀ ਜਾ ਰਹੀ ਹੈ। ਹੁਣ ਤੁਹਾਡੇ ਦਿਮਾਗ 'ਚ, ਜ਼ਿਹਨ 'ਚ ਸਵਾਲ ਆਉਣਾ ਚਾਹੀਦਾ ਹੈ ਕਿ ਇਸ ਰਾਖ ਤੋਂ ਤੁਸੀਂ ਲੱਕੜੀ ਦੁਆਰਾ ਬਣਾ ਸਕਦੇ ਹੋ? ਹਾਂਜੀ, ਬਣਾ ਸਕਦੇ ਹੋ? ਸੋਚੋ ਜਰਾ, ਇੱਥੇ ਸੋਚ ਕੇ ਜਵਾਬ ਦਿਓ ਮੈਨੂੰ। ਜਾਂ ਇਸ ਦਾ ਜਵਾਬ ਆਪਣੇ ਅਧਿਆਪਕ ਤੋਂ ਜ਼ਰੂਰ ਪੁੱਛੋ ਕਿ ਸਰ ਜਾਂ ਮੈਡਮ, ਕਿ ਅਸੀਂ ਇਹ ਜਿਹਾ ਕਿਉਂ ਨਹੀਂ ਕਰ ਸਕਦੇ, ਦੁਬਾਰਾ ਰਾਖ ਤੋਂ ਲੱਕੜੀ ਕਿਉਂ ਨਹੀਂ ਬਣਾ ਸਕਦੇ? ਤਾਂ ਉਹ ਤੁਹਾਨੂੰ ਜ਼ਰੂਰ ਜਵਾਬ ਦੇਣਗੇ ਇਸ ਗੱਲ ਦਾ। ਸਾਇੰਸ ਇਹ ਜਿਹਾ ਵਿਸ਼ਾ ਹੈ ਕਿ ਜਿਹੜਾ ਸਿਰਫ ਸੋਚਣ ਨਾਲ, ਦੇਖਣ ਨਾਲ ਔਰ ਉਸ ਨੂੰ ਬਾਰ-ਬਾਰ ਕਰਨ ਨਾਲ ਜ਼ਿਆਦਾ ਆ ਜਾਂਦਾ ਹੈ। ਇਸ ਨੂੰ ਰੱਟਾ ਲਾਉਣ ਨਾਲ ਜਾਂ ਕ੍ਰੈਮ ਕਰਨ ਨਾਲ ਬਹੁਤ ਜ਼ਿਆਦਾ ਸਿੱਖਿਆ ਨਹੀਂ ਜਾ ਸਕਦਾ। ਤੁਸੀਂ ਇਹ ਸੋਚੋ, ਜਿੱਦਾਂ ਤੁਸੀਂ ਇਹ ਦੇਖਿਆ ਕਿ ਮਾਚਿਸ ਤੋਂ ਲੱਕੜੀ ਨਹੀਂ ਬਣਾ ਸਕਦੇ, ਇੱਦਾਂ ਦੀਆਂ ਬਹੁਤ ਹੀ ਕਿਰਿਆਵਾਂ ਸਾਡੇ ਆਲੇ ਦੁਆਲੇ ਅਪਘਟਿਤ ਹੋ ਰਹੀਆਂ, ਜਿਹੜੀਆਂ ਕਿ ਪਰਤਾਈਆਂ ਨਹੀਂ ਜਾ ਸਕਦੀਆਂ। ਉਮੇਸ਼ ਜੀ, ਤੁਸੀਂ ਅੱਜ ਇੱਥੇ ਆਪਣਾ ਐਕਟੀਵਿਟੀਜ਼ ਦਾ ਸਾਰਾ ਸਮਾਨ ਲੈ ਕੇ ਮੌਜੂਦ ਹੋਏ ਹੋ ਔਰ ਆਪਣੇ ਕੋਲ ਦੋ ਕੰਪੋਨੈਂਟਸ ਹੈ ਸਾਇੰਸ ਦੇ, ਬੇਸਿਕ ਕੰਪੋਨੈਂਟ। ਇੱਕ ਹੈਗਾ ਵੋਕੈਬਲਰੀ ਜੀ, ਸੈਕੰਡ ਕੰਪੋਨੈਂਟ ਹੈਗਾ ਗੁਰਮੀਤ ਜੀ ਆਬਜ਼ਰਵੇਸ਼ਨ, ਔਰ ਥਰਡ ਕੰਪੋਨੈਂਟ ਮੈਂ ਐਡ ਕਰ ਰਿਹਾ ਐਨਾਲਿਸਿਸ। ਇਹਨਾਂ ਤਿੰਨਾਂ ਦੇ ਆਲੇ ਦੁਆਲੇ ਹੀ ਇਸ ਪੂਰੀ ਸਾਇੰਸ ਘੁੰਮਦੀ ਹੈ। ਹੁਣ ਉਮੇਸ਼ ਜੀ, ਤੁਸੀਂ ਬਰੀਫਲੀ ਦੱਸੋ ਵੋਕੈਬਲਰੀ ਕੀ ਚੀਜ਼ ਹੈ? ਵੋਕੈਬਲਰੀ ਦਾ ਭਾਵ ਕੀ ਹੈ? ਵੋਕੈਬਲਰੀ ਤੋਂ ਭਾਵ ਹੈ ਕਿ ਜਿਹੜੇ ਵੀ ਅਸੀਂ ਉਪਕਰਨ ਪ੍ਰਯੋਗਸ਼ਾਲਾ ਵਿੱਚ ਵਰਤਦੇ ਹਾਂ ਤਾਂ ਉਹਨਾਂ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਅਤੇ ਕਿਉਂ ਕਿਹਾ ਜਾਂਦਾ ਹੈ। ਜਿਵੇਂ ਕਿ ਮੈਂ ਹੱਥ ਵਿੱਚ ਪਕੜੀ ਇੱਕ ਕੱਚ ਦੀ ਪਰਖ ਨਲੀ ਇਹਨੂੰ ਕਹਿੰਦੇ ਆ, ਤਾਂ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ ਕਿ ਇਹਨੂੰ ਪਰਖ ਨਲੀ ਕਿਉਂ ਕਿਹਾ ਜਾਂਦਾ ਹੈ। ਕਿਉਂਕਿ ਅਸੀਂ ਇਹਦੇ ਵਿੱਚ ਕਈ ਤਰ੍ਹਾਂ ਦੇ ਪਰਖ ਕਰਦੇ ਹਾਂ, ਟੈਸਟ ਕਰਦੇ ਹਾਂ। ਬਿਲਕੁਲ, ਟੈਸਟ ਕਰਦੇ ਹਾਂ। ਇੰਗਲਿਸ਼ 'ਚ ਇਸ ਨੂੰ ਟੈਸਟ ਟਿਊਬ ਕਹਿੰਦੇ ਆ ਉਮੇਸ਼ ਜੀ। ਜੀ, ਟੈਸਟ ਟਿਊਬ ਇੰਗਲਿਸ਼ 'ਚ, ਹਾਂਜੀ, ਵੀ ਜਿਸ 'ਚ ਟੈਸਟ ਕਰੇ ਜਾਂਦੇ ਆ, ਉਸੇ ਤੋਂ ਨਾਮ ਇਸ ਦਾ ਬਣਿਆ ਹੈ। ਜੀ ਜੀ, ਓਕੇ। ਟੈਸਟ ਮਤਲਬ ਪਰਖ ਤੇ ਟਿਊਬ ਦਾ ਮਤਲਬ ਨਲੀ, ਇਹਦਾ ਨਾਮ ਟੈਸਟ ਟਿਊਬ ਔਰ ਪੰਜਾਬੀ ਵਿੱਚ ਇਹਨੂੰ ਕਿਹਾ ਜਾਂਦਾ ਹੈ ਪਰਖ ਨਲੀ। ਇਸੇ ਤਰ੍ਹਾਂ ਹੀ ਅਸੀਂ ਦੱਸਣਾ ਚਾਹਾਂਗੇ ਕਿ ਆ ਸਾਡੇ ਕੋਲ ਦੋ ਤਰ੍ਹਾਂ ਦੇ ਕੱਚ ਦੇ ਬਰਤਨ ਨੇ। ਇਹਨਾਂ ਵਿੱਚ ਬੱਚਾ, ਤੁਸੀਂ ਇਹ ਦੱਸੋਗੇ ਕਿ ਇਹਨਾਂ ਵਿੱਚ ਕੀ ਫਰਕ ਹੈ? ਇਹ ਵੀ ਕੱਚ ਦਾ ਹੈ। ਮੈਨੂੰ ਉਮੇਸ਼ ਜੀ ਇੱਕ ਫਰਕ ਲੱਗ ਰਿਹਾ ਇਸ 'ਚ ਕਿ ਆ ਬਿਲਕੁਲ ਗੋਲ ਹੈ, ਬਿਲਕੁਲ ਗੋਲ ਔਰ ਇਦਾਂ ਸਿਲੰਡਰੀਕਲ ਹੈ। ਜੀ ਬਿਲਕੁਲ ਠੀਕ ਹੈ। ਔਰ ਇਹ ਵੀ ਹੈ ਤਾਂ ਸਿਲੰਡਰੀਕਲ ਹੈ, ਗੋਲ ਵੀ ਹੈ, ਪਰ ਇੱਕ ਇਹਦੇ ਨਾ ਇੱਕ ਜਿੱਦਾਂ ਪੰਛੀਆਂ ਦੀ ਚੁੰਝ ਹੈ। ਬਿਲਕੁਲ ਠੀਕ, ਚੁੰਝ ਨੂੰਮਾ ਇੱਕ ਉਭਾਰ ਹੈ ਇਸ ਤੇ। ਬਿਲਕੁਲ ਠੀਕ ਸਰ। ਇਹ ਜਿਹੜਾ ਸਾਡੇ ਕੋਲ ਗੋਲ, ਸਰ ਨੇ ਕਿਹਾ ਵੀ ਗੋਲ ਸਿਲੰਡਰੀਕਲ ਹੈ, ਅਸੀਂ ਇਹਨੂੰ ਜਾਰ ਕਹਿੰਦੇ ਆ, ਗਲਾਸ ਜਾਰ, ਕਿਉਂਕਿ ਇੱਕ ਸਿੰਪਲ ਗਲਾਸ ਦੀ ਤਰ੍ਹਾਂ ਹੈ। ਪਰ ਹੈ ਇਹ ਵੀ ਸਿਲੰਡਰੀਕਲ, ਪਰ ਜਿਵੇਂ ਸਰ ਨੇ ਦੇਖਿਆ ਕਿ ਇਹਦੇ 'ਚ ਇੱਕ ਫਰਕ ਹੈ ਕਿ ਅੱਗੇ ਇੱਕ ਚੁੰਝ ਬਣੀ ਹੋਈ ਹੈ। ਇਹ ਚੁੰਝ ਬੱਚਿਓ ਆਪਾਂ ਕਿਹਨਾਂ 'ਚ ਦੇਖਦੇ ਹਾਂ? ਚੁੰਝ ਪੰਛੀਆਂ ਦੇ ਵਿੱਚ। ਪੰਛੀਆਂ ਦੇ
ਅੱਗੇ ਇੱਕ ਚੁੰਝ ਹੁੰਦੀ ਹੈ ਜਿਸ ਨੂੰ ਇੰਗਲਿਸ਼ 'ਚ ਬੀਕ ਕਹਿੰਦੇ ਆ। ਬਿਲਕੁਲ, ਇਸੇ ਬੀਕ ਸ਼ਬਦ ਕਰਕੇ ਇਹਦਾ ਨਾਮ ਬੀਕਰ ਬਣਿਆ। ਇਹਨੂੰ ਅਸੀਂ ਪ੍ਰਯੋਗਸ਼ਾਲਾ ਵਿੱਚ ਬੀਕਰ ਦੇ ਨਾਮ ਤੇ ਜਾਣਦੇ ਹਾਂ। ਔਰ ਇਹ ਬੀਕਰ ਸਾਡੇ ਕੋਲ ਅਲੱਗ-ਅਲੱਗ ਆਕਾਰ ਦੇ ਅਵੇਲੇਬਲ ਹੁੰਦੇ ਹਨ। ਜਿਵੇਂ ਕਿ ਸਭ ਤੋਂ ਛੋਟਾ ਬੀਕਰ ਸਾਡੇ ਕੋਲ ਹੈ 50 ਮਿਲੀਲੀਟਰ ਦਾ, ਇਸ ਤਰ੍ਹਾਂ ਹੀ ਦੂਸਰਾ ਹੈ 250 ਮਿਲੀਲੀਟਰ ਦਾ। ਨਹੀਂ ਉਮੇਸ਼ ਜੀ, ਇੱਕ ਮੈਨੂੰ ਸਮਝ ਨਹੀਂ ਆਈ ਗੱਲ। ਤੁਸੀਂ 250 ਕਹਿ ਰਹੇ ਹੋ, ਇੱਥੇ ਤਾਂ ਨਿਸ਼ਾਨ 200 ਤੱਕ ਹੈ। ਸਰ 200 ਤੇ ਇੱਥੋਂ ਤੱਕ ਹੈ, ਪਰ ਉੱਪਰ ਤੱਕ ਇਹਦਾ ਜਿਹੜਾ ਨਿਸ਼ਾਨ ਹੈ, ਬੀਕ ਤੱਕ ਜਿਹੜਾ ਨਿਸ਼ਾਨ ਹੈ ਉਹ 250 ml ਤੱਕ ਦਾ। ਹਾਂ ਬੱਚਿਓ, ਏਦਾਂ ਤੁਸੀਂ ਜ਼ਰੂਰ ਸੋਚੋ, ਆਪਣੇ ਟੀਚਰ ਨੂੰ ਸਵਾਲ ਕਰੋ ਕਿ ਆ ਜੀ 200 ml ਤੱਕ ਦਾ ਨਿਸ਼ਾਨ ਲੱਗਿਆ ਹੋਇਆ ਹੈ, ਇਹਨਾਂ ਨੇ ਬੋਲਿਆ 250। ਤੁਹਾਡੇ ਜ਼ਿਹਨ 'ਚ ਸਵਾਲ ਆਉਣਾ ਚਾਹੀਦਾ ਵੀ ਮੈਨੂੰ ਤਾਂ ਨਿਸ਼ਾਨ 200 ਨਜ਼ਰ ਆ ਰਿਹਾ, 250 ਕਿਉਂ ਬੋਲਿਆ? 200 ਤੱਕ ਤਾਂ ਇਹ ਇੱਥੋਂ ਤੱਕ ਹੈ, ਪਰ ਇਸ ਤੇ ਅੱਗੇ ਹੋਰ ਵੀ ਜਗ੍ਹਾ ਹੈ, ਇਸ 'ਚ ਹੋਰ ਵੀ ਅੱਗੇ ਸਰਫੇਸ ਹੈ ਇਸ ਦਾ, ਹੋਰ ਵੀ ਇਸ ਵੋਲੀਅਮ ਆ ਸਕਦਾ ਹੈ। ਉਹ ਕਿੰਨਾ ਹੈ? 50 ml, ਯਾਨੀ ਕਿ ਟੋਟਲ ਵੋਲੀਅਮ, ਟੋਟਲ ਇਸ 'ਚ ਜਿਹੜਾ ਪਾਣੀ ਆ ਸਕਦਾ ਹੈ ਉਹਦਾ ਵੋਲੀਅਮ ਕਿੰਨਾ ਹੈ? 250 ਹੈ। 250 ml, ਠੀਕ ਹੈ ਨਾ ਜੀ। ਇਸ ਦੇ ਵਿੱਚ ਕਿੰਨਾ ਆ ਸਕਦਾ ਹੈ? 50 ml, ਪਰ ਇੱਥੇ ਕੀ ਦਿੱਤਾ ਹੋਇਆ? 40 ml ਦਾ ਨਿਸ਼ਾਨ। ਇਸੇ ਤਰ੍ਹਾਂ ਇਸ 'ਚ ਕੀ ਦਿੱਤਾ ਹੋਇਆ? 80 ml ਤੱਕ ਦਾ ਦਿੱਤਾ ਹੋਇਆ, ਪਰ ਆ ਕਿੰਨਾ ਸਕਦਾ ਹੈ? 100 ml। ਪੂਰਾ ਉੱਪਰ ਤੱਕ ਜੇ ਭਰ ਦਈਏ ਤਾਂ 100 ml ਤੱਕ ਦਾ ਪਾਣੀ ਇਹਦੇ ਵਿੱਚ ਆ ਸਕਦਾ ਹੈ। ਹੁਣ ਉਮੇਸ਼ ਜੀ, ਕੋਈ ਇਹੋ ਜਿਹੇ ਬੀਕਰ ਵੀ ਹੁੰਦੇ ਜਿਨ੍ਹਾਂ 'ਚ ਨਿਸ਼ਾਨ ਹੀ ਨਾ ਹੋਣ? ਇਹੋ ਜਿਹੇ ਬੀਕਰ ਸਰ, ਉਹਨਾਂ ਨੂੰ ਅਸੀਂ ਇਦਾਂ ਦੇ ਕੋਈ ਮੇਜ਼ਰਿੰਗ ਨਿਸ਼ਾਨ ਨਹੀਂ ਹੈ। ਆ ਬੀਕਰ ਬੱਚਿਓ ਤੁਸੀਂ ਦੇਖ ਰਹੇ ਹੋ, ਇਸ 'ਚ ਕੋਈ ਇਦਾਂ ਦੇ ਫਰਕ ਦੇਖ ਰਹੇ ਹੋ ਦੋਨਾਂ 'ਚ? ਬਿਲਕੁਲ ਜੀ, ਇਹਦੇ ਵਿੱਚ ਹੈਗੇ ਨਿਸ਼ਾਨ, ਇਹਦੇ ਵਿੱਚ ਕੋਈ ਨਿਸ਼ਾਨ ਨਹੀਂ ਲੱਗਿਆ। ਤਾਂ ਇਹ ਬਿਨਾਂ ਨਿਸ਼ਾਨ ਤੋਂ ਹੈ, ਪਰ ਇਸ ਦੀ ਇੱਕ ਕਪੈਸਿਟੀ ਲਿਖੀ ਹੈ ਉੱਪਰ ਤੱਕ ਦੀ। ਉੱਪਰ ਤੱਕ ਜੇ ਭਰ ਦਈਏ 500 ਮਿਲੀਲੀਟਰ ਤੱਕ ਦਾ ਬੀਕਰ ਹੈ, ਯਾਨੀ ਕਿ ਜਿਹਨੂੰ ਆਪਾਂ ਅੱਧਾ ਲੀਟਰ ਕਹਿ ਦਿੰਦੇ ਹਾਂ, ਅੱਧਾ ਲੀਟਰ ਤੱਕ ਪਾਣੀ ਅਸੀਂ ਇਹਦੇ 'ਚ ਸਟੋਰ ਕਰ ਸਕਦੇ ਹਾਂ। ਠੀਕ ਹੈ। ਇਸ ਤੋਂ ਬਾਅਦ ਇੱਕ ਅਸੀਂ ਉਪਕਰਨ ਜਿਹੜਾ ਪ੍ਰਯੋਗਸ਼ਾਲਾ 'ਚ ਵਰਤਦੇ ਹਾਂ, ਇਹਨੂੰ ਅਸੀਂ ਕੋਨਿਕਲ ਫਲਾਸਕ ਜਾਂ ਸ਼ੰਕੂਤਲ ਫਲਾਸਕ ਕਹਿੰਦੇ ਹਾਂ। ਇਹਨੂੰ ਕੋਨਿਕਲ ਜਾਂ ਸ਼ੰਕੂਤਲ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਹਦੀ ਜਿਹੜੀ ਸ਼ੇਪ ਹੈ ਉਹ ਬਿਲਕੁਲ ਇੱਕ ਕੋਨ ਦੀ ਤਰ੍ਹਾਂ ਹੈ, ਸ਼ੰਕੂ ਦੀ ਤਰ੍ਹਾਂ ਹੈ। ਇਸ ਦੇ ਵਿੱਚ ਵੀ ਸਾਡੇ ਕੋਲ ਮਾਪਦੰਡ ਲੱਗੇ ਹੋਏ ਹਨ 250 ml ਤੱਕ ਦਾ। ਅਲੱਗ-ਅਲੱਗ ਆਕਾਰ ਦੀਆਂ ਸਾਡੇ ਕੋਲ ਫਲਾਸਕ ਜਿਹੜੀਆਂ ਨੇ ਉਪਲਬਧ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਇਹ ਸਾਡੇ ਕੋਲ 100 ਮਿਲੀਲੀਟਰ ਤੱਕ ਦੀ ਫਲਾਸਕ ਹੈ, ਇਹਨੂੰ ਅਸੀਂ ਸ਼ੰਕੂਤਲ ਫਲਾਸਕ ਕਹਿੰਦੇ ਹਾਂ। ਇਸ ਤਰ੍ਹਾਂ ਸਾਡੇ ਕੋਲ ਕੋਨਿਕਲ, ਕੋਨ ਬਣਿਆ, ਦੇਖੋ ਕੋਨ ਬਣਦਾ ਨਾ, ਤਿਕੋਣ, ਆ ਦੇਖੋ ਤਿਕੋਣੀ ਹੈ ਇਹ, ਤਾਂ ਹੀ ਇਸ ਨੂੰ ਕੋਨਿਕਲ ਫਲਾਸਕ ਕਿਹਾ ਜਾਂਦਾ ਹੈ। ਕਿ ਆ ਮੇਰਾ ਖਿਆਲ ਉਮੇਸ਼ ਜੀ ਇੱਕ ਸਪਿਰਿਟ ਲੈਂਪ ਹੈ। ਬਿਲਕੁਲ ਜੀ। ਜੇ ਇਹਦੇ ਵਿੱਚ ਸਪਿਰਿਟ ਪਾਈ ਜਾਂਦੀ ਹੈ ਤਾਂ ਉਹ ਸਪਿਰਿਟ ਜਲਨਸ਼ੀਲ ਪਦਾਰਥ ਹੈ। ਜਦੋਂ ਇਸ ਨੂੰ ਮਾਚਿਸ ਨਾਲ ਜਲਾਓਗੇ ਤਾਂ ਇਹ ਜਲਣਾ ਸ਼ੁਰੂ ਹੋ ਜਾਏਗਾ। ਜਲਾਓ ਉਮੇਸ਼ ਜੀ ਇਸ ਨੂੰ ਜਰਾ। ਆ ਦੇਖੋ ਬੇਟਾ, ਜਲ ਇਹ ਹੁਣ ਇਸ ਟਾਈਮ ਜਲ ਰਿਹਾ ਹੈ, ਪਰ ਤੁਹਾਨੂੰ ਇਸ ਲਾਟ ਦੀ ਨੀਲੀ ਰੋਸ਼ਨੀ ਨਜ਼ਰ ਆ ਰਹੀ ਹੋਣੀ ਹੈ, ਜਾਂ ਬਹੁਤ ਫਿੱਕੀ ਰੋਸ਼ਨੀ ਨਜ਼ਰ ਆ, ਜਾਂ ਕੈਮਰੇ 'ਚ ਹੋ ਸਕਦਾ ਨਜ਼ਰ ਹੀ ਨਾ ਆ ਰਹੀ ਹੋਵੇ, ਪਰ ਇਹ ਜਲ ਰਿਹਾ ਬੇਟਾ, ਗਰਮ ਹੈ। ਇਹ ਨੀਲੀ ਲਾਟ ਨਾਲ ਜਲ ਰਹੀ ਹੈ ਸਪਿਰਿਟ, ਇਹਦੇ ਵਿੱਚ ਸਪਿਰਿਟ ਪਾਈ ਹੈ, ਤਾਂ ਹੀ ਇਸ ਨੂੰ ਸਪਿਰਿਟ ਲੈਂਪ ਕਿਹਾ ਜਾਂਦਾ ਹੈ। ਇਸੇ ਕਰਕੇ ਇਸ ਨੂੰ ਸਪਿਰਿਟ ਲੈਂਪ ਕਿਹਾ ਜਾਂਦਾ ਹੈ। ਕਿਰਿਆ ਦੇ ਨਾਲ ਨਾਲ ਅਸੀਂ ਚੱਲਦੇ ਹੋਏ ਹੋਰ ਉਪਕਰਨ ਬਾਰੇ ਵੀ ਜਾਣਾਂਗੇ, ਹੋਰ ਵੋਕੈਬਲਰੀ ਤੁਹਾਡੀ ਡਿਵੈਲਪ ਹੋਏਗੀ। ਜਿਵੇਂ ਕਿ ਆਹ ਗਲਾਸ ਰੋਡ ਹੈ ਇੱਕ, ਮਿਸ ਜੀ ਇਹ ਗਲਾਸ ਰੋਡ ਦਾ ਇਸਤੇਮਾਲ ਕਰਾਂਗੇ ਆਪਾਂ। ਇਹ ਸਟੀਰਰ ਦੇ ਤੌਰ ਤੇ ਆ ਇੱਕ ਸਾਡੇ ਕੋਲ ਸਪੈਚੂਲਾ ਹੈ, ਜਿਹਦੇ ਨਾਲ ਦੋ ਤਰ੍ਹਾਂ ਨਾਲ ਯੂਜ਼ ਕਰਿਆ ਜਾਂਦਾ। ਜਿੱਦਾਂ ਬੇਟਾ ਘਰਾਂ 'ਚ ਚਮਚ ਨਹੀਂ ਹੁੰਦਾ, ਆਹ ਦੇਖੋ ਇਦਾਂ ਸਾਲਟ ਪਾਉਣ ਵਾਸਤੇ ਇਹਨੂੰ ਸਪੈਚੂਲਾ ਕਹਿੰਦੇ ਆ, ਸਪੈਚੂਲਾ। ਔਰ ਕਿਸ ਤਰ੍ਹਾਂ ਦਾ ਹੀ ਸਾਡੇ ਕੋਲ ਉਪਕਰਨ ਹੈ, ਤੁਸੀਂ ਦੇਖੋਗੇ ਤੇ ਨਾਮ ਆਪਾਂ ਹੀ ਸੋਚ ਸਕਦੇ ਹੋ ਕਿ ਇਹਦਾ ਨਾਮ ਕੀ ਹੋਏਗਾ। ਮੈਂ ਇਹਦੇ ਨਾਲ ਕਿਸੇ ਚੀਜ਼ ਨੂੰ ਪਕੜਨ ਲੱਗਾ ਜਿਹਦੇ ਚੀਜ਼ ਬਾਰੇ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਨੂੰ ਆਪਾਂ ਕੀ ਕਹਿੰਦੇ ਆ। ਕੀ ਕਹਿੰਦੇ ਆ ਬੇਟਾ? ਇਹ ਸ਼ਾਬਾਸ਼, ਰਿਪੀਟ ਕਰੋ ਬਾਰ-ਬਾਰ। ਇਸ ਉਪਕਰਨ ਨੂੰ ਕੀ ਕਹਿੰਦੇ ਆ? ਟੈਸਟ ਟਿਊਬ ਜਾਂ ਟੈਸਟ ਟਿਊਬ। ਤਾਂ ਅਸੀਂ ਇਹਨੂੰ ਕੀ ਕੀਤਾ? ਹੋਲਡ ਕਰ ਲਿਆ। ਹੋਲਡ ਕਰਨਾ ਮਤਲਬ ਬੇਟਾ ਫੜ ਲਿਆ, ਇਸ ਪਕੜ ਲਿਆ। ਤਾਂ ਇਹ ਜਿਹੜਾ ਮੇਰੇ ਹੱਥ 'ਚ ਉਪਕਰਨ ਹੈ, ਇਹ ਟੈਸਟ ਟਿਊਬ ਨੂੰ ਹੋਲਡ ਕਰਨ ਦੇ ਕੰਮ ਆਉਂਦਾ ਹੈ। ਤਾਂ ਇਹਦਾ ਨਾਮ ਹੈ ਟੈਸਟ ਟਿਊਬ ਹੋਲਡਰ। ਯੈਸ, ਪਰਖਣ ਵਾਲੀ ਹੋਲਡਰ ਜਾਂ ਟੈਸਟ ਟਿਊਬ ਹੋਲਡਰ।
ਇਹ ਜਿਹੜਾ ਮੋਟਾ ਜਿਹੜਾ ਤੁਸੀਂ ਹੁਣ ਜਾਣਿਆ, ਇਹ ਉਪਕਰਨਾਂ ਦੇ ਨਾਂ ਸੀ ਜਿਹੜੇ ਆਪਾਂ ਕਿਰਿਆ ਕਰਦੇ ਹੋਏ ਇਸਤੇਮਾਲ ਕਰਾਂਗੇ, ਵਰਤਾਂਗੇ ਇਹਨਾਂ ਨੂੰ। ਔਰ ਇਹ ਤੁਹਾਨੂੰ ਬਹੁਤ ਬਾਖੂਬੀ ਯਾਦ ਹੋਣਾ ਚਾਹੀਦਾ। ਉਮੇਸ਼ ਜੀ, ਮੇਰੇ ਖਿਆਲ ਤੁਹਾਡੇ ਹੱਥ 'ਚ ਇੱਕ ਹੋਰ ਇੱਕ ਚੀਜ਼ ਹੈ, ਮੈਂ ਇੱਕ ਚੀਜ਼ ਹੋਰ ਦਿਖਾਣਾ ਚਾਹਾਂਗਾ ਕਿ ਇਹ ਸਾਡੇ ਕੋਲ ਜਿਹੜਾ ਇੱਕ ਉਪਕਰਨ ਹੈ, ਇਹਨੂੰ ਇੰਗਲਿਸ਼ ਵਿੱਚ ਬੱਚੋ ਪਤਾ ਕੀ ਕਹਿੰਦੇ ਆ ਜਾਂ ਪੰਜਾਬੀ ਵਿੱਚ? ਹਾਂਜੀ ਗੁਰਮੀਤ ਜੀ, ਕੀ ਕਹਿੰਦੇ ਇਹਨੂੰ? ਇਸ ਨੂੰ ਜੀ ਡ੍ਰੌਪਰ ਕਹਿੰਦੇ ਆ। ਹਾਂ, ਕਿਉਂਕਿ ਜੇਕਰ ਆਪਾਂ ਹੁਣ ਸਵਾਲ ਤੁਹਾਡੇ ਦਿਮਾਗ 'ਚ ਇਹ ਪੈਦਾ ਹੋਣਾ ਚਾਹੀਦਾ ਕਿ ਡ੍ਰੌਪਰ ਕਿਉਂ? ਕਿਉਂਕਿ ਉਮੇਸ਼ ਜੀ ਨੇ ਦੱਸਿਆ ਵੀ ਇਹਨੂੰ ਟੈਸਟ ਟਿਊਬ ਕਿਉਂ ਕਹਿੰਦੇ ਆ, ਕਿਉਂਕਿ ਇਸ 'ਚ ਟੈਸਟ ਕਰਦੇ ਆ। ਇਹਨੂੰ ਅਸੀਂ ਦੇਖਿਆ ਬਿੱਕਰ ਕਿਉਂ ਕਹਿੰਦੇ ਆ, ਕਿਉਂਕਿ ਇਹਦੀ ਬੀਕ ਹੁੰਦੀ ਹੈ, ਇਸ ਲਈ ਬਿੱਕਰ ਕਹਿੰਦੇ ਆ। ਇਸ ਨੂੰ ਕੋਨੀਕਲ ਫਲਾਸਕ ਕਿਉਂ ਕਿਹਾ? ਕਿਉਂਕਿ ਇਹ ਕੋਨੀਕਲ ਹੈ, ਇਸ ਲਈ ਫਲਾਸਕ ਕਿਹਾ। ਇਸ ਨੂੰ ਸਪਿਰਿਟ ਲੈਂਪ ਕਿਉਂ ਅਸੀਂ ਆਖਿਆ? ਕਿਉਂਕਿ ਇਸ 'ਚ ਸਪਿਰਿਟ ਪਾਈ ਜਾਂਦੀ ਹੈ ਤੇ ਜਲਾਇਆ ਜਾਂਦਾ, ਲੈਂਪ ਦੀ ਤਰ੍ਹਾਂ ਜਲਦਾ ਹੈ, ਇਸ ਲਈ ਸਪਿਰਿਟ ਲੈਂਪ ਆਖਿਆ। ਔਰ ਇਸ ਨੂੰ ਹੋਲਡ ਕਰਨ ਲਈ, ਟੈਸਟ ਟਿਊਬ ਹੋਲਡ ਕਰਨ ਲਈ ਵਰਤਿਆ, ਇਸ ਲਈ ਇਸ ਨੂੰ ਟੈਸਟ ਟਿਊਬ ਹੋਲਡਰ ਆਖਿਆ। ਹੁਣ ਸਵਾਲ ਇਹ ਹੈ, ਇਹਨੂੰ ਡ੍ਰੌਪਰ ਕਿਉਂ ਆਖਿਆ? ਕਿਉਂ? ਦੇਖੋ ਬੇਟਾ, ਧਿਆਨ ਨਾਲ ਦੇਖੋ। ਆ ਮੈਂ ਪਾਣੀ ਲਿਆ, ਇਸ ਨੂੰ ਇਸ 'ਚ ਪਾਣੀ 'ਚ ਪਾਇਆ ਤੇ ਦੇਖਿਆ ਕਿ ਡ੍ਰੌਪ ਦੀ ਤੌਰ ਤੁਪਕੇ ਗਿਰ ਰਹੇ ਹੈ। ਆ ਦੇਖੋ, ਤੁਪਕਾ ਡ੍ਰੌਪ ਗਿਰ ਰਿਹਾ। ਇਹ ਜਿਹੜਾ ਜੋ ਵੀ ਇਸ 'ਚ ਪਾਵਾਂਗੇ, ਉੱਪਰੋਂ ਬੰਦ ਇਹ ਸੀਲਡ ਹੁੰਦਾ ਹੈ ਤੇ ਉਹ ਤੁਪਕਾ ਚੀਜ਼, ਕਿੰਨੇ ਤੁਪਕੇ ਆਪਾਂ ਤੇਜ਼ਾਬ ਦੇ ਜਾਂ ਖਾਰ ਦੇ ਜਾਂ ਕਿਸੇ ਪਾਣੀ ਦੇ ਜਾਂ ਕਿਸੇ ਹੋਰ ਚੀਜ਼ ਦੇ ਪਾਣੇ ਹੈ, ਇਸ ਦਾ ਇਸਤੇਮਾਲ ਕਰਦੇ ਹੋਏ ਆਪਾਂ ਕਰ ਸਕਦੇ ਹਾਂ। 10ਵੀਂ ਜਮਾਤ ਦੇ ਪਹਿਲੇ ਚੈਪਟਰ ਦੇ ਵਿੱਚ ਜਿਹੜੀ ਪਹਿਲੀ ਕਿਰਿਆ ਹੈ, ਮੈਗਨੀਸ਼ੀਅਮ ਦੇ ਰਿਬਨ ਨੂੰ ਜਲਾਉਣਾ। ਓਕੇ, ਅਸੀਂ ਉਹ ਕਿਰਿਆ ਕਰਕੇ ਦਿਖਾਵਾਂਗੇ ਕਿ ਮੈਗਨੀਸ਼ੀਅਮ ਦੇ ਰਿਬਨ ਨੂੰ ਜਲਾਉਣ ਤੇ ਕੀ ਬਣਦਾ ਹੈ ਤੇ ਕਿਵੇਂ ਬਣਦਾ ਹੈ। ਉਹਦੇ ਲਈ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹਦੇ ਲਈ ਸਾਨੂੰ ਕੀ ਸਮਾਨ ਚਾਹੀਦਾ ਹੈ। ਸਾਨੂੰ ਇੱਕ ਸਪਿਰਿਟ ਲੈਂਪ ਚਾਹੀਦਾ ਹੈ। ਸਪਿਰਿਟ ਲੈਂਪ ਨੂੰ ਜਲਾਉਣ ਵਾਸਤੇ ਇੱਕ ਮਾਚਿਸ ਦੀ ਡੱਬੀ, ਇੱਕ ਸੈਂਡ ਪੇਪਰ। ਹੁਣ ਸੈਂਡ ਪੇਪਰ ਕਿੱਥੇ ਵਰਤੋਂ ਆਏਗਾ, ਕਿਵੇਂ ਕਰਨਾ ਹੈ, ਇਹ ਵੀ ਆਪਾਂ ਡਿਸਕਸ ਕਰਦੇ ਹਾਂ। ਤੇ ਉਸ ਤੋਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਨੂੰ ਆ ਮੈਗਨੀਸ਼ੀਅਮ ਰਿਬਨ ਲੈਣਾ। ਇੱਕ ਤੁਸੀਂ ਗੱਲ ਕਰੀ ਸੀ ਸੈਂਡ ਪੇਪਰ ਲੈ ਕੇ ਆਏ ਹੋ, ਮੈਨੂੰ ਇਹ ਸਮਝ ਨਹੀਂ ਆਇਆ ਕਿ ਸੈਂਡ ਪੇਪਰ ਦਾ ਤੁਸੀਂ ਕੀ ਕਰੋਗੇ ਯਾਰ? ਅਲਕਲਾਈਨ ਅਰਥ ਮੈਟਰਸ ਦੇ ਵਿੱਚ ਸੈਂਡ ਪੇਪਰ ਦਾ ਇਸਤੇਮਾਲ। ਇੱਧਰ ਦੇਖੋ ਸਰ, ਜੇਕਰ ਤੁਸੀਂ ਆਹ ਵਾਲੇ ਮੈਗਨੀਸ਼ੀਅਮ ਤੇ ਇਹ ਵਾਲੇ ਮੈਗਨੀਸ਼ੀਅਮ ਦੇ ਵਿੱਚ ਫਰਕ ਦੇਖੋ ਸਰ, ਆ ਰਿਹਾ ਫਰਕ ਨਜ਼ਰ ਦੇਖਾਂ? ਹਾਂਜੀ ਹਾਂਜੀ ਪਿਆਰੇ ਵਿਦਿਆਰਥੀਓ, ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਹੈ? ਮੈਨੂੰ ਤਾਂ ਇੰਨਾ ਕੁ ਪਤਾ ਲੱਗ ਰਿਹਾ ਕਿ ਆ ਸ਼ਾਈਨ ਜ਼ਿਆਦਾ ਕਰ ਰਿਹਾ ਹੈ, ਆ ਜਰਾ ਘੱਟ ਕਰ ਰਿਹਾ ਸ਼ਾਈਨ। ਇੱਥੇ ਦੱਸਣਾ ਚਾਹਾਂਗੇ ਕਿ ਮੈਗਨੀਸ਼ੀਅਮ ਇੱਕ ਕਿਰਿਆਸ਼ੀਲ ਧਾਤ ਹੈ ਜਿਹੜੀ ਕਿ ਵਾਯੂਮੰਡਲ ਦੇ ਵਿੱਚੋਂ ਆਕਸੀਜਨ ਦੇ ਨਾਲ ਆਸਾਨੀ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਬਣਾ ਲੈਂਦੀ ਉਹਦੇ ਉੱਤੇ, ਤੇ ਇਹਦੀ ਜਿਹੜੀ ਚਮਕ ਹੈ ਉਹ ਲੁਕ ਗਈ ਇਹਦੇ ਨੀਚੇ। ਇਹਦੇ ਬਾਅਦ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਇਹਦਾ ਮਤਲਬ ਇਹ ਹੈ ਕਿ ਇਸ ਦੇ ਉੱਪਰ ਮੈਗਨੀਸ਼ੀਅਮ ਆਕਸਾਈਡ ਦੀ ਇੱਕ ਪਰਤ ਜਮੀ ਹੋਈ ਹੈ। ਜੀ ਪਿਆਰੇ ਵਿਦਿਆਰਥੀਓ, ਮੈਨੂੰ ਹੁਣ ਯਾਦ ਆ ਰਿਹਾ ਹੈ ਕਿ ਜਦੋਂ ਅਸੀਂ ਮਤਲਬ ਘਰ ਦੇ ਵਿੱਚ ਅਲਮੀਨੀਅਮ ਦਾ ਬਰਤਨ ਲੈ ਕੇ ਆਉਂਦੇ ਹਾਂ, ਉਹ ਬਹੁਤ ਚਮਕ ਰਿਹਾ ਹੁੰਦਾ ਨਵਾਂ। ਤੁਸੀਂ ਵੀ ਦੇਖਿਆ ਹੋਵੇਗਾ ਗੁਰਮੀਤ ਜੀ। ਪਰ ਕੁਝ ਸਮੇਂ ਬਾਅਦ ਉਹਦੀ ਚਮਕ ਨਾ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਜੀ। ਉਹ ਵੀ ਕੀ, ਉਹ ਕਿਉਂ? ਤੁਸੀਂ ਆਪਣੇ ਟੀਚਰ ਨੂੰ ਇਹ ਗੱਲ ਪੁੱਛਿਓ ਜ਼ਰੂਰ। ਜਿੱਦਾਂ ਤੁਸੀਂ ਦੇਖਿਆ ਕਿ ਅਲਮੀਨੀਅਮ ਦੀ ਧਾਤ ਦੀ ਚਮਕ ਵੀ ਘਟ ਜਾਂਦੀ ਹੈ ਕੁਝ ਸਮੇਂ ਨਾਲ, ਔਰ ਮੈਗਨੀਸ਼ੀਅਮ ਦੀ ਧਾਤ ਦੀ ਚਮਕ ਵੀ ਘਟੀ ਹੋਈ ਹੈ। ਜਿੱਦਾਂ ਤੁਹਾਨੂੰ ਦੱਸਿਆ ਗਿਆ ਕਿ ਇਸ ਦੇ ਨਾਲ ਇਹ ਵਾਤਾਵਰਣ 'ਚ ਮੌਜੂਦ ਆਕਸੀਜਨ ਨਾਲ ਕਿਰਿਆ ਕਰਕੇ ਇਹਦੀ ਧਾਤ ਦੀ ਚਮਕ ਫਿੱਕੀ ਪੈ ਗਈ। ਪਰ ਕੀ ਹਰ ਧਾਤ ਦੀ ਫਿੱਕੀ ਪੈ ਜਾਂਦੀ ਹੈ? ਹੁਣ ਅੱਜ ਦੀ ਕਿਰਿਆ ਜਿਹੜੀ ਆਪਣੀ, ਜਿੱਦਾਂ ਕਿ ਤੁਹਾਨੂੰ ਦੱਸਿਆ ਗਿਆ, ਮੈਗਨੀਸ਼ੀਅਮ ਦੀ ਕਿਰਿਆ ਹੈ। ਮੈਗਨੀਸ਼ੀਅਮ ਰਿਬਨ ਤੁਸੀਂ ਦੇਖ ਲਿਆ ਹੈ, ਮੈਗਨੀਸ਼ੀਅਮ ਰਿਬਨ ਦੀ ਤਰ੍ਹਾਂ ਦੇਖ ਰਹੇ ਹੋ ਬੇਟਾ, ਜਿਸ ਤਰ੍ਹਾਂ ਆਮ ਸਪਰਿੰਗ ਦੀ ਤਰ੍ਹਾਂ ਰਿਬਨ ਟਾਈਪਸ, ਆ ਮੈਗਨੀਸ਼ੀਅਮ ਰਿਬਨ ਹੈ। ਮੈਗਨੀਸ਼ੀਅਮ ਰਿਬਨ ਔਰ ਇਹ ਦੋ ਟੁਕੜੇ ਜਿਹੜੇ ਐਸੇ ਤੁਹਾਨੂੰ ਨਜ਼ਰ ਆ ਰਹੇ ਹਨ, ਜਿਹੜੇ ਕਿ ਬਹੁਤ ਹੀ ਜ਼ਿਆਦਾ ਚਮਕ ਰਹੇ ਹਨ। ਮੇਰਾ ਖਿਆਲ ਹੈ ਕਿ ਤੁਸੀਂ ਵੀ ਚਮਕਾ ਸਕਦੇ ਹੋ ਇਹ। ਇੱਦਾਂ ਮੈਂ ਕੋਈ ਛੋਟਾ ਜਿਹਾ ਟੁਕੜਾ ਲਵਾਂ, ਛੋਟਾ ਜਿਹਾ ਟੁਕੜਾ ਲਿਆ, ਇਸ ਨੂੰ ਸੈਂਡ ਪੇਪਰ ਨਾਲ, ਰੇਗਮਾਰ ਜਿਹਨੂੰ ਕਹਿੰਦੇ ਆ, ਰੇਗਮਾਰ ਨਾਲ ਰਗੜਿਆ। ਆ ਮੈਂ ਰਗੜ ਰਿਹਾ ਇਸ ਨੂੰ। ਗੁਰਮੀਤ ਜੀ ਦੇਖ ਰਹੇ ਹੋ ਤੁਸੀਂ? ਹਾਂਜੀ ਰਗੜ ਰਿਹਾ ਮੈਂ। ਉਮੇਸ਼ ਜੀ? ਬਿਲਕੁਲ ਜੀ, ਬਿਲਕੁਲ। ਇਹ ਤੁਹਾਨੂੰ ਨਜ਼ਰ ਆ ਰਿਹਾ ਕਿ ਇਹਦੀ ਚਮਕ ਵੱਧਦੀ ਜਾ ਰਹੀ ਹੈ ਜਿਉਂ-ਜਿਉਂ ਮੈਂ ਰਗੜ ਰਿਹਾ। ਪਰ ਮੇਰੇ ਦਿਮਾਗ 'ਚ ਇਹ ਸਵਾਲ ਪੈਦਾ ਹੋ ਰਿਹਾ ਕਿ ਮੈਂ ਕਿਉਂ ਰਗੜਾਂ ਇਸ ਨੂੰ? ਮੈਂ ਇਦਾਂ ਹੀ ਕਿਉਂ ਨਹੀਂ ਕਰ ਲੈਂਦਾ ਕਿਰਿਆ?
ਸਰ ਕਿਉਂਕਿ ਇਹਦੇ ਉੱਪਰ ਜਿਹੜੀ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਹੈ ਹੂੰ ਉਹ ਉਹਨੇ ਮੈਟਲ ਮੈਗਨੀਸ਼ੀਅਮ ਨੂੰ ਕਵਰ ਕਰ ਦਿੱਤਾ। ਹੂੰ ਹੁਣ ਜਦੋਂ ਤੁਸੀਂ ਆਪਾਂ ਇਹਦੇ ਨਾਲ ਕਿਰਿਆ ਕਰਨੀ ਹੈ, ਇਹਨੂੰ ਬਰਨ ਕਰਨਾ ਚਾਹੁੰਦੇ ਆ, ਹੂੰ ਤਾਂ ਮੈਗਨੀਸ਼ੀਅਮ ਆਕਸਾਈਡ ਉਹਨੂੰ ਬਰਨ ਹੋਣ ਤੋਂ ਰੋਕਦਾ ਹੈ। ਉਹਦਾ ਇਗਨੀਸ਼ਨ ਟੈਂਪਰੇਚਰ ਵਧਾਏਗਾ, ਉਹਨੂੰ ਛੇਤੀ ਅੱਗ ਨਹੀਂ ਲੱਗੇਗੀ। ਇਸ ਨੂੰ ਉਤਾਰਨ ਲਈ ਕੀ ਹੈ, ਇਸ ਨੂੰ ਉੱਪਰ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਨੂੰ ਅਸੀਂ ਉਤਾਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਮੈਗਨੀਸ਼ੀਅਮ ਦੀ ਕਿਰਿਆ ਹਵਾ ਨਾਲ ਕਰ ਸਕੀਏ। ਓਕੇ, ਕਿਉਂਕਿ ਸਾਡੀ ਨਹੀਂ ਜਿਹੜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਗਨੀਸ਼ੀਅਮ ਆਕਸਾਈਡ ਘੱਟ ਕਿਰਿਆਸ਼ੀਲ ਹੈ ਮੈਗਨੀਸ਼ੀਅਮ ਨਾਲੋਂ? ਬਿਲਕੁਲ ਜੀ। ਉਹ ਕਿਉਂ? ਸਰ ਮੈਗਨੀਸ਼ੀਅਮ ਆਕਸਾਈਡ ਇੱਕ ਸਟੇਬਲ ਆਕਸਾਈਡ ਹੈ ਇਹਨਾਂ ਦਾ, ਹੂੰ ਤੇ ਉਹ ਆਲਰੇਡੀ ਆਕਸੀਜਨ ਨਾਲ ਕਿਰਿਆ ਕਰਕੇ ਇੱਕ ਯੌਗਿਕ ਬਣ ਚੁੱਕਿਆ। ਹੂੰ ਉਹ ਇੱਕ ਧਾਤ ਨਹੀਂ ਰਿਹਾ ਹੁਣ। ਹੂੰ ਅਸੀਂ ਧਾਤ ਦੀ ਕਿਰਿਆ ਕਰਨਾ ਚਾਹੁੰਦੇ ਹਾਂ, ਇਸ ਕਰਕੇ ਉੱਪਰੋਂ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਉਤਾਰਨੀ ਪੈਂਦੀ ਹੈ ਜੀ। ਪਿਆਰੇ ਵਿਦਿਆਰਥੀਓ, ਤੁਸੀਂ ਦੇਖਦੇ ਹੋ ਆਪਣੇ ਆਲੇ ਦੁਆਲੇ ਕਿ ਕੁਦਰਤ ਦਾ ਇਹ ਨਿਯਮ ਹੈ ਕਿ ਹਰ ਚੀਜ਼ ਸਟੇਬਿਲਿਟੀ ਵੱਲ ਨੂੰ ਜਾਂਦੀ ਹੈ। ਜਿਹੜੀ ਚੀਜ਼ ਮਤਲਬ ਸਾਰਾ ਸਾਡਾ ਸਰਕਲ ਆਲੇ ਦੁਆਲੇ ਪ੍ਰਕਿਰਤੀ ਦੇ ਵਿੱਚ ਸਟੇਬਿਲਿਟੀ ਦੇ ਉੱਪਰ ਆਧਾਰਿਤ ਹੈ। ਹਰ ਕਿਰਿਆ ਸਾਡੀ ਸਟੇਬਿਲਿਟੀ ਵੱਲ ਨੂੰ ਜਾ ਰਹੀ ਹੈ। ਇਸੇ ਤਰ੍ਹਾਂ ਮੈਗਨੀਸ਼ੀਅਮ ਵੀ ਹਵਾ ਵਿੱਚ ਮੌਜੂਦ ਆਕਸੀਜਨ ਨਾਲ ਕਿਰਿਆ ਕਰਕੇ ਇੱਕ ਸਟੇਬਲ ਆਕਸਾਈਡ ਬਣਾਤਾ। ਉਸ ਦਾ ਨਾਮ ਦਿੱਤਾ ਆਪਾਂ ਮੈਗਨੀਸ਼ੀਅਮ ਆਕਸਾਈਡ, MgO। ਹੁਣ MgO ਬਹੁਤ ਹੀ ਸਟੇਬਲ ਕੰਪਾਊਂਡ ਹੈ, ਬਹੁਤ ਹੀ ਸਟੇਬਲ ਕੰਪਾਊਂਡ ਹੈ। ਉਹ ਜਾਨੀ ਕਿ ਜੇ ਆਪਾਂ ਜਲਾਵਾਂਗੇ ਆਪਣੀ ਕਿਰਿਆ ਨਹੀਂ ਹੋਏਗੀ। ਇਸ ਨੂੰ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਨੂੰ ਆਪਾਂ ਰੇਗਮਾਰ ਨਾਲ ਰਗੜ ਕੇ ਉਤਾਰਤਾ। ਦੇਖਿਆ ਤੁਸੀਂ, ਸ਼ਾਈਨ ਕਰਨ ਲੱਗ ਗਿਆ। ਹੁਣ ਜਦੋਂ ਇਸ ਦੀ ਕਿਰਿਆ ਆਕਸੀਜਨ ਨਾਲ ਕਰਾਵਾਂਗੇ ਤਾਂ ਫਿਰ ਦੇਖਦੇ ਹਾਂ ਆਪਾਂ ਵਿਦਿਆਰਥੀਓ ਕੀ ਹੁੰਦਾ। ਤੁਸੀਂ ਕਲਾਸ 'ਚ ਵੀ ਕਰੋਗੇ, ਹੁਣ ਦੇਖੋਗੇ ਵੀ। ਚਲੋ ਜੀ ਕੀ ਹੁੰਦਾ ਇਸ ਪਿਆਰੇ ਵਿਦਿਆਰਥੀਓ, ਸਪਿਰਿਟ ਲੈਂਪ ਹੈ। ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ, ਸਪਿਰਿਟ ਲੈਂਪ ਇਸ ਨੂੰ ਕਿਉਂ ਕਹਿੰਦੇ ਆ, ਕਿਉਂਕਿ ਇਹਦੇ ਵਿੱਚ ਸਪਿਰਿਟ ਪਾਈ ਜਾਂਦੀ ਹੈ ਤੇ ਇਸ ਨੂੰ ਜਲਾਇਆ ਜਾਂਦਾ ਲੈਂਪ ਦੀ ਤਰ੍ਹਾਂ। ਆ ਲਓ, ਮੈਂ ਲੈਂਪ ਦੀ ਤਰ੍ਹਾਂ, ਜਿੱਦਾਂ ਤੁਸੀਂ ਘਰਾਂ 'ਚ ਦੀਵਾ ਜਾਂ ਕੋਈ ਹੋਰ ਲੈਂਪ ਜਿਸ 'ਚ ਤੇਲ ਪਾਇਆ ਹੁੰਦਾ ਉਹਨੂੰ ਜਲਾਉਂਦੇ ਹੋ, ਉੱਦਾਂ ਹੀ ਮੈਂ ਇਸ ਨੂੰ ਜਲਾਇਆ। ਅੱਜ ਜਲਣ ਲੱਗ ਪਿਆ। ਇਹਦੀ ਲਾਟ ਤੁਸੀਂ ਦੇਖ ਰਹੇ ਹੋ, ਬਹੁਤ ਅੱਛੀ ਨੀਲੀ ਲਾਟ ਹੈ ਨਿਚਲੇ ਪਾਸੇ, ਔਰ ਉੱਪਰ ਥੋੜੀ ਜੀ ਰੈਡਿਸ਼ ਜੀ ਲਾਟ ਨਜ਼ਰ ਆ ਰਹੀ ਹੈ। ਹੁਣ ਅਸੀਂ ਇੱਕ ਚਿਮਟੀ ਦੀ ਮਦਦ ਨਾਲ ਇਸ ਮੈਗਨੀਸ਼ੀਅਮ ਦੇ ਰਿਬਨ ਦੇ ਇੱਕ ਟੁਕੜੇ ਨੂੰ ਪਕੜਾਂਗੇ ਔਰ ਇਹਦੇ 'ਚ ਉਮੇਸ਼ ਜੀ, ਮੈਨੂੰ ਇਹ ਸਮਝ ਨਹੀਂ ਆਇਆ ਤੁਸੀਂ ਚਿਮਟੀ ਕਿਉਂ ਲਈਏ? ਸਿਰ ਇਹਦੇ ਨਾਲ ਅਸੀਂ ਇਹਨੂੰ ਆਸਾਨੀ ਨਾਲ ਹੋਲਡ ਕਰ ਸਕਦੇ ਹਾਂ। ਬੜੀ ਬਰੀਕ ਹੈ, ਹੋਲਡਰ ਦੇ ਨਾਲੋਂ ਜੇ ਮੈਂ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਇਦਾਂ ਨਾ ਫੜਾਂ, ਹੱਥ 'ਚ ਨਹੀਂ ਪਕੜਨਾ ਚਾਹ, ਕਿਉਂਕਿ ਇਹ ਬੜੀ ਤੇਜ਼ੀ ਨਾਲ। ਵਿਦਿਆਰਥੀਓ, ਇਸ ਗੱਲ ਦਾ ਬਿਲਕੁਲ ਧਿਆਨ ਰੱਖੋ ਕਿ ਸਿੱਧਾ ਮੈਗਨੀਸ਼ੀਅਮ ਰਿਬਨ ਨੂੰ ਹੱਥ 'ਚ ਨਹੀਂ ਫੜਨਾ, ਸਿੱਧਾ ਨਹੀਂ ਫੜਨਾ। ਕਿੱਦਾਂ ਫੜਨਾ ਹੈ? ਚਿਮਟੀ ਨਾਲ। ਜਿੱਦਾਂ ਤੁਹਾਡੇ ਮਾਤਾ ਜੀ ਖਾਣਾ ਬਣਾਉਣ ਸਮੇਂ ਕਿਸੇ ਉਹ ਚਿਮਟੇ ਦਾ ਇਸਤੇਮਾਲ ਕਰਦੇ ਆ, ਘਰਾਂ 'ਚ ਦੇਖਿਆ ਨਾ ਚਿਮਟਾ, ਹਾਂ ਚਿਮਟੇ ਦਾ ਇਸਤੇਮਾਲ ਕਰਦੇ ਆ, ਉੱਦਾਂ ਹੀ ਸਾਡੀ ਪ੍ਰਯੋਗਸ਼ਾਲਾ ਵਿੱਚ ਆ ਛੋਟੀ ਜਿਹੀ ਚਿਮਟੀ ਹੈ, ਇਸ ਨੂੰ ਚਿਮਟੀ ਕਿਹਾ, ਚਿਮਟੇ ਦਾ ਛੋਟਾ ਨਾਂ ਚਿਮਟੀ। ਤਾਂ ਉਸ ਤੋਂ ਬਾਅਦ ਅਸੀਂ ਇਸ ਮੈਗਨੀਸ਼ੀਅਮ ਰਿਬਨ ਨੂੰ ਜਦੋਂ ਅਸੀਂ ਜਲਾਉਣਾ ਹੈ ਤਾਂ ਕੁਝ ਸਾਵਧਾਨੀਆਂ ਦਾ ਧਿਆਨ ਰੱਖਣਾ ਹੈ। ਅਧਿਆਪਕ ਸਾਥੀ ਜਿਹੜੇ ਨੇ ਇਸ ਗੱਲ ਦਾ ਧਿਆਨ ਰੱਖਣ ਕਿ ਇਸ ਵਿੱਚੋਂ ਬਹੁਤ ਤੇਜ਼ ਰੋਸ਼ਨੀ ਨਿਕਲਦੀ ਹੈ ਔਰ ਬੱਚਿਆਂ ਨੂੰ ਥੋੜਾ ਜਿਹਾ ਦੂਰ ਰੱਖ ਕੇ ਦਿਖਾਇਆ ਜਾਵੇ, ਤੇ ਹੋ ਸਕੇ ਤਾਂ ਜਿਹੜੇ ਆ ਚਸ਼ਮੇ ਜਿਹੜੇ ਆ ਲਗਾ ਲਿੱਤੇ ਜਾਣ। ਅਸੀਂ ਹੁਣ ਇਸ ਕਿਰਿਆ ਨੂੰ ਕਰਾਂਗੇ ਔਰ ਇਸ ਦੀ ਜਿਹੜੀ ਰਾਖ ਹੋਏਗੀ, ਜਿਹੜਾ ਮੈਗਨੀਸ਼ੀਅਮ ਤੋਂ ਆਕਸੀਜਨ ਬਰਨ ਹੋ ਕੇ ਮੈਗਨੀਸ਼ੀਅਮ ਆਕਸਾਈਡ ਬਣੇਗਾ, ਉਸ ਨੂੰ ਅਸੀਂ ਇਸ ਤਰ੍ਹਾਂ ਇੱਕ ਵਾਚ ਗਲਾਸ ਤੇ ਇਕੱਠਾ ਕਰਾਂਗੇ। ਉਮੇਸ਼ ਜੀ, ਮੇਰਾ ਖਿਆਲ ਹੈ ਜਦੋਂ ਵੀ ਆਪਾਂ ਬਰਨਿੰਗ ਦੇ ਕੋਈ ਐਕਸਪੈਰੀਮੈਂਟ ਕਰਨੇ ਹੁੰਦੇ ਆ, ਅਸੀਂ ਪਹਿਲਾਂ ਵੀ ਦੇਖਿਆ ਜਦੋਂ ਕਿ ਕਿਰਿਆਵਾਂ ਕਰਾਈਆਂ, ਪ੍ਰੀ ਫੇਅਰ ਲਗਾਏ, ਫੇਅਰ ਲਗਾਏ, ਅਸੀਂ ਇਹ ਗੱਲ ਬਹੁਤ ਜ਼ਿਆਦਾ ਜ਼ੋਰ ਦੇ ਕੇ, ਤਵੱਜੋ ਦੇ ਕੇ ਕਹੀ ਸੀ ਕਿ ਅੱਗ ਵਾਲੀ ਜਿਹੜੀ ਵੀ ਐਕਟੀਵਿਟੀ ਹੈ ਉਸ ਦੇ ਨਾਲ ਇੱਕ ਪਾਣੀ ਦੀ ਬਾਲਟੀ ਔਰ ਇੱਕ ਸੈਂਡ, ਰੇਤ ਦੀ ਬਾਲਟੀ, ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਆਲੇ ਦੁਆਲੇ ਬੈਠਾ ਚੈੱਕ ਕਰੋ ਕਿ ਪਾਣੀ ਦੀ ਬਾਲਟੀ ਅਵੇਲੇਬਲ ਹੈ ਕਿ ਨਹੀਂ। ਵਿਦਿਆਰਥੀਓ, ਮੇਰੀ ਗੱਲ ਸੁਣੋ ਧਿਆਨ ਨਾਲ, ਇਹ ਬਹੁਤ ਹੀ ਅਹਿਮ ਹੈ ਕਿਉਂਕਿ ਅੱਗ ਤੇ ਕਾਬੂ ਪਾਉਣਾ ਬਾਅਦ ਵਿੱਚ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਤੁਹਾਡੇ ਕੋਲ ਪਾਣੀ ਦੀ ਬਾਲਟੀ ਦਾ ਪਹਿਲਾਂ ਤੋਂ ਇੰਤਜ਼ਾਮ ਔਰ ਰੇਤ ਦੀ ਬਾਲਟੀ ਦਾ ਇਸਤੇਮਾਲ ਕਰਨ ਪਹਿਲਾਂ ਤੋਂ ਹੀ ਹੋਣਾ ਚਾਹੀਦਾ, ਤੇ ਫਿਰ ਤੁਸੀਂ ਇਹ ਕਿਰਿਆ ਨੂੰ ਕਰਾਓਗੇ। ਮੇਸ਼ ਜੀ, ਹੈਗੀ ਹੈ ਪਾਣੀ ਦੀ ਬਾਲਟੀ? ਗੁਰਮੀਤ ਜੀ ਰੱਖੀ ਹੋਈ ਹੈ ਨਾ? ਪਾਣੀ ਹੈ। ਬਿਲਕੁਲ ਜੀ, ਠੀਕ ਹੈ ਜੀ, ਕਰੀਏ ਜੀ। ਹਾਂਜੀ, ਕਰਿਆ ਜਾਵੇ ਜੀ।
ਤੁਸੀਂ ਦੇਖ ਰਹੇ ਹੋ ਕਿੰਨੀ ਤੇਜ਼ ਕਿੰਨੀ ਤੇਜ਼ ਰੌਸ਼ਨੀ। ਰੋਸ਼ਨੀ ਇਹਦੇ ਚੋਂ। ਤਾਂ ਬੜੀ ਮਾਰਵਲਸ, ਬਹੁਤ ਤੇਜ਼ ਰੋਸ਼ਨੀ ਨਿਕਲੀ ਹੈ ਜੀ ਇਸ ਚੋਂ, ਔਰ ਇਹ ਜਲ ਗਿਆ ਇੱਕਦਮ। ਇਹ ਮੈਗਨੀਸ਼ੀਅਮ ਰਿਬਲ ਜਲ ਕੇ ਇੱਕ ਸਫੇਦ ਕਲਰ ਦਾ ਪਾਊਡਰ ਦੇ ਫਾਰਮ 'ਚ ਬਣ ਗਿਆ ਹੈ, ਜਿਹਨੂੰ ਅਸੀਂ ਮੈਗਨੀਸ਼ੀਅਮ ਆਕਸਾਈਡ ਕਹਿੰਦੇ ਹਾਂ। ਕੀ ਇੱਕ ਟੁਕੜਾ ਹੋਰ ਜਲਾ ਕੇ ਦੇਖਿਆ ਜਾਵੇ? ਹਾਂ, ਮੇਰੇ ਖਿਆਲ ਜਲਾ ਲੈਣਾ ਚਾਹੀਦਾ ਜੀ, ਬੱਚਿਆਂ ਨੂੰ ਹੋਰ ਜ਼ਿਆਦਾ ਕਲੈਰਿਟੀ ਹੋ ਜਾਏਗੀ। ਅਸੀਂ ਇਸ ਕਿਰਿਆ ਵਿੱਚ ਇਹੀ ਚੀਜ਼ ਐਡ ਕਰਨਾ ਚਾਹੁੰਦੇ ਸੀਗੇ ਕਿ ਜਿਹੜਾ ਮੈਗਨੀਸ਼ੀਅਮ ਆਕਸਾਈਡ ਬਣਿਆ ਹੈ ਇਹ ਅਲਕਲਾਈਨ ਨੇਚਰ ਦਾ ਹੈ। ਅਲਕਲਾਈਨ ਨੇਚਰ ਔਰ ਐਸਿਡਿਕ ਨੇਚਰ ਦੋ ਤਰ੍ਹਾਂ ਦੇ ਸਾਡੇ ਕੋਲ ਪਦਾਰਥ ਹੁੰਦੇ ਹਨ, ਜਿਨ੍ਹਾਂ ਨੂੰ ਪਰਖ ਕਰਨ ਵਾਸਤੇ ਸਾਡੇ ਕੋਲ ਇੱਕ ਪੇਪਰ ਅਵੇਲੇਬਲ ਹੁੰਦਾ ਹੈ ਜਿਸ ਨੂੰ ਅਸੀਂ ਲਿਟਮਸ ਪੇਪਰ ਕਹਿੰਦੇ ਹਾਂ। ਮਹੇਸ਼ ਜੀ, ਮੈਨੂੰ ਇੱਕ ਧਿਆਨ ਆ ਰਿਹਾ ਹੈ ਕਿ 7ਵੀਂ ਜਮਾਤ 'ਚ ਤੇਜ਼ਾਬ ਤੇ ਖਾਰਾਂ ਵਾਲੇ ਚੈਪਟਰ ਵਿੱਚ ਲਿਟਮਸ ਪੇਪਰ ਦਾ ਜ਼ਿਕਰ ਕੀਤਾ ਗਿਆ ਹੈ। ਬਿਲਕੁਲ ਜੀ। ਕਿਉਂਕਿ ਲਿਟਮਸ ਕਿੱਥੋਂ ਬਣਦਾ ਹੈ? ਲਿਟਮਸ, ਹਾਂਜੀ ਗੁਰਮੀਤ ਜੀ, ਲਿਟਮਸ ਦੇ ਬਾਰੇ 'ਚ ਉੱਥੇ ਲਿਖਿਆ ਗਿਆ ਹੈ। ਲਿਟਮਸ ਕਿੱਥੋਂ ਆਉਂਦਾ ਹੈ? ਲਿਟਮਸ ਲਾਈਕਨਸ ਤੋਂ ਬਣਾਇਆ ਜਾਂਦਾ ਹੈ। ਲਾਈਕਨਸ ਤੋਂ ਲਿਟਮਸ ਬਣਾਇਆ ਜਾਂਦਾ ਹੈ। ਲਿਟਮਸ ਦਾ ਇਸਤੇਮਾਲ ਕਰਦੇ ਹੋਏ ਇਹ ਪੇਪਰ ਬਣਾਏ ਗਏ ਹੈ। ਇਹਨਾਂ ਦੇ ਉੱਪਰ ਇੱਕ ਲਿਟਮਸ ਦੀ ਪਰਤ ਚੜਾਈ ਗਈ ਹੈ। ਲਿਟਮਸ ਲਾਲ ਔਰ ਨੀਲੇ ਦੋ ਰੰਗ ਦਾ ਹੁੰਦਾ ਹੈ। ਪਰ ਸਵਾਲ ਤੁਹਾਡੇ ਦਿਮਾਗ 'ਚ ਆਏਗਾ ਵੀ ਦੋ ਰੰਗਾਂ ਦਾ ਲਿਟਮਸ ਇੱਕੋ ਹੀ ਲਾਈਕਨ ਤੋਂ ਕਿੱਦਾਂ ਬਣ ਸਕਦਾ? ਨਹੀਂ, ਐਸਾ ਨਹੀਂ ਹੁੰਦਾ। ਲਿਟਮਸ ਤਾਂ ਇੱਕੋ ਹੀ ਤਰ੍ਹਾਂ ਦਾ ਹੁੰਦਾ ਹੈ, ਪਰ ਜੇ ਉਸ ਨੂੰ ਤੇਜ਼ਾਬ 'ਚ ਰੱਖ ਦਿਓ ਤਾਂ ਉਸ ਦਾ ਰੰਗ ਹੋਰ ਹੋਏਗਾ, ਅਗਰ ਉਸ ਨੂੰ ਖਾਰ 'ਚ ਰੱਖ ਦਿਓ ਤਾਂ ਉਸ ਦਾ ਰੰਗ ਹੋਰ ਹੋਏਗਾ। ਤੇ ਆਹ ਦੇਖੋ ਬੇਟਾ, ਇੱਕ ਤੁਸੀਂ ਦੇਖ ਰਹੇ ਹੋ ਲਾਲ ਰੰਗ ਦਾ ਲਿਟਮਸ ਪੇਪਰ, ਆਹ ਲਾਲ ਰੰਗ ਦਾ ਲਿਟਮਸ ਪੇਪਰ ਤੁਸੀਂ ਦੇਖ ਰਹੇ ਹੋ। ਇਸੇ ਤਰ੍ਹਾਂ ਦਾ ਤੁਸੀਂ ਮੇਰੇ ਕੋਲ ਨੀਲੇ ਰੰਗ ਦਾ ਲਿਟਮਸ ਪੇਪਰ ਵੀ ਹੈ। ਦੋ ਅਲੱਗ-ਅਲੱਗ ਤਰ੍ਹਾਂ ਦੇ ਲਿਟਮਸ ਪੇਪਰ। ਪਿਆਰੇ ਵਿਦਿਆਰਥੀਓ, ਆ ਮੈਂ ਹਾਈਡਰੋਕਲੋਰਿਕ ਐਸਿਡ ਦੀਆਂ ਕੁਝ ਬੂੰਦਾਂ ਪਾਣੀ ਵਿੱਚ ਪਾ ਰਿਹਾ ਹਾਂ। ਕਿਉਂ ਪਾ ਰਿਹਾ? ਤਾਂ ਜੋ ਪਾਣੀ ਕੀ ਹੋ ਜੇ, ਤੇਜ਼ਾਬੀ ਹੋ ਜੇ। ਆਹ ਕੀ ਚੀਜ਼ ਹੈ ਮੇਰੇ ਕੋਲ? ਮੈਂ ਪਹਿਲਾਂ ਹੀ ਦੱਸ ਚੁੱਕਿਆ, ਡ੍ਰੌਪਰ। ਤੁਸੀਂ ਦੇਖਿਆ ਨਾ, ਡ੍ਰੌਪ ਕਰਕੇ ਮੈਂ ਇਸ 'ਚ ਤੇਜ਼ਾਬ ਦੀਆਂ ਬੂੰਦਾਂ ਪਾਈਆਂ। ਤੇ ਹੁਣ ਮੈਂ ਦੇਖਦਾ ਕਿਹੜੇ ਲਿਟਮਸ ਨਾਲ ਕੀ ਹੁੰਦਾ ਹੈ ਇਸ ਤੇਜ਼ਾਬ ਦਾ। ਉਹ ਇਹ ਤਾਂ ਨੀਲੇ ਲਿਟਮਸ ਨੂੰ ਇਸਨੇ ਕਿਹੜਾ ਰੰਗ ਬਣਾਤਾ? ਲਾਲ ਰੰਗ ਦਾ। ਤੇ ਮੈਂ ਜੇ ਲਾਲ ਲਿਟਮਸ ਇਸ 'ਚ ਪਾਵਾਂ, ਲਓ ਜੀ, ਕੁਝ ਵੀ ਨਹੀਂ ਹੋਇਆ। ਇਸ ਤੋਂ ਕੀ ਪਤਾ ਲੱਗਦਾ ਹੈ ਕਿ ਤੇਜ਼ਾਬ ਨੀਲੇ ਲਿਟਮਸ ਨੂੰ ਕੀ ਕਰ ਦਿੰਦੇ ਹਨ? ਲਾਲ। ਪਰ ਲਾਲ ਲਿਟਮਸ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ। ਇਸ ਦੇ ਉਲਟ ਜਿਹੜੀ ਖਾਰ ਹੈ ਜਾਂ ਬੇਸ ਹੈ, ਉਹ ਲਾਲ ਲਿਟਮਸ ਨੂੰ ਉਮੇਸ਼ ਜੀ ਕਿੱਦਾਂ ਦਾ ਕਰ ਦੇਗੀ? ਲਾਲ ਲਿਟਮਸ ਨੂੰ ਨੀਲਾ ਕਰ ਦਿੰਦੀ ਹੈ। ਹਾਂ, ਔਰ ਨੀਲੇ ਲਿਟਮਸ ਤੇ ਕੋਈ ਉਸਦਾ ਅਸਰ ਨਹੀਂ ਹੋਏਗਾ। ਹੁਣ ਸਾਡੇ ਕੋਲ ਆਹ ਮੈਗਨੀਸ਼ੀਅਮ ਆਕਸਾਈਡ ਜੋ ਪਿਆ ਹੈ, ਇਸ ਦਾ ਆਪਾਂ ਦੇਖਦੇ ਹਾਂ ਕਿ ਕੀ ਕਰਦਾ ਹੈ ਲਿਟਮਸ ਨੂੰ। ਹਾਂ, ਇਹਨਾਂ ਨੇ ਕੁਝ ਪਾਣੀ ਦੀਆਂ ਬੂੰਦਾਂ ਪਾਈਆਂ ਮੈਗਨੀਸ਼ੀਅਮ ਆਕਸਾਈਡ ਦੇ ਘੋਲ 'ਚ। ਇਸ ਨੂੰ ਕਿਸੇ ਸਪੈਚੂਲਾ ਨਾਲ ਹਿਲਾ ਦਿੱਤਾ ਜਾਵੇ ਜਾਂ ਚਿਮਟੀ ਨਾਲ ਤੁਸੀਂ ਹਿਲਾ ਲਿਆ ਤਾਂ ਕਿ ਉਹ ਘੁਲ ਜਾਵੇ। ਹੁਣ ਉਮੇਸ਼ ਜੀ ਦੇਖੋ ਇਸ ਤੇ ਲਿਟਮਸ ਨਾਲ ਕੀ ਹੁੰਦਾ ਹੈ। ਅਸੀਂ ਦੋਵੇਂ ਲਿਟਮਸ ਪੇਪਰ ਇਹਦੇ ਤੇ ਇਸਤੇਮਾਲ ਕਰਕੇ ਦੇਖਾਂਗੇ, ਲਾਲ ਲਿਟਮਸ ਪੇਪਰ ਵੀ ਔਰ ਨੀਲਾ ਲਿਟਮਸ ਪੇਪਰ ਵੀ। ਸਭ ਤੋਂ ਪਹਿਲਾਂ ਮੈਂ ਇਹਦੇ ਤੇ ਲਾਲ ਲਿਟਮਸ ਪੇਪਰ ਲਗਾ ਕੇ ਦੇਖਦਾ। ਵਿਦਿਆਰਥੀਓ, ਦੇਖਿਆ ਤੁਸੀਂ, ਲਾਲ ਲਿਟਮਸ ਪੇਪਰ ਲਗਾਇਆ ਜਾ ਰਿਹਾ ਹੈ ਇਸ ਦੇ ਵਿੱਚ ਮੈਗਨੀਸ਼ੀਅਮ ਆਕਸਾਈਡ 'ਚ। ਉਮੇਸ਼ ਜੀ, ਇਸ 'ਚ ਤਾਂ ਕੋਈ ਰੰਗ ਪਰਿਵਰਤਨ ਨਜ਼ਰ ਨਹੀਂ ਆ ਰਿਹਾ ਮੈਨੂੰ। ਆਏਗਾ ਜੀ। ਅੱਛਾ, ਹਾਂ, ਕੁਛ ਨੀਲਾ ਹੁੰਦਾ ਜਾ ਰਿਹਾ ਹੈ। ਬਹੁਤ ਗਹਿਨ ਧਿਆਨ ਨਾਲ ਦੇਖੋ ਬੱਚਿਓ, ਆਹ ਦੇਖੋ ਇਹਦਾ ਰੰਗ ਦੇ ਵਿੱਚ ਪਰਿਵਰਤਨ ਆਉਂਦਾ ਜਾ ਰਿਹਾ ਹੈ। ਤੁਹਾਨੂੰ ਕੈਮਰੇ 'ਚ ਨਜ਼ਰ ਆ ਰਿਹਾ ਹੈ? ਉਹ ਇਹ ਤਾਂ ਨੀਲਾ ਹੋ ਗਿਆ। ਇਸ ਤੋਂ ਕੀ ਸਿੱਧ ਹੋਇਆ? ਕਿਉਂਕਿ ਇਸਨੇ ਲਾਲ ਲਿਟਮਸ ਪੇਪਰ ਨੂੰ ਨੀਲਾ ਕਰ ਦਿੱਤਾ ਹੈ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਖਾਰੀ ਸੁਭਾਅ ਦਾ ਹੈ। ਤੇ ਅਸੀਂ ਪਹਿਲਾਂ ਵੀ ਜਾਣਦੇ ਹਾਂ ਕਿ ਜਿਹੜੀਆਂ ਧਾਤਾਂ ਨੇ, ਧਾਤਾਂ ਦੇ ਆਕਸਾਈਡ ਜਿਹੜੇ ਨੇ ਉਹ ਖਾਰੀ ਸੁਭਾਅ ਦੇ ਹੁੰਦੇ ਹਨ। ਹਾਂ, ਤਾਂ ਹੀ ਇਸ ਨੂੰ ਅਲਕਾਲਾਈਨ ਅਰਥ ਮੈਟਲ ਕਿਹਾ ਜਾਂਦਾ ਹੈ। ਤੇ ਜੇ ਅਸੀਂ ਇਸ ਵਿੱਚ ਨੀਲਾ ਲਿਟਮਸ ਪੇਪਰ ਲਗਾਉਂਦੇ ਹਾਂ ਤਾਂ ਉਸ ਦੇ ਵਿੱਚ ਦੇਖਿਆ
ਕਿ ਉਹ ਤਾਂ ਨੀਲਾ ਹੀ ਰਹਿ ਗਿਆ, ਉਸ ਵਿੱਚ ਕੋਈ ਫਰਕ ਨਹੀਂ ਪਿਆ। ਤਾਂ ਕਿਰਿਆ ਨੰਬਰ 10.2, ਤਾਂ ਉਸ ਕਿਰਿਆ ਦੇ ਵਿੱਚ ਸਾਨੂੰ ਜੋ ਸਮਾਨ ਚਾਹੀਦਾ ਹੈ, ਸਭ ਤੋਂ ਪਹਿਲਾਂ ਸਾਨੂੰ ਇੱਕ ਕੈਮੀਕਲ ਚਾਹੀਦਾ ਲੈਡ ਨਾਈਟ੍ਰੇਟ, ਦੂਸਰਾ ਚਾਹੀਦਾ ਹੈ ਪੋਟਾਸ਼ੀਅਮ ਆਇਓਡਾਈਡ। ਇਹ ਸਾਨੂੰ ਪਾਊਡਰ ਦੀ ਫਾਰਮ ਵਿੱਚ ਮਿਲਣਗੇ, ਪਰ ਸਾਨੂੰ ਇਹਨਾਂ ਦੇ ਘੋਲ ਬਣਾਉਣ ਦੀ ਜ਼ਰੂਰਤ ਹੈ। ਹੁਣ ਘੋਲ ਕੀ ਹੁੰਦੇ ਹਨ? ਘੋਲ ਜਦੋਂ ਇਸ ਨੂੰ ਤੁਸੀਂ ਪਾਣੀ ਦੇ ਵਿੱਚ ਘੋਲ ਦੋਗੇ ਤਾਂ ਇੱਕ ਇਸ ਦਾ ਜਲੀ ਘੋਲ ਬਣ ਜਾਏਗਾ। ਉਸ ਨੂੰ ਬਣਾਉਣ ਵਾਸਤੇ ਸਾਨੂੰ ਚਾਹੀਦਾ ਹੈ ਪਾਣੀ, 2 ਬੀਕਰ, ਅਤੇ ਇਸ ਦੀ ਪਰਖ ਕਰਨ ਵਾਸਤੇ ਸਾਨੂੰ ਚਾਹੀਦੀ ਹੈ ਇੱਕ ਪਰਖਣਲੀ, ਡ੍ਰੌਪਰ, ਪਰਖਣਲੀ ਹੋਲਡਰ, ਤੇ ਘੋਲ ਤਿਆਰ ਕਰਨ ਲਈ ਸਾਨੂੰ ਚਾਹੀਦਾ ਹੈ ਸਟੀਰਰ, ਛੜ ਚਾਹੀਦੀ ਹੈ ਜਿਹਦੇ ਨਾਲ ਅਸੀਂ ਘੋਲ ਤਿਆਰ ਕਰਾਂਗੇ। ਹਾਂਜੀ ਗੁਰਮੀਤ ਜੀ, ਹੁਣ ਆਪਾਂ ਇਹਨਾਂ ਦੇ ਘੋਲ ਤਿਆਰ ਕਰੀਏ ਔਰ ਬੱਚਿਆਂ ਨੂੰ ਦਿਖਾਈਏ ਕਿ ਘੋਲ ਕਿਵੇਂ ਤਿਆਰ ਹੁੰਦੇ ਹਨ। ਸਪੈਚੂਲਾ ਦੀ ਮਦਦ ਨਾਲ ਅਸੀਂ ਇਹਦੇ ਚੋਂ ਪੋਟਾਸ਼ੀਅਮ ਆਇਓਡਾਈਡ ਇੱਕ ਬੀਕਰ ਦੇ ਵਿੱਚ ਪਾਵਾਂਗੇ। ਹੁਣ ਇਹਦੇ 'ਚ ਪਾਣੀ ਪਾ ਕੇ ਸਟੀਰਰ ਦੀ ਮਦਦ ਨਾਲ ਇਹਦਾ ਅਸੀਂ ਘੋਲ ਤਿਆਰ ਕਰਾਂਗੇ। ਤੁਸੀਂ ਦੇਖ ਰਹੇ ਹੋ ਕਿ ਉਹ ਜਿਹੜਾ ਪਾਊਡਰ ਹੈ ਉਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਘੁਲ ਗਿਆ, ਤੇ ਇਹ ਸਾਡੇ ਕੋਲ ਪੋਟਾਸ਼ੀਅਮ ਆਇਓਡਾਈਡ ਦਾ ਜਲੀ ਘੋਲ ਤਿਆਰ ਹੋ ਗਿਆ। ਹੁਣ ਇਸੇ ਤਰ੍ਹਾਂ ਅਸੀਂ ਲੈਡ ਨਾਈਟ੍ਰੇਟ ਦਾ ਜਲੀ ਘੋਲ ਤਿਆਰ ਕਰਨਾ ਹੈ। ਅਸੀਂ ਲਗਭਗ ਉਨੀ ਹੀ ਮਾਤਰਾ ਵਿੱਚ ਪਾਣੀ ਲਵਾਂਗੇ। ਅਸੀਂ ਇਹਦੇ ਵਿੱਚੋਂ ਲੈਡ ਨਾਈਟ੍ਰੇਟ ਦਾ ਪਾਊਡਰ ਲਿਆ, ਉਸ ਨੂੰ ਇਸ ਪਾਣੀ ਦੇ ਵਿੱਚ ਘੋਲ ਦਿੱਤਾ। ਹੁਣ ਛੜ ਦੀ ਮਦਦ ਨਾਲ ਅਸੀਂ ਇਹਦਾ ਘੋਲ ਤਿਆਰ ਕਰਾਂਗੇ। ਤਾਂ ਇੱਕ ਬੀਕਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆ ਸਫੇਦ ਰੰਗ ਦਾ ਘੋਲ ਤਿਆਰ ਹੋਇਆ ਹੈ, ਕੋਲਾਈਡਲ ਘੋਲ ਹੈ। ਇਹ ਤੁਹਾਡੇ ਕੋਲ ਲੈਡ ਨਾਈਟ੍ਰੇਟ ਦਾ ਘੋਲ ਤਿਆਰ ਹੋ ਗਿਆ। ਦੂਸਰੇ ਵਿੱਚ ਪਾਰਦਰਸ਼ੀ ਘੋਲ ਜਿਹੜਾ ਹੈ ਪੋਟਾਸ਼ੀਅਮ ਆਇਓਡਾਈਡ ਦਾ ਘੋਲ ਤਿਆਰ ਹੈ। ਹੁਣ ਅਸੀਂ ਕਿਰਿਆ ਦੇ ਵਿੱਚ ਇਹਦੇ 'ਚ ਅਸੀਂ ਥੋੜ੍ਹਾ ਜਿਹਾ ਲੈਡ ਨਾਈਟ੍ਰੇਟ ਦਾ ਘੋਲ ਪਾਉਣ ਲੱਗੇ ਹਾਂ। ਇਸ ਲੈਡ ਨਾਈਟ੍ਰੇਟ ਘੋਲ ਦੇ ਵਿੱਚ ਹੁਣ ਡ੍ਰੌਪਰ ਦੀ ਮਦਦ ਨਾਲ ਪੋਟਾਸ਼ੀਅਮ ਆਇਓਡਾਈਡ ਦਾ ਘੋਲ ਮਿਲਾਇਆ ਜਾਏਗਾ। ਧਿਆਨ ਨਾਲ ਦੇਖਣਾ ਬੱਚਿਓ ਕੀ ਹੋਏਗਾ। ਤੁਸੀਂ ਇਹਦੇ ਵਿੱਚ ਕੋਈ ਰੰਗ ਪਰਿਵਰਤਨ ਹੁੰਦਾ ਦੇਖਿਆ? ਦੱਸੋ ਬੇਟਾ ਕਿਹੜਾ ਰੰਗ ਆ ਗਿਆ? ਇਸ ਵਿੱਚ ਪੀਲੇ ਰੰਗ ਦੀ ਇੱਕ ਧਾਰੀ ਨਜ਼ਰ ਆਣੀ ਸ਼ੁਰੂ ਹੋ ਗਈ। ਉਹ ਦੇਖੋ ਤੁਸੀਂ, ਇਸ ਨੂੰ ਕੁਝ ਦੇਰ ਜੇ ਪਿਆ ਰਹਿਣ ਦੇਈਏ ਤਾਂ ਮੈਂ ਦੇਖ ਰਿਹਾ ਕਿ ਇਹਦੇ ਨੀਚੇ ਪੀਲੇ ਰੰਗ ਦੇ ਅਵਖੇਪ, ਪ੍ਰੈਸਿਪਿਟੇਟਸ, ਜਿਨ੍ਹਾਂ ਨੂੰ ਇੰਗਲਿਸ਼ ਅਸੀਂ ਪ੍ਰੈਸਿਪਿਟੇਟਸ ਬੋਲਦੇ ਹਾਂ, ਉਹ ਨੀਚੇ ਬੈਠਣੇ ਸ਼ੁਰੂ ਹੋ ਗਏ ਨੇ। ਤਾਂ ਇਹ ਇੱਕ ਤਰ੍ਹਾਂ ਦੀ ਅਵਖੇਪਨ ਕਿਰਿਆ ਹੈ। ਇਸ ਦੇ ਵਿੱਚ ਰੰਗ ਪਰਿਵਰਤਨ ਹੋ ਗਿਆ। ਤਾਂ ਰਸਾਇਣਿਕ ਕਿਰਿਆਵਾਂ ਦੇ ਪਿਛਲੀ ਅਸੀਂ ਕਿਰਿਆ ਦੇ ਵਿੱਚ ਦੇਖਿਆ ਸੀਗਾ ਕਿ ਮੈਗਨੀਸ਼ੀਅਮ ਇੱਕ ਧਾਤ ਆਕਸੀਜਨ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਇੱਕ ਰਾਖ ਦੇ ਵਿੱਚ ਬਦਲ ਗਈ ਸੀ। ਇਸੇ ਤਰ੍ਹਾਂ ਹੀ ਦੂਸਰੀ ਕਿਰਿਆ ਦੇ ਵਿੱਚ ਅਸੀਂ ਦੇਖਿਆ ਕਿ ਲੈਡ ਨਾਈਟ੍ਰੇਟ ਦੇ ਵਿੱਚ ਜਦੋਂ ਅਸੀਂ ਪੋਟਾਸ਼ੀਅਮ ਆਇਓਡਾਈਡ ਘੋਲ ਐਡ ਕੀਤਾ ਤਾਂ ਉਹਦੇ ਵਿੱਚ ਰੰਗ ਪਰਿਵਰਤਨ ਆਇਆ ਔਰ ਉਹਦੇ ਕੁਝ ਅਵਖੇਪ ਨੀਚੇ ਬੈਠ ਗਏ। ਸਰ ਇਹ ਅਵਖੇਪ ਤੋਂ ਕੀ ਭਾਵ ਹੁੰਦਾ ਸਾਡਾ ਜੀ? ਅਵਖੇਪ ਇਹ ਸਸਪੈਂਸ਼ਨ ਪਾਰਟੀਕਲਸ ਹੁੰਦੇ ਨੇ। ਇਹ ਭਾਰੇ ਪਾਰਟੀਕਲਸ ਨੀਚੇ ਬੈਠ ਜਾਂਦੇ ਹਨ। ਇਸ ਕਿਉਂ ਹੁੰਦਾ ਹੈ ਬੇਟਾ? ਅਵਖੇਪ ਕਿਵੇਂ ਬਣਦੇ ਹਨ, ਇਸ ਬਾਰੇ ਸੋਚਣ ਦੀ ਲੋੜ ਹੈ। ਜਦੋਂ ਅਸੀਂ ਦੋ ਘੁਲਣਸ਼ੀਲ ਘੋਲਾਂ ਨੂੰ ਆਪਸ ਵਿੱਚ ਮਿਲਾਉਂਦੇ ਹਾਂ ਤਾਂ ਉਹਨਾਂ ਵਿੱਚੋਂ ਇੱਕ ਪਦਾਰਥ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਜਿਹੜਾ ਕਿ ਅਘੁਲਣਸ਼ੀਲ ਹੁੰਦਾ ਹੈ, ਤੇ ਉਹ ਅਵਖੇਪ ਬਣ ਕੇ ਨੀਚੇ ਬੈਠ ਜਾਂਦੇ ਨੇ। ਇਹ ਅਵਖੇਪ ਇਸ ਘੋਲ ਵਿੱਚ ਅਘੁਲਣਸ਼ੀਲ ਹਨ। ਹੁਣ ਇਸ ਸਰ ਵੀ ਆਪਣਾ ਰੇਤ ਅਸੀਂ ਪਾਉਣੇ ਆ ਪਾਣੀ 'ਚ, ਉਹ ਬੈਠ ਜਾਂਦੀ ਹੈ ਸ਼ਾਇਦ। ਬਿਲਕੁਲ, ਪਰ ਉਹ ਅਵਖੇਪ ਜਿਹੜੇ ਹੈ ਅਵਖੇਪ ਨੀਚੇ ਬੈਠ ਜਾਂਦੇ ਹਨ, ਪਰ ਉੱਥੇ ਕੋਈ ਰਸਾਇਣਿਕ ਕਿਰਿਆ ਨਹੀਂ ਹੋ ਰਹੀ। ਇਹਦੇ ਵਿੱਚ ਰਸਾਇਣਿਕ ਕਿਰਿਆ ਹੈ। ਤੁਸੀਂ ਰੰਗ ਪਰਿਵਰਤਨ ਹੋਇਆ ਦੇਖਿਆ, ਠੀਕ ਹੈ। ਇਹਦੇ ਵਿੱਚ ਲੈਡ ਨਾਈਟ੍ਰੇਟ ਤੇ ਪੋਟਾਸ਼ੀਅਮ ਆਇਓਡਾਈਡ ਕਿਰਿਆ ਕਰਕੇ ਲੈਡ ਆਇਓਡਾਈਡ ਦੇ ਅਵਖੇਪ ਬਣੇ, ਜਿਨ੍ਹਾਂ ਦਾ ਰੰਗ ਪੀਲੇ ਰੰਗ ਦਾ ਹੁੰਦਾ ਹੈ। ਇਹ ਜਿਹੜੇ ਅਵਖੇਪ ਨੀਚੇ ਬੈਠੇ ਹਨ ਇਹ ਲੈਡ ਆਇਓਡਾਈਡ ਦੇ ਹਨ। ਤੇ ਉੱਪਰ ਜਿਹੜਾ ਘੋਲ ਤੁਹਾਨੂੰ ਨਜ਼ਰ ਆ ਰਿਹਾ ਹੈ
ਜਿਹੜਾ ਕਿ ਤੁਸੀਂ ਦੇਖ ਰਹੇ ਹੋ ਕਿ ਹਜੇ ਵੀ ਤਰਲ ਪਦਾਰਥ ਉੱਪਰ ਪਾਣੀ ਦੀ ਤਰ੍ਹਾਂ ਹੈ, ਉਹ ਕੀ ਚੀਜ਼ ਹੈ ਜੀ? ਪੋਟਾਸ਼ੀਅਮ ਨਾਈਟ੍ਰੇਟ। ਇਹਦੇ ਵਿੱਚ ਲੈਡ ਨਾਈਟ੍ਰੇਟ ਤੇ ਪੋਟਾਸ਼ੀਅਮ ਆਇਓਡਾਈਡ ਕਿਰਿਆ ਕਰਕੇ ਲੈਡ ਆਇਓਡਾਈਡ ਅਤੇ ਪੋਟਾਸ਼ੀਅਮ ਨਾਈਟ੍ਰੇਟ ਵਿੱਚ ਬਦਲ ਗਏ। ਲੈਡ ਆਇਓਡਾਈਡ ਆ ਘੁਲਣਸ਼ੀਲ ਹੈ, ਉਹ ਅਵਖੇਪ ਬਣ ਕੇ ਨੀਚੇ ਬੈਠ ਗਿਆ ਅਤੇ ਪੋਟਾਸ਼ੀਅਮ ਨਾਈਟ੍ਰੇਟ ਘੋਲ ਦੇ ਵਿੱਚ ਮੌਜੂਦ ਹੈ। ਹੁਣ ਕਿਰਿਆ ਕਰਨ ਜਾ ਰਹੇ ਹਾਂ ਧਾਤਾਂ ਦੀ ਤੇਜ਼ਾਬਾਂ ਦੇ ਨਾਲ ਕਿਰਿਆ। ਇਸ ਕਿਰਿਆ ਦੇ ਵਿੱਚ ਅਸੀਂ ਜਿਹੜੀ ਧਾਤ ਯੂਜ਼ ਕਰਨੀ ਹੈ ਉਹ ਹੈ ਜ਼ਿੰਕ ਧਾਤ। ਜ਼ਿੰਕ ਗ੍ਰੈਨੂਅਲਸ ਦੇ ਨਾਮ ਤੇ ਤੁਹਾਡੀ ਪ੍ਰਯੋਗਸ਼ਾਲਾ ਦੇ ਵਿੱਚ ਤੁਹਾਨੂੰ ਮਿਲੇਗਾ। ਗ੍ਰੈਨੂਅਲਸ ਦਾ ਮਤਲਬ ਟੁਕੜੇ। ਇਹ ਜ਼ਿੰਕ ਦੇ ਟੁਕੜੇ ਕੁਝ ਇੱਦਾਂ ਦੇ ਹੁੰਦੇ ਹਨ। ਤੁਸੀਂ ਇਹਨਾਂ ਦੀ ਦੇਖ ਸਕਦੇ ਹੋ ਕਿ ਇੱਕ ਚਮਕਦਾਰ ਸਤ੍ਹਾ ਜਿਹੜੀ ਹੈ ਤੁਹਾਨੂੰ ਨਜ਼ਰ ਆ ਰਹੀ ਹੈ। ਤੁਸੀਂ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਕਲਰ ਜਾਂ ਚਮਕ ਨਜ਼ਰ ਆ ਰਹੀ ਹੈ ਤੁਹਾਨੂੰ। ਜ਼ਿੰਕ ਦਾ ਰੰਗ ਕਿਸ ਤਰ੍ਹਾਂ ਦਾ ਹੁੰਦਾ ਹੈ? ਇਹਦਾ ਰੰਗ ਸਿਲਵਰ ਗ੍ਰੇ ਕਲਰ ਦਾ ਹੈ। ਹੁਣ ਅਸੀਂ ਪੁੱਛਣਾ ਚਾਹੁੰਦਾ ਮੈਂ ਤੁਹਾਨੂੰ ਬੱਚਿਓ ਕਿ ਜਿਹੜੇ ਤੇਜ਼ਾਬ ਨੇ, ਕਿਸੇ ਤੇਜ਼ਾਬ ਦਾ ਨਾਮ ਦੱਸ ਸਕਦੇ ਹੋ ਤੁਸੀਂ ਜਿਹੜੇ ਤੁਸੀਂ ਪੜ੍ਹੇ ਹੋਣ ਜਾਂ ਕਿਸੇ ਕਿਰਿਆ ਦੇ ਵਿੱਚ ਉਪਯੋਗ ਕੀਤੇ ਹੋਣ? ਬੇਟਾ ਜਿਵੇਂ ਆਪਾਂ ਇਸ ਕਿਰਿਆ ਦੇ ਵਿੱਚ ਇੱਕ ਤੇਜ਼ਾਬ ਵਰਤਨ ਕਰਨ ਜਾ ਰਹੇ ਹਾਂ, ਉਹਦਾ ਨਾਮ ਹੈ ਹਾਈਡਰੋਕਲੋਰਿਕ ਐਸਿਡ। ਹਾਈਡਰੋਕਲੋਰਿਕ ਐਸਿਡ ਦਾ ਸੂਤਰ ਹੈ HCl। ਇਸੇ ਤਰ੍ਹਾਂ ਹੀ ਕਈ ਹੋਰ ਤੇਜ਼ਾਬ ਸਾਡੇ ਕੋਲ ਪ੍ਰਯੋਗਸ਼ਾਲਾ ਵਿੱਚ ਮੌਜੂਦ ਹੁੰਦੇ ਹਨ, ਜਿਵੇਂ ਕਿ ਸਲਫਿਊਰਿਕ ਐਸਿਡ H2SO4, ਨਾਈਟ੍ਰਿਕ ਐਸਿਡ HNO3। ਇਹ ਤੇਜ਼ਾਬ ਤੁਹਾਡੇ ਕੋਲ ਪ੍ਰਯੋਗਸ਼ਾਲਾ ਵਿੱਚ ਸੰਘਣੀ ਅਵਸਥਾ ਵਿੱਚ ਸੰਘਣੇ ਤੇਜ਼ਾਬ ਦੇ ਤੌਰ ਤੇ ਮੌਜੂਦ ਹੁੰਦੇ ਹਨ, ਪਰ ਅਸੀਂ ਪ੍ਰਯੋਗ ਦੇ ਵਿੱਚ ਇਸ ਦਾ ਪਤਲਾ ਹਾਈਡਰੋਕਲੋਰਿਕ ਐਸਿਡ ਇਸਤੇਮਾਲ ਕਰਨਾ ਹੈ। ਹੁਣ ਤੁਹਾਡੇ ਮਨ 'ਚ ਪ੍ਰਸ਼ਨ ਉੱਠ ਰਹੇ ਹੋਣਗੇ ਕਿ ਸੰਘਣਾ ਤੇ ਪਤਲਾ ਕੀ ਚੀਜ਼ ਹੁੰਦੇ ਹਨ? ਬੱਚਿਓ, ਸੰਘਣਾ ਤੇਜ਼ਾਬ ਦਾ ਮਤਲਬ ਹੈ ਕਿ ਜਿਸ ਵਿੱਚ ਤੇਜ਼ਾਬ ਦੀ ਮਾਤਰਾ ਜ਼ਿਆਦਾ ਹੋਏਗੀ ਔਰ ਪਾਣੀ ਦੀ ਮਾਤਰਾ ਬਹੁਤ ਥੋੜੀ ਹੋਏਗੀ, ਜਦ ਕਿ ਪਤਲਾ ਤੇਜ਼ਾਬ ਦਾ ਮਤਲਬ ਹੈ ਜਿਸ ਵਿੱਚ ਤੇਜ਼ਾਬ ਥੋੜੀ ਮਾਤਰਾ ਵਿੱਚ ਹੈ ਔਰ ਪਾਣੀ ਜ਼ਿਆਦਾ ਮਾਤਰਾ ਵਿੱਚ ਲਿਆ ਗਿਆ ਹੈ। ਸੰਘਣਾ ਤੇਜ਼ਾਬ ਹਾਨੀਕਾਰਕ ਹੋ ਸਕਦਾ ਹੈ, ਉਹਨੂੰ ਵਰਤਣ ਲਈ ਬਹੁਤ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਪੈਂਦੀ ਹੈ, ਪਰ ਅਸੀਂ ਕਿਰਿਆਵਾਂ ਦੇ ਵਿੱਚ ਆਮ ਤੌਰ ਤੇ ਹਲਕੇ ਤੇਜ਼ਾਬ ਦੀ ਵਰਤੋਂ ਹੀ ਕਰਦੇ ਹਾਂ। ਤਾਂ ਪ੍ਰਯੋਗਸ਼ਾਲਾ ਦੇ ਵਿੱਚੋਂ ਸੰਘਣੇ ਤੇਜ਼ਾਬ ਤੋਂ ਹਲਕਾ ਤੇਜ਼ਾਬ ਕਿਵੇਂ ਤਿਆਰ ਕਰਨਾ ਹੈ, ਇਸ ਦੇ ਲਈ ਅਧਿਆਪਕ ਸਾਥੀ ਧਿਆਨ ਦੇਣਗੇ ਕਿ ਇਸ ਤੇਜ਼ਾਬ ਨੂੰ ਤਿਆਰ ਕਰਨ ਲਈ ਹਮੇਸ਼ਾ ਬੀਕਰ ਦੇ ਵਿੱਚ ਪਹਿਲਾਂ ਪਾਣੀ ਲੈਣਾ ਹੈ, ਫਿਰ ਉਸ ਵਿੱਚ ਬੂੰਦ-ਬੂੰਦ ਕਰਕੇ ਤੇਜ਼ਾਬ ਮਿਲਾਉਂਦੇ ਰਹਿਣਾ ਹੈ। ਸਰ ਕੀ ਉਲਟਾ ਵੀ ਕੀਤਾ ਜਾ ਸਕਦਾ ਜੀ ਇਸ ਦਾ? ਨਹੀਂ ਜੀ, ਕਦੇ ਵੀ ਤੇਜ਼ਾਬ ਦੇ ਵਿੱਚ ਪਾਣੀ ਮਿਲਾਉਣ ਦੀ ਗਲਤੀ ਨਾ ਕੀਤੀ ਜਾਵੇ, ਕਿਉਂਕਿ ਤੇਜ਼ਾਬ ਦੇ ਵਿੱਚ ਜਦੋਂ ਪਾਣੀ ਮਿਲਾਇਆ ਜਾਂਦਾ ਹੈ ਇੱਕ ਤਾਪ ਨਿਕਾਸੀ ਕਿਰਿਆ ਹੁੰਦੀ ਹੈ। ਇੰਨਾ ਜ਼ਿਆਦਾ ਤਾਪ ਪੈਦਾ ਹੁੰਦਾ ਹੈ ਕਿ ਉਹ ਤੇਜ਼ਾਬ ਤੁਹਾਡੇ ਉੱਪਰ ਉਛਲ ਕੇ ਸਰੀਰ ਤੇ ਜਾਂ ਮੂੰਹ ਤੇ ਪੈ ਸਕਦਾ ਹੈ। ਉਸ ਨਾਲ ਸ਼ਾਇਦ ਫਲਾਸਕ ਜਾਂ ਬੀਕਰ ਵੀ ਕੱਚ ਦਾ ਟੁੱਟ ਸਕਦਾ। ਬਿਲਕੁਲ ਜੀ, ਬਿਲਕੁਲ। ਇੰਨਾ ਤਾਪ ਪੈਦਾ ਹੁੰਦਾ ਹੈ ਕਿ ਉਹ ਕੱਚ ਦਾ ਬੀਕਰ ਵੀ ਟੁੱਟ ਸਕਦਾ ਹੈ। ਸੋ ਇਸ ਲਈ ਸੰਘਣੇ ਤੇਜ਼ਾਬ ਤੋਂ ਪਤਲਾ ਤੇਜ਼ਾਬ ਬਣਾਉਣ ਵਾਸਤੇ ਹਮੇਸ਼ਾ ਪਹਿਲਾਂ ਪਾਣੀ ਲੈਣਾ ਹੈ, ਪਾਣੀ ਵਿੱਚ ਬੂੰਦ-ਬੂੰਦ ਕਰਕੇ ਤੁਸੀਂ ਤੇਜ਼ਾਬ ਮਿਲਾਉਣਾ ਹੈ। ਸੋ ਹੁਣ ਅਸੀਂ ਕਿਰਿਆ ਦੇਖਦੇ ਹਾਂ ਕਿ ਅਸੀਂ ਇਸ ਕਿਰਿਆ ਦੇ ਵਿੱਚ ਜ਼ਿੰਕ ਦੇ ਕੁਝ ਟੁਕੜਿਆਂ ਨੂੰ ਫਲਾਸਕ ਦੇ ਵਿੱਚ ਪਾਵਾਂਗੇ। ਅਸੀਂ ਉਸ ਦੇ ਵਿੱਚ ਹਲਕਾ, ਜਿਹਨੂੰ ਕਹਿ ਲਈਏ ਪਤਲਾ ਹਾਈਡਰੋਕਲੋਰਿਕ ਐਸਿਡ ਮਿਲਾਵਾਂਗੇ ਤਾਂ ਕੀ ਹੁੰਦਾ ਹੈ? ਇਹ ਇੱਕ ਕੋਨੀਕਲ ਫਲਾਸਕ ਲਈ ਹੈ ਜੀ ਅਸੀਂ, ਤਿਕੋਣੀ ਫਲਾਸਕ, ਜਿਵੇਂ ਕਿ ਪਹਿਲਾਂ ਦੱਸ ਚੁੱਕੇ ਹਾਂ। ਇਸ ਦੇ ਅੰਦਰ ਅਸੀਂ ਹੁਣ ਜ਼ਿੰਕ ਦੇ ਜਿਹੜੇ ਟੁਕੜੇ ਨੇ, ਜ਼ਿੰਕ ਗ੍ਰੈਨੂਅਲਸ ਜਿਨ੍ਹਾਂ ਨੂੰ ਕਹਿੰਦੇ ਆ, ਉਹ ਲਵਾਂਗੇ ਜੀ। ਤੇ ਉਸ ਵਿੱਚ ਜਿਵੇਂ ਕਿ ਸਰ ਦੱਸ ਚੁੱਕੇ ਹੈ ਵੀ ਡ੍ਰੌਪਰ ਦੇ ਨਾਲ ਥੋੜਾ ਥੋੜਾ ਕਰਕੇ ਅਸੀਂ ਤੇਜ਼ਾਬ ਮਿਲਾਵਾਂਗੇ ਜੀ। ਤੁਸੀਂ ਦੇਖ ਰਹੇ ਹੋ ਕਿਰਿਆ ਸ਼ੁਰੂ ਹੋ ਚੁੱਕੀ ਹੈ। ਹਾਂਜੀ ਬੱਚਿਓ, ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਕੋਨੀਕਲ ਫਲਾਸਕ ਦੇ ਵਿੱਚ ਹੁਣ ਤੁਹਾਨੂੰ ਨੀਚੇ ਕੁਝ ਬੁਲਬੁਲੇ ਬੰਦੇ ਨਜ਼ਰ ਆ ਰਹੇ ਹਨ। ਇਹ ਬੁਲਬੁਲੇ ਕਿਸ ਚੀਜ਼ ਦੇ ਹਨ? ਆਪਣੇ ਅਧਿਆਪਕ ਨੂੰ ਪੁੱਛੋ ਅਤੇ ਕੁਝ ਆਪ ਸੋਚਣ ਦੀ ਕੋਸ਼ਿਸ਼ ਕਰੋ ਕਿ ਬੁਲਬੁਲੇ ਕਿਸ ਚੀਜ਼ ਦੇ ਬਣ ਰਹੇ ਹਨ। ਤਾਂ ਵਿਦਿਆਰਥੀਓ, ਜਦੋਂ ਕਿਸੇ ਤਰਲ ਪਦਾਰਥ ਦੇ ਵਿੱਚ ਗੈਸ ਪੈਦਾ ਹੁੰਦੀ ਹੈ ਤਾਂ ਬੁਲਬੁਲੇ ਬਣ ਕੇ ਉੱਪਰ ਨੂੰ ਨਿਕਲਦੀ ਹੈ। ਇਟ ਮੀਨਸ ਇਹ ਜਿਹੜੇ ਬੁਲਬੁਲੇ ਨੇ ਇਹ ਕਿਸੇ ਗੈਸ ਦੇ ਹਨ।
ਇਸ ਕਿਰਿਆ ਦੇ ਵਿੱਚ ਜ਼ਿੰਕ ਹਾਈਡਰੋਕਲੋਰਿਕ ਤੇਜ਼ਾਬ ਨਾਲ ਕਿਰਿਆ ਕਰਕੇ ਜ਼ਿੰਕ ਕਲੋਰਾਈਡ ਪਲੱਸ ਹਾਈਡਰੋਜਨ ਗੈਸ ਪੈਦਾ ਕਰਦਾ ਹੈ। ਇਹ ਹਾਈਡਰੋਜਨ ਗੈਸ ਜਿਹੜੀ ਹੈ ਉੱਪਰ ਨੂੰ ਨਿਕਲ ਰਹੀ ਹੈ। ਇਸ ਕਿਰਿਆ ਦੇ ਵਿੱਚ ਅਸੀਂ ਕੈਲਸ਼ੀਅਮ ਆਕਸਾਈਡ ਅਤੇ ਪਾਣੀ ਨੂੰ ਮਿਲਾ ਕੇ ਕੈਲਸ਼ੀਅਮ ਹਾਈਡਰੋਕਸਾਈਡ ਬਣਾਵਾਂਗੇ। ਕੈਲਸ਼ੀਅਮ ਆਕਸਾਈਡ ਅਤੇ ਪਾਣੀ ਮਿਲ ਕੇ ਕੈਲਸ਼ੀਅਮ ਹਾਈਡਰੋਕਸਾਈਡ ਬਣਾ ਰਹੇ ਹਨ। ਇਹ ਇੱਕ ਸੰਯੋਜਨ ਕਿਰਿਆ ਹੈ। ਸੰਯੋਜਨ ਕਿਰਿਆ ਦੇ ਵਿੱਚ ਜਦੋਂ ਕੋਈ ਦੋ ਪਦਾਰਥ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਸਿਰਫ ਇੱਕ ਪਦਾਰਥ ਬਣਾਉਂਦੇ ਹਨ ਤਾਂ ਉਸ ਨੂੰ ਸੰਯੋਜਨ ਕਿਰਿਆ ਆਖਦੇ ਹਨ। ਇਸ ਕਿਰਿਆ ਦੇ ਵਿੱਚ ਜਿਹੜਾ ਪਦਾਰਥ ਅਸੀਂ ਵਰਤਣ ਜਾ ਰਹੇ ਹਾਂ ਉਹ ਹੈ ਕੈਲਸ਼ੀਅਮ ਆਕਸਾਈਡ। ਇਸ ਨੂੰ ਅਣਬੁੱਝਿਆ ਚੂਨਾ ਵੀ ਕਿਹਾ ਜਾਂਦਾ ਹੈ। ਔਰ ਬੜੀ ਰੋਚਕ ਗੱਲ ਹੈ ਕਿ ਇਸ ਨੂੰ ਅਸੀਂ ਆਪਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਵਰਤਿਆ ਹੈ ਔਰ ਵਰਤਦੇ ਕਿਸੇ ਨੂੰ ਦੇਖਿਆ ਹੋਵੇਗਾ। ਬੱਚੋ ਜਾਣਦੇ ਹੋ ਕਿ ਅਣਬੁੱਝਿਆ ਚੂਨਾ ਅਸੀਂ ਕਿੱਥੇ ਵਰਤਦੇ ਹਾਂ? ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਜਾਂ ਕਿਸੇ ਘਰ ਦੇ ਵਿੱਚ ਕੋਈ ਸ਼ਾਦੀ ਦਾ ਸਮਾਗਮ ਹੁੰਦਾ ਹੈ, ਉਸ ਵਕਤ ਉਹਨਾਂ ਘਰਾਂ ਨੂੰ ਸਫੇਦੀ ਕਰਾਈ ਜਾਂਦੀ ਹੈ। ਸਫੇਦੀ ਕਰਾਉਣ ਵਾਸਤੇ ਇੱਕ ਪਦਾਰਥ ਲਿਆਂਦਾ ਜਾਂਦਾ ਹੈ ਜਿਹਨੂੰ ਅਸੀਂ ਮਾਰਕੀਟ ਵਿੱਚ ਜਾਂ ਘਰਾਂ ਵਿੱਚ ਆਮ ਤੌਰ 'ਤੇ ਕਲੀ ਦਾ ਸ਼ਬਦ ਵਰਤਦੇ ਹਾਂ। ਕਲੀ ਕੀ ਹੁੰਦੀ ਹੈ? ਕਲੀ ਅਣਬੁੱਝਿਆ ਚੂਨਾ ਹੀ ਹੁੰਦਾ ਹੈ। ਉਸ ਨੂੰ ਅਸੀਂ ਕੈਲਸ਼ੀਅਮ ਆਕਸਾਈਡ ਕਹਿੰਦੇ ਹਾਂ। ਸਾਡੀ ਪ੍ਰਯੋਗਸ਼ਾਲਾ ਦੇ ਵਿੱਚ ਇਹ ਕੈਲਸ਼ੀਅਮ ਆਕਸਾਈਡ ਦੇ ਨਾਮ ਤੇ ਵਰਤਿਆ ਜਾਂਦਾ ਹੈ। ਸਰ ਅਗਰ ਇਹ ਇਸ ਦਾ ਮਤਲਬ ਵੀ ਨਾ ਮੌਜੂਦ ਹੋਵੇ ਪ੍ਰਯੋਗਸ਼ਾਲਾ 'ਚ ਤਾਂ ਅਸੀਂ ਬਾਜ਼ਾਰੋਂ ਜਿਹੜੀ ਆਮ ਕਲੀ ਆ ਉਹ ਖਰੀਦ ਕੇ ਇਸ ਪ੍ਰਯੋਗ ਲਈ ਵਰਤ ਸਕਦੇ ਹਾਂ? ਬਿਲਕੁਲ ਜੀ, ਬਿਲਕੁਲ। ਤੁਸੀਂ ਬਾਜ਼ਾਰ 'ਚੋਂ ਕਲੀ ਜਿਹੜੀ ਹੈ ਘਰਾਂ ਨੂੰ ਸਫੇਦੀ ਕਰਨ ਵਾਲੀ ਹੈ ਉਸ ਨੂੰ ਵਰਤ ਕੇ ਵੀ ਇਹ ਕਿਰਿਆ ਕਰ ਸਕਦੇ ਹੋ। ਇਸ ਦੇ ਵਿੱਚ ਕੀ ਹੋਏਗਾ ਕਿ ਕੈਲਸ਼ੀਅਮ ਆਕਸਾਈਡ ਨੂੰ ਜਦੋਂ ਤੁਸੀਂ ਇੱਕ ਬੀਕਰ 'ਚ ਲਓਗੇ ਉਹਦੇ ਵਿੱਚ ਤੁਸੀਂ ਪਾਣੀ ਪਾਉਣਾ ਹੈ। ਪਾਣੀ ਪਾਉਣ ਨਾਲ ਇਹ ਕੈਲਸ਼ੀਅਮ ਆਕਸਾਈਡ ਪਾਣੀ ਵਿੱਚ ਘੁਲਣਾ ਸ਼ੁਰੂ ਹੋ ਜਾਏਗਾ। ਘੁਲ ਕੇ ਕੈਲਸ਼ੀਅਮ ਹਾਈਡਰੋਕਸਾਈਡ ਬਣ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਘਰਾਂ ਦੇ ਵਿੱਚ ਕਲੀ ਕਰਨ ਲੱਗੇ ਹਾਂ, ਕਲੀ ਦੇ ਵਿੱਚ ਪਾਣੀ ਪਾਉਂਦੇ ਸੀਗੇ, ਉਹ ਕਲੀ ਘੁਲ ਕੇ ਤਿਆਰ ਹੋ ਜਾਂਦੀ ਸੀ। ਸਰ ਇੱਕ ਤੁਹਾਡੀ ਗੱਲ ਵਿੱਚ ਰਹਿ ਗਈ ਵੀ ਅਸੀਂ ਦੇਖਦੇ ਹਾਂ ਵੀ ਜਦੋਂ ਘਰ ਨੂੰ ਸਫੇਦੀ ਜਾਂ ਕਲੀ ਕਰਾਉਂਦੇ ਆ ਲੋਕ ਜੀ, ਤਾਂ ਪਹਿਲਾਂ ਤੋਂ ਪਾਰਦਰਸ਼ੀ ਪਾਣੀ ਜਿਹਾ ਹੁੰਦਾ
ਹਾਂਜੀ। ਪਰ ਹੌਲੀ ਹੌਲੀ ਉਹ ਬਹੁਤ ਸਫੇਦ ਰੰਗ ਲੈ ਲੈਂਦਾ ਹੈ। ਕੀ ਇਹ ਵੀ ਕੋਈ ਕਿਰਿਆ ਹੁੰਦੀ ਹੈ? ਬਿਲਕੁਲ ਜੀ। ਜਦੋਂ ਅਸੀਂ ਘਰ ਦੇ ਵਿੱਚ ਕਲੀ ਕਰਦੇ ਹਾਂ ਤਾਂ ਪਹਿਲਾਂ ਤਾਂ ਜਦੋਂ ਕਲੀ ਫੇਰੀ ਜਾਂਦੀ ਹੈ ਉਹਦਾ ਕੋਈ ਚਮਕ, ਕੋਈ ਰੰਗ ਨਜ਼ਰ ਨਹੀਂ ਆਉਂਦਾ, ਬਿਲਕੁਲ। ਪਰ ਸਮਾਂ ਪੈਣ ਦੇ ਨਾਲ ਨਾਲ ਉਹਦੇ ਅੰਦਰ ਚਮਕ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਇੱਕ ਰਸਾਇਣਿਕ ਕਿਰਿਆ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਵਾਯੂਮੰਡਲ ਦੇ ਵਿੱਚ ਕਾਰਬਨ ਡਾਈਆਕਸਾਈਡ ਨਾਂ ਦੀ ਇੱਕ ਗੈਸ ਹੈ। ਹਾਂਜੀ ਹੈ। ਜਦੋਂ ਇਹ ਕਲੀ ਨੂੰ ਪਾਣੀ 'ਚ ਘੋਲਿਆ ਜਾਂਦਾ ਹੈ ਤੇ ਕੈਲਸ਼ੀਅਮ ਹਾਈਡਰੋਕਸਾਈਡ ਬਣਦੀ ਹੈ, ਜਿਸ ਨੂੰ ਅਸੀਂ ਦੀਵਾਰਾਂ 'ਤੇ ਫੇਰਦੇ ਹਾਂ। ਪਰ ਵਾਯੂਮੰਡਲੀ ਵਿਚਲੀ ਕਾਰਬਨ ਡਾਈਆਕਸਾਈਡ ਦੇ ਨਾਲ ਉਹ ਕੈਲਸ਼ੀਅਮ ਹਾਈਡਰੋਕਸਾਈਡ ਕਿਰਿਆ ਕਰਦਾ ਰਹਿੰਦਾ ਹੈ। ਕਿਰਿਆ ਕਰਕੇ ਉਹ ਕਿਹਦੇ 'ਚ ਬਦਲ ਜਾਂਦਾ ਹੈ? ਕੈਲਸ਼ੀਅਮ ਕਾਰਬੋਨੇਟ ਵਿੱਚ। ਕੈਲਸ਼ੀਅਮ ਕਾਰਬੋਨੇਟ ਸਫੇਦ ਰੰਗ ਦਾ ਚਮਕਦਾਰ ਪਦਾਰਥ ਹੁੰਦਾ ਹੈ। ਇਸ ਕਰਕੇ ਸਾਡੇ ਘਰਾਂ ਦੇ ਵਿੱਚ ਉਸ ਸਫੇਦੀ ਨਾਲ ਚਮਕ ਆ ਜਾਂਦੀ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਸਫੇਦੀ ਕਰਾਈ ਜਾਂਦੀ ਹੈ, ਘਰ ਜਿਹੜਾ ਹੈ ਜਗਮਗਾ ਉੱਠਦਾ ਹੈ। ਬਿਲਕੁਲ। ਰੋਸ਼ਨੀ ਜਿਹੜੀ ਉਹਦੇ ਤੋਂ ਪਰਿਵਰਤਿਤ ਹੋ ਕੇ ਪੂਰੇ ਘਰ ਵਿੱਚ ਫੈਲਦੀ ਹੈ। ਤਾਂ ਇਸੇ ਤਰ੍ਹਾਂ ਕੈਲਸ਼ੀਅਮ ਆਕਸਾਈਡ ਜਿਹੜਾ ਹੈ ਅਣਬੁਝਿਆ ਚੂਨਾ ਜਦੋਂ ਪਾਣੀ 'ਚ ਮਿਲਾਇਆ ਜਾਂਦਾ ਹੈ, ਇਹ ਬੁਝਿਆ ਚੂਨਾ ਵਿੱਚ ਬਦਲ ਜਾਂਦਾ ਹੈ ਤੇ ਬਾਅਦ 'ਚ ਇਹਦੇ 'ਚੋਂ ਕਾਰਬਨ ਡਾਈਆਕਸਾਈਡ ਜੇ ਲੰਘਾਈ ਜਾਵੇ ਤੇ ਵਾਪਸ ਕੈਲਸ਼ੀਅਮ ਕਾਰਬੋਨੇਟ ਵਿੱਚ ਬਦਲ ਜਾਂਦਾ ਹੈ। ਤਾਂ ਅਸੀਂ ਇਸ ਕਿਰਿਆ ਨੂੰ ਕਰਕੇ ਦੇਖਾਂਗੇ ਕਿ ਇਹਦੇ ਵਿੱਚ ਹੋਰ ਕੀ ਚੀਜ਼ ਦੇਖਣ ਵਿੱਚ ਆਉਂਦੀ ਹੈ। ਮੈਂ ਇੱਥੇ ਇੱਕ ਸ਼ਬਦ ਬੋਲਿਆ, ਹੋਰ ਕੀ ਚੀਜ਼ ਦੇਖਣ ਵਿੱਚ ਆਉਂਦੀ ਹੈ। ਬੱਚਿਓ, ਤੁਸੀਂ ਵੀ ਇਸ ਕਿਰਿਆ ਨੂੰ ਕਰਨਾ ਹੈ ਔਰ ਨਾਲ ਨੋਟ ਕਰਨਾ ਹੈ ਕਿ ਅਸੀਂ ਇਹਦੇ 'ਚ ਕੀ ਦੇਖਿਆ। ਸਭ ਤੋਂ ਪਹਿਲਾਂ ਸਪੈਚੂਲਾ ਦੀ ਮਦਦ ਨਾਲ ਅਸੀਂ ਕੈਲਸ਼ੀਅਮ ਆਕਸਾਈਡ ਨੂੰ ਇੱਕ ਖਾਲੀ ਬੀਕਰ ਦੇ ਵਿੱਚ ਲਵਾਂਗੇ। ਹੁਣ ਅਸੀਂ ਇਹਦੇ ਵਿੱਚ ਪਾਣੀ ਮਿਲਾਵਾਂਗੇ। ਹਾਂਜੀ ਗੁਰਮੀਤ ਜੀ, ਤੁਸੀਂ ਇਹਨੂੰ ਹੱਥ ਲਗਾ ਕੇ ਦੇਖੋ। ਕਾਫੀ ਗਰਮ ਹੋ ਗਈ ਹੈ ਜੀ ਇਹ ਤਾਂ। ਅਸੀਂ ਦੇਖਿਆ ਕਿ ਇਸ ਨੂੰ ਜਦੋਂ ਹੱਥ ਲਗਾਇਆ ਤਾਂ ਇਹਦਾ ਬੀਕਰ ਜਿਹੜਾ ਹੈ, ਉਸ ਬੀਕਰ ਦਾ ਤਾਪਮਾਨ ਵਧਣਾ ਸ਼ੁਰੂ ਹੋ ਗਿਆ। ਇਹ ਬੀਕਰ ਗਰਮ ਹੋਣਾ ਸ਼ੁਰੂ ਹੋ ਗਿਆ। ਸਰ, ਇਹ ਅਸੀਂ ਦੇਖਦੇ ਵੀ ਸੀ ਵੀ ਜਦੋਂ ਘਰ ਦੇ ਵਿੱਚ ਕਲੀ ਕਰਦੇ ਸੀ ਤਾਂ ਉਹਨੂੰ ਬਰਤਨ ਜਦੋਂ ਪਾਣੀ ਪਾਉਂਦੇ ਸੀ ਤਾਂ ਕਾਫੀ ਬੁਲਬੁਲੇ ਜਿਹੇ ਨਿਕਲਦੇ ਹੁੰਦੇ ਸੀ। ਬਿਲਕੁਲ ਜੀ, ਬਿਲਕੁਲ। ਬਚਪਨ 'ਚ ਦੇਖ ਕੇ। ਬਿਲਕੁਲ ਪਰ ਜੀ। ਅੱਜ ਪਤਾ ਲੱਗਿਆ ਕਿ ਉਹ ਕਿਰਿਆ ਹੈ। ਇਹ ਇੱਕ ਤਾਪ ਨਿਕਾਸੀ ਕਿਰਿਆ ਹੈ। ਇਹਦੇ ਵਿੱਚ ਬਹੁਤ ਸਾਰਾ ਮਾਤਰਾ ਵਿੱਚ ਤਾਪ ਨਿਕਲਦਾ ਹੈ। ਠੀਕ ਹੈ ਜੀ। ਇਸ ਕਰਕੇ ਇਸ ਬਰਤਨ ਦਾ ਤਾਪ ਜਿਹੜਾ ਹੈ ਵਧਣਾ ਸ਼ੁਰੂ ਹੋ ਜਾਂਦਾ ਹੈ। ਘਰ ਦੇ ਵਿੱਚ ਸਫੇਦੀ ਕਰਨ ਲੱਗਿਆ ਇਹੀ ਸਾਵਧਾਨੀ ਵਰਤੀ ਜਾਂਦੀ ਸੀਗੀ ਕਿ ਕਲੀ ਦੇ ਵਿੱਚ ਪਾਣੀ ਪਾਣ ਲੱਗਿਆ ਕਦੇ ਵੀ ਚਿਹਰਾ ਉੱਪਰੋਂ ਦੇਖਣਾ ਨਹੀਂ ਚਾਹੀਦਾ ਸੀਗਾ, ਤਾਂ ਕਿ ਉਹ ਜਿਹੜਾ ਤਾਪ ਹੈ ਉਹ ਤੁਹਾਡੇ ਚਿਹਰੇ ਨੂੰ ਪ੍ਰਭਾਵਿਤ ਨਾ ਕਰੇ। ਕਿਰਿਆ ਦੇ ਵਿੱਚ ਫੈਰਸ ਸਲਫੇਟ ਨੂੰ ਗਰਮ ਕੀਤਾ ਜਾਂਦਾ ਹੈ ਅਤੇ ਅਪਘਟਨ ਕਿਰਿਆ ਹੁੰਦੀ ਹੈ। ਹੁਣ ਸ਼ਬਦ ਅਪਘਟਨ ਤੋਂ ਕੀ ਮਤਲਬ ਹੈ? ਅਪਘਟਨ ਦਾ ਮਤਲਬ ਟੁੱਟਣਾ। ਕੋਈ ਇੱਕ ਪਦਾਰਥ ਜਦੋਂ ਇੱਕ ਤੋਂ ਜ਼ਿਆਦਾ ਪਦਾਰਥਾਂ ਵਿੱਚ ਟੁੱਟ ਜਾਂਦਾ ਹੈ ਤਾਂ ਇਸ ਨੂੰ ਅਪਘਟਨ ਕਿਰਿਆ ਆਖਦੇ ਹਨ। ਇਸ ਕਿਰਿਆ ਦੇ ਵਿੱਚ ਅਸੀਂ ਦੇਖਾਂਗੇ ਕਿ ਫੈਰਸ ਸਲਫੇਟ ਟੁੱਟ ਕੇ ਕਿੰਨਾ ਪਦਾਰਥਾਂ ਵਿੱਚ ਬਦਲਦਾ ਹੈ। ਇਸ ਲਈ ਸਾਨੂੰ ਜੋ ਸਮੱਗਰੀ ਚਾਹੀਦੀ ਹੈ, ਸਭ ਤੋਂ ਪਹਿਲਾਂ ਪ੍ਰਯੋਗਸ਼ਾਲਾ ਦੇ ਵਿੱਚੋਂ ਫੈਰਸ ਸਲਫੇਟ ਹੈਪਟਾਹਾਈਡਰੇਟ ਨਾਂ ਦਾ ਰਸਾਇਣਿਕ ਪਦਾਰਥ ਜੋ ਸਾਨੂੰ ਚਾਹੀਦਾ ਹੈ। ਹੈਪਟਾਹਾਈਡਰੇਟ ਦਾ ਮਤਲਬ ਹੈ ਇਸ ਵਿੱਚ ਹੈਪਟਾ ਦਾ ਮਤਲਬ 7। ਇਸ ਯੌਗਿਕ ਦੇ ਵਿੱਚ 7 ਅਣੂ ਪਾਣੀ ਦੇ ਕ੍ਰਿਸਟਲੀ ਜਲ ਦੇ ਰੂਪ ਵਿੱਚ ਮੌਜੂਦ ਹਨ। ਇਸ ਦਾ ਪੂਰਾ ਫਾਰਮੂਲਾ FeSO4.7H2O ਹੈ। ਇਸ ਦਾ ਰੰਗ ਹਰੇ ਰੰਗ ਦਾ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਫੈਰਸ ਸਲਫੇਟ ਹੈਪਟਾਹਾਈਡਰੇਟ ਦੇ ਕ੍ਰਿਸਟਲਸ ਦਾ ਰੰਗ ਹਰੇ ਰੰਗ ਦਾ ਹੁੰਦਾ ਹੈ। ਦੇਖੋ ਵਿਦਿਆਰਥੀਓ, ਹਰੇ ਰੰਗ ਦੇ ਕ੍ਰਿਸਟਲਸ ਤੁਹਾਨੂੰ ਨਜ਼ਰ ਆ ਰਹੇ ਹਨ। ਹੁਣ ਜਦੋਂ ਅਸੀਂ ਇਹਨਾਂ ਕ੍ਰਿਸਟਲਸ ਦਾ ਅਪਘਟਨ ਕਰਨਾ ਹੈ ਤਾਂ ਕੀ ਕੀ ਪਰਿਵਰਤਨ ਆਉਣਗੇ ਉਹ ਆਪਾਂ ਕਿਰਿਆ ਰਾਹੀਂ ਦੇਖਣਾ ਹੈ। ਇਸ ਕਿਰਿਆ ਰਾਹੀਂ ਹੋਰ ਲੋੜੀਂਦੀ ਸਮੱਗਰੀ ਹੈ ਇੱਕ ਕੱਚ ਦੀ ਪਰਖਣ ਵਾਲੀ, ਹੋਲਡਰ, ਸਪੈਚੂਲਾ, ਸਪਿਰਿਟ ਲੈਂਪ ਅਤੇ ਇਸ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਦਾ ਸੁਭਾਅ ਨੂੰ ਜਾਣਨ ਲਈ ਸਾਨੂੰ ਲਿਟਮਸ ਪੇਪਰ ਦੀ ਜ਼ਰੂਰਤ ਪਏਗੀ। ਤਾਂ ਇਸ ਕਿਰਿਆ ਨੂੰ ਕਰਨ ਲਈ ਅਸੀਂ ਸਪਿਰਿਟ ਲੈਂਪ ਨੂੰ ਜਲਾਵਾਂਗੇ।
ਪਰਖ ਨਲੀ ਵਿੱਚ ਥੋੜੇ ਜਿਹੇ ਫੈਰਸ ਸਲਫੇਟ ਦੇ ਕ੍ਰਿਸਟਲਸ ਪਾਏ ਜਾਣਗੇ। ਇਹਨਾਂ ਫੈਰਸ ਸਲਫੇਟ ਦੇ ਕ੍ਰਿਸਟਲਸ ਨੂੰ ਇਸ ਲਾਟ ਉੱਤੇ ਗਰਮ ਕਰਨਾ ਹੈ ਅਤੇ ਦੇਖਾਂਗੇ ਕਿ ਇਸ ਵਿੱਚ ਕੀ ਕੀ ਪਰਿਵਰਤਨ ਆ ਰਹੇ ਹਨ। ਸਾਵਧਾਨੀ ਵਰਤੀ ਜਾਵੇ ਕਿ ਪਰਖ ਨਲੀ ਦਾ ਮੂੰਹ ਵਿਦਿਆਰਥੀਆਂ ਤੋਂ ਪਰੇ ਰੱਖਿਆ ਜਾਵੇ। ਤਾਂ ਬੱਚਿਓ, ਤੁਸੀਂ ਦੇਖੋਗੇ ਕਿ ਇਸ ਪਰਖ ਨਲੀ ਦੇ ਉੱਪਰ ਪਾਣੀ ਦੀਆਂ ਬੂੰਦਾਂ ਚਾਰੇ ਪਾਸੇ ਲੱਗ ਜਾਣਗੀਆਂ। ਮੈਂ ਦੱਸਣਾ ਚਾਹਾਂਗਾ ਕਿ ਇਹ ਉਹ ਪਾਣੀ ਦੀਆਂ ਬੂੰਦਾਂ ਹਨ ਜੋ ਇਸ ਵਿੱਚ ਕ੍ਰਿਸਟਲੀ ਜਲ ਮੌਜੂਦ ਸੀਗਾ। ਜਦੋਂ ਅਸੀਂ ਇਹਨੂੰ ਗਰਮ ਕੀਤਾ ਤਾਂ ਸਭ ਤੋਂ ਪਹਿਲਾਂ ਇਸ ਨੇ ਆਪਣੇ ਪਾਣੀ ਦੇ ਅਣੂਆਂ ਨੂੰ ਗਵਾਇਆ ਤੇ ਇਹਦਾ ਰੰਗ ਹਰੇ ਤੋਂ ਪਰਿਵਰਤਿਤ ਹੋ ਕੇ ਸਫੇਦ ਹੋ ਜਾਏਗਾ। ਕਾਫੀ ਜ਼ਿਆਦਾ ਪਾਣੀ ਦੇਖ ਸਕਦੇ ਹਾਂ ਆਪਾਂ। ਪਾਣੀ ਦੀਆਂ ਬੂੰਦਾਂ ਇਹਦੇ ਪਰਖ ਨਲੀ ਦੇ ਵਿੱਚ ਆ ਚੁੱਕੀਆਂ ਨੇ। ਜਿਹੜਾ ਫੈਰਸ ਸਲਫੇਟ ਦੇ ਨਾਲ ਜੁੜਿਆ ਹੋਇਆ, ਜਿਵੇਂ ਸਰ ਕਹਿ ਰਹੇ ਸੀ, ਪਾਣੀ ਸੀ, ਇੱਕ ਅਣੂ ਦੇ ਮਗਰ 7 ਅਣੂ ਪਾਣੀ ਦੇ ਸੀ, ਤਾਂ ਉਹ ਗਰਮੀ ਦੇ ਨਾਲ ਵਾਸ਼ਪਿਤ ਹੋ ਕੇ ਉੱਡ ਰਹੇ ਨੇ। ਦੇਖ ਰਹੇ ਹਾਂ ਅਸੀਂ। ਤੁਸੀਂ ਇਹਨੂੰ ਗਰਮ ਕਰਨਾ ਜਾਰੀ ਰੱਖੋ। ਹਜੇ ਇਸਨੇ ਆਪਣੇ 7 ਪਾਣੀ ਦੇ ਅਣੂ ਗਵਾਏ ਹਨ। ਇਹ ਫੈਰਸ ਸਲਫੇਟ ਹੈਪਟਾਹਾਈਡਰੇਟ ਤੋਂ ਫੈਰਸ ਸਲਫੇਟ ਬਣ ਗਿਆ, ਜਿਸ ਦਾ ਕਿ ਰੰਗ ਸਫੇਦ ਹੈ। ਹੁਣ ਜਦੋਂ ਅਸੀਂ ਇਹਨੂੰ ਹੋਰ ਹੀਟ ਕਰਾਂਗੇ, ਹੋਰ ਜ਼ਿਆਦਾ ਗਰਮ ਕਰਾਂਗੇ, ਤਾਂ ਇਹ ਹੋਰ ਵਿਘਟਿਤ ਹੋਏਗਾ। ਵਿਘਟਿਤ ਹੋ ਕੇ ਇਸ ਵਿੱਚੋਂ ਸਲਫਰ ਡਾਈਆਕਸਾਈਡ ਅਤੇ ਸਲਫਰ ਟ੍ਰਾਈਆਕਸਾਈਡ ਵਰਗੀਆਂ ਗੈਸਾਂ ਨਿਕਲਦੀਆਂ ਹਨ ਅਤੇ ਪਿੱਛੇ ਫੈਰਸ ਆਕਸਾਈਡ ਨਾਂ ਦਾ ਪਦਾਰਥ ਬਚਦਾ ਹੈ, ਜਿਸ ਨੂੰ ਅਸੀਂ ਆਮ ਤੌਰ ਤੇ ਦੇਖਿਆ ਹੋਵੇ ਕਿ ਫੈਰਸ ਆਕਸਾਈਡ ਜੰਗਾਲ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੁੰਦਾ ਹੈ, ਜਿਸ ਵਿੱਚ ਪਾਣੀ ਦੀਆਂ ਬੂੰਦਾਂ ਰਲ ਜਾਣ। ਤਾਂ ਅਸੀਂ ਇਸ ਪਰਖ ਨਲੀ ਦੇ ਵਿੱਚ ਪਾਣੀ ਵੀ ਮੌਜੂਦ ਹੈ, ਫੈਰਸ ਆਕਸਾਈਡ ਵੀ ਮੌਜੂਦ ਹੈ। ਅਸੀਂ ਦੇਖਾਂਗੇ ਕਿ ਅੰਤ ਵਿੱਚ ਇਹ ਇੱਕ ਜੰਗਾਲ ਦੇ ਰੂਪ ਵਿੱਚ ਸਾਨੂੰ ਨਜ਼ਰ ਆਏਗਾ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਪਰਖ ਕਰੀਏ ਕਿ ਜਿਹੜੀਆਂ ਗੈਸਾਂ ਨਿਕਲ ਰਹੀਆਂ ਨੇ ਇਹਦੇ ਚੋਂ ਉਹ ਕਿਸ ਸੁਭਾਅ ਦੀਆਂ ਨੇ, ਜਿਨ੍ਹਾਂ ਵਾਸਤੇ ਅਸੀਂ ਲਿਟਮਸ ਪੇਪਰ ਦੀ ਵਰਤੋਂ ਕਰਾਂਗੇ। ਇਸ ਪਰਖ ਨਲੀ ਦੇ ਮੂੰਹ ਤੇ ਅਗਲੇ ਹਿੱਸੇ ਤੇ ਅਸੀਂ ਲਿਟਮਸ ਪੇਪਰ ਰੱਖਿਆ। ਨੀਲੇ ਰੰਗ ਦਾ ਲਿਟਮਸ ਪੇਪਰ ਮੈਂ ਵਰਤ ਰਿਹਾ ਹਾਂ। ਹਲਕਾ ਹਲਕਾ ਨੀਲੇ ਤੋਂ ਇਹ ਲਾਲ ਰੰਗ ਵਿੱਚ ਪਰਿਵਰਤਿਤ ਹੋ ਰਿਹਾ ਹੈ। ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਜਿਹੜੇ ਤੇਜ਼ਾਬ ਹੁੰਦੇ ਹਨ ਜਾਂ ਤੇਜ਼ਾਬੀ ਗੈਸਾਂ ਹੁੰਦੀਆਂ ਹਨ, ਉਹ ਨੀਲੇ ਲਿਟਮਸ ਨੂੰ ਲਾਲ ਵਿੱਚ ਬਦਲ ਦਿੰਦੀਆਂ। ਮੇਰੇ ਕੋਲ ਇੱਕ ਨੀਲੇ ਰੰਗ ਦਾ ਲਿਟਮਸ ਹੈ ਔਰ ਇੱਕ ਜਿਹੜਾ ਪਹਿਲਾਂ ਮੈਂ ਨੀਲੇ ਰੰਗ ਦਾ ਲਿਟਮਸ ਲਿਆ ਸੀਗਾ। ਦੋਵੇਂ ਵਿੱਚ ਅਸੀਂ ਫਰਕ ਦੇਖ ਸਕਦੇ ਹਾਂ ਕਿ ਪਹਿਲਾਂ ਜਿਹੜਾ ਨੀਲੇ ਰੰਗ ਦਾ ਲਿਟਮਸ ਪੇਪਰ ਲਿਆ ਸੀ, ਉਸ ਨੇ ਸਲਫਰ ਡਾਈਆਕਸਾਈਡ ਤੇ ਸਲਫਰ ਟ੍ਰਾਈਆਕਸਾਈਡ ਨਾਲ ਉਸ ਦਾ ਰੰਗ ਜਿਹੜਾ ਪਰਿਵਰਤਿਤ ਹੋ ਚੁੱਕਿਆ ਹੈ, ਹਲਕੇ ਗੁਲਾਬੀ ਲਾਲ ਰੰਗ ਦੇ ਵਿੱਚ ਪਰਿਵਰਤਿਤ ਹੋ ਗਿਆ ਹੈ, ਜਦ ਕਿ ਜੋ ਅਸਲੀ ਲਿਟਮਸ ਪੇਪਰ ਹੈ ਨੀਲਾ, ਉਹਦਾ ਰੰਗ ਇਸ ਤਰ੍ਹਾਂ ਦਾ ਹੁੰਦਾ ਹੈ। ਤਾਂ ਅਸੀਂ ਇੱਥੋਂ ਇਹ ਸਿੱਖਦੇ ਹਾਂ ਕਿ ਇਹਦੀ ਜਿਹੜੀਆਂ ਗੈਸਾਂ ਨਿਕਲੀਆਂ ਨੇ ਸਲਫਰ ਡਾਈਆਕਸਾਈਡ ਤੇ ਸਲਫਰ ਟ੍ਰਾਈਆਕਸਾਈਡ, ਉਹ ਤੇਜ਼ਾਬੀ ਗੈਸਾਂ ਨੇ। ਅਕਸਰ ਹੀ ਇੱਕ ਪ੍ਰਸ਼ਨ ਆਉਂਦਾ ਹੁੰਦਾ ਹੈ ਤੇਜ਼ਾਬੀ ਵਰਖਾ ਦਾ। ਤੇਜ਼ਾਬੀ ਵਰਖਾ ਦਾ ਕਾਰਨ ਵੀ ਇਹ ਗੈਸਾਂ ਹੀ ਬਣਦੀਆਂ ਹਨ। ਇਹ ਗੈਸਾਂ ਜਦੋਂ ਸਾਡੇ ਵਾਯੂਮੰਡਲ 'ਚ ਜਾਂਦੀਆਂ ਨੇ ਤਾਂ ਵਾਯੂਮੰਡਲ ਵਿਚਲੇ ਮੌਜੂਦ ਪਾਣੀ ਦੇ ਨਾਲ ਮਿਲ ਕੇ ਸਲਫਿਊਰਿਕ ਐਸਿਡ ਅਤੇ ਸਲਫਿਊਰਿਕ ਐਸਿਡ ਵਰਗੇ ਨਾਂ ਦੇ ਤੇਜ਼ਾਬ ਪੈਦਾ ਕਰਦੀਆਂ ਹਨ ਤੇ ਬਾਰਿਸ਼ ਦੇ ਨਾਲ ਰਲ ਕੇ ਉਸ ਬਾਰਿਸ਼ ਨੂੰ ਇਹ ਤੇਜ਼ਾਬੀ ਵਰਖਾ ਬਣਾ ਦਿੰਦੀਆਂ ਹਨ। ਹੁਣ ਜੋ ਸਾਡੇ ਕੋਲ ਪਦਾਰਥ ਪਿੱਛੇ ਬਚ ਰਿਹਾ ਹੈ, ਉਹ ਸਾਡੇ ਕੋਲ ਫੈਰਿਕ ਆਕਸਾਈਡ ਬਚਿਆ ਹੈ। ਹਾਂਜੀ ਸਰ, ਜਿਹੜੀਆਂ ਗੈਸਾਂ ਨਿਕਲੀਆਂ ਉਹ ਤਾਂ ਦਿਖ ਰਿਹਾ ਵੀ ਉਹ ਰੰਗਹੀਨ ਨੇ। ਹਾਂਜੀ। ਤੇ ਜਿਹੜੀਆਂ ਇਹ ਗੈਸਾਂ ਨਿਕਲ ਰਹੀਆਂ, ਕੀ ਇਹਨਾਂ ਦੀ ਕੋਈ ਗੰਧ ਕੋਈ ਹੁੰਦੀ ਹੈ ਜੀ? ਜੀ, ਕਈ ਗੈਸਾਂ ਦੀ ਤਾਂ ਗੰਧ ਹੁੰਦੀ ਹੈ ਤੇ ਕਈ ਗੈਸਾਂ ਗੰਧਹੀਨ ਵੀ ਹੁੰਦੀਆਂ ਨੇ। ਠੀਕ ਹੈ ਜੀ। ਇਹ ਜਿਹੜੀਆਂ ਗੈਸਾਂ ਨਿਕਲ ਰਹੀਆਂ ਸਲਫਰ ਡਾਈਆਕਸਾਈਡ ਤੇ ਸਲਫਰ ਟ੍ਰਾਈਆਕਸਾਈਡ, ਇਹਨਾਂ ਦੀ ਗੰਧ ਜਲਦੀ ਹੋਈ ਸਲਫਰ ਵਰਗੀ ਹੈ। ਠੀਕ ਹੈ। ਹੁਣ ਇਹਨਾਂ ਦੀ ਗੰਧ ਮਹਿਸੂਸ ਕਰਨ ਦਾ ਇੱਕ ਤਰੀਕਾ ਹੈ। ਹਾਂਜੀ ਬੱਚਿਓ, ਇਹਦੇ ਵਿੱਚ ਇੱਕ ਗੱਲ ਹੈ। ਆਮ ਤੌਰ ਤੇ ਆਪਾਂ ਸਕੂਲਾਂ ਦੇ ਵਿੱਚ ਆਪਾਂ ਨੂੰ ਇਹ ਕਹਿ ਦਿੰਦੇ ਆ ਵੀ ਇੱਕ ਦੂਜੇ ਨੂੰ ਬੱਚੇ ਵੀ ਸੁਗੰਧ ਲਓ, ਤਾਂ ਪਰਖ ਨਲੀ ਦੇ ਬਿਲਕੁਲ ਜਿਹੜਾ ਹੈਗਾ ਮੂੰਹ ਦੇ ਨਾਲ ਉਹ ਸੁਗੰਧ ਲੈਣ ਦੀ ਕੋਸ਼ਿਸ਼ ਕਰਦੇ ਆ।
ਜਿੰਦੇ ਨਾਲ ਨੁਕਸਾਨ ਵੀ ਹੋ ਸਕਦਾ ਹੈ। ਤਾਂ ਉਹਦੀ ਸੁਗੰਧ ਲੈਣ ਦਾ ਇੱਕ ਤਰੀਕਾ ਹੈਗਾ, ਜਿਹੜੀ ਗੈਸ ਨਿਕਲ ਰਹੀ ਹੈ ਉਹਨੂੰ ਬਿਲਕੁਲ ਜੀ। ਆਹ ਦੇਖੋ ਜੀ, ਮੈਂ ਇਦਾਂ ਕਰ ਰਿਹਾ ਤੇ ਜਿਵੇਂ ਸਰ ਨੇ ਕਿਹਾ ਸੀਗਾ ਬਰਨਿੰਗ ਸਲਫਰ ਦੀ ਸਮੈਲ ਹੈ, ਤਾਂ ਬਿਲਕੁਲ ਉਦਾਂ ਦੀ ਸਮੈਲ ਹੀ ਆ ਰਹੀ ਹੈ। ਤਾਂ ਇਹ ਸਹੀ ਤਰੀਕਾ ਹੈ। ਇੱਕ ਤਾਂ ਗਰਮ ਕਰਨ ਦਾ ਤਰੀਕੇ ਬਾਰੇ ਅਸੀਂ ਦੱਸ ਚੁੱਕੇ ਹਾਂ ਵੀ ਜਿਹੜਾ ਇਹਦਾ ਮੂੰਹ ਹੈਗਾ ਉਹ ਸਾਰੇ ਵਿਦਿਆਰਥੀਆਂ ਤੋਂ ਤੇ ਖੁਦ ਤੋਂ ਪਰੇ ਹੋਣਾ ਚਾਹੀਦਾ ਹੈ। ਤੇ ਨੰਬਰ 2 ਤੇ ਸੁਗੰਧ ਲੈਣ ਦਾ ਤਰੀਕਾ। ਹਾਂਜੀ ਬਿਲਕੁਲ ਜੀ, ਤੁਸੀਂ ਦੇਖਿਆ ਕਿ ਸੁਗੰਧ ਕਿਵੇਂ ਅਸੀਂ ਗੈਸ ਨੂੰ ਆਪਣੇ ਨੇੜੇ ਲੈ ਕੇ ਆ ਕੇ ਸੁੰਘਣਾ ਹੈ, ਹੱਥ ਨਾਲ ਨੇੜੇ ਲੈ ਕੇ ਆਣੀ ਹੈ। ਸਿੱਧਾ ਤੁਹਾਡਾ ਜਿਹੜਾ ਨੋਜ਼ ਦਾ ਜਾਂ ਨੱਕ ਦਾ ਕੰਟੈਕਟ ਜਿਹੜਾ ਹੈ ਪਰਖਣਲੀ ਦੇ ਨਾਲ ਨਹੀਂ ਕਰਨਾ ਚਾਹੀਦਾ। ਆ ਟੈਸਟ ਟਿਊਬਾਂ ਤੇ 2 ਟੈਸਟ ਟਿਊਬਾਂ, ਇੱਕ ਬੀਕਰ। ਆ ਤੁਸੀਂ ਦੇਖ ਰਹੇ ਹੋ ਮੇਰੇ ਸਾਹਮਣੇ ਵਿਦਿਆਰਥੀਓ ਪਿਆ ਕਾਪਰ ਸਲਫੇਟ ਦਾ ਸੋਲੂਸ਼ਨ। ਨਜ਼ਰ ਆ ਰਿਹਾ ਤੁਹਾਨੂੰ ਠੀਕ ਤਰੀਕੇ ਨਾਲ? ਕਾਪਰ ਸਲਫੇਟ ਸੋਲੂਸ਼ਨ, ਹਾਂਜੀ ਇਹ ਪਿਆ ਮੇਰੇ ਸਾਹਮਣੇ ਕਾਪਰ ਸਲਫੇਟ ਕ੍ਰਿਸਟਲਸ। ਮੈਂ ਤੁਹਾਨੂੰ ਖੋਲ ਕੇ ਦਿਖਾ ਸਕਦਾ ਇਹ ਕ੍ਰਿਸਟਲਸ ਹੈ ਕਾਪਰ ਸਲਫੇਟ ਦੇ। ਦੇਖੋ ਇਹ ਕਾਪਰ ਸਲਫੇਟ ਦੇ ਕ੍ਰਿਸਟਲ ਹੈ, ਇਸ ਤਰ੍ਹਾਂ ਦਾ ਨੀਲਾ ਥੋਥਾ ਜਿਹਨੂੰ ਕਹਿੰਦੇ ਆ ਜੀ। ਇਹ ਵਾਲਾ, ਇਹਦਾ ਅਸੀਂ ਘੋਲ ਵੀ ਤਿਆਰ ਕੀਤਾ ਹੋਇਆ। ਆਹ ਵਾਲਾ ਘੋਲ ਕਾਪਰ ਸਲਫੇਟ ਦਾ। ਇੱਕ ਵਿਦਿਆਰਥੀਓ ਤੁਸੀਂ ਮੇਰੇ ਖਿਆਲ ਉਮੇਸ਼ ਜੀ ਦੱਸਣੀ ਬਹੁਤ ਜ਼ਰੂਰੀ ਗੱਲ ਹੈ ਜੀ ਕਿ ਜਦੋਂ ਕਾਪਰ ਸਲਫੇਟ ਦਾ ਇਸਤੇਮਾਲ ਕਰਨਾ ਹੈ ਜੀ ਉਸ ਤੋਂ ਬਾਅਦ ਇਹ ਗੱਲ ਧਿਆਨ ਰੱਖਣੀ ਕਿ ਤੁਸੀਂ ਹੱਥ ਬਹੁਤ ਅੱਛੀ ਤਰ੍ਹਾਂ ਧੋਣੇ ਹੈ ਸਾਬਣ ਨਾਲ। ਬਿਲਕੁਲ ਜੀ ਬਿਲਕੁਲ। ਠੀਕ ਹੈ ਨਾ? ਹਾਂਜੀ ਹਾਂਜੀ ਕਿਉਂਕਿ ਕਾਪਰ ਸਲਫੇਟ ਇੱਕ ਜ਼ਹਿਰੀਲਾ ਘੋਲ ਹੈ ਤੇ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਇੱਕ ਗੱਲ ਹੋਰ ਧਿਆਨ ਰੱਖਣਾ, ਜਿਨ੍ਹਾਂ ਵਿਦਿਆਰਥੀਆਂ ਦੇ ਕੱਟ ਵਗੈਰਾ ਲੱਗੇ ਹੋਏ ਹੈ ਜੀ ਹੱਥ ਤੇ, ਉਹਨਾਂ ਵਿਦਿਆਰਥੀਆਂ ਨੂੰ ਜਾਂ ਤਾਂ ਉਹ ਗਲਵਜ਼ ਪਾ ਕੇ ਕਰਨ ਇਹ ਐਕਟੀਵਿਟੀ ਜਾਂ ਕਰਨ ਹੀ ਨਾ, ਦੇਖਣ ਸਿਰਫ। ਠੀਕ ਹੈ ਜੀ। ਅਧਿਆਪਕ ਸਹਿਬਾਨ ਇਸ ਗੱਲ ਦਾ ਧਿਆਨ ਰੱਖ ਬਿਲਕੁਲ ਜੀ। ਸਕਦੇ ਹਨ। ਕਿਰਿਆ ਦਾ ਨਾਮ ਹੈ ਵਿਸਥਾਪਨ ਕਿਰਿਆ। ਵਿਸਥਾਪਨ ਦਾ ਕੀ ਮਤਲਬ ਹੈ? ਜਿਵੇਂ ਕਿ ਅਸੀਂ ਕਿਸੇ ਟੀਮ ਦੀ ਚੋਣ ਕਰਨੀ ਹੋਵੇ ਤਾਂ ਕੋਚ ਕੀ ਦੇਖਦਾ ਹੈ ਕਿ ਜਿਹੜਾ ਖਿਡਾਰੀ ਵਧੀਆ ਪਰਫਾਰਮੈਂਸ ਦੇ ਰਿਹਾ ਹੈ, ਵਧੀਆ ਤਰੀਕੇ ਨਾਲ ਖੇਡਦਾ ਹੈ, ਉਸ ਨੂੰ ਟੀਮ ਵਿੱਚ ਰੱਖਿਆ ਜਾਂਦਾ ਹੈ, ਅਤੇ ਜਿਹੜੇ ਖਿਡਾਰੀ ਦੀ ਪਰਫਾਰਮੈਂਸ ਘੱਟ ਹੁੰਦੀ ਹੈ ਜਾਂ ਕਮਜ਼ੋਰ ਹੁੰਦਾ ਹੈ ਉਸ ਨੂੰ ਟੀਮ ਤੋਂ ਬਾਹਰ ਕੀਤਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਸਾਡੀਆਂ ਧਾਤਾਂ ਦੀ ਇੱਕ ਕਿਰਿਆਸ਼ੀਲਤਾ ਲੜੀ ਹੈ, ਜਿਸ ਦੇ ਆਧਾਰਿਤ ਅਸੀਂ ਦੇਖਦੇ ਹਾਂ ਕਿ ਜਿਹੜੀ ਵੱਧ ਕਿਰਿਆਸ਼ੀਲ ਧਾਤ ਹੈ ਉਹ ਘੱਟ ਕਿਰਿਆਸ਼ੀਲ ਧਾਤ ਨੂੰ ਹਟਾ ਕੇ ਉਸ ਦੀ ਜਗ੍ਹਾ ਲੈ ਲੈਂਦੀ ਹੈ। ਇਸ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਵਿਸਥਾਪਨ ਕਿਰਿਆਵਾਂ ਆਖਦੇ ਹਾਂ। ਜਿਵੇਂ ਕਿ ਤੁਸੀਂ ਦੇਖੋਗੇ ਕਿਰਿਆਸ਼ੀਲਤਾ ਲੜੀ, ਆਹ ਦੇਖ ਰਹੇ ਹੋ ਤੁਸੀਂ ਵਿਦਿਆਰਥੀਓ, ਕਿਰਿਆਸ਼ੀਲਤਾ ਲੜੀ। ਇਸ ਵਿੱਚ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ, ਆਇਰਨ, ਨਿਕਲ, ਲੈਡ, ਕਾਪਰ, ਸਿਲਵਰ ਤੇ ਲਾਸਟ ਵਿੱਚ ਕੀ ਹੈ? ਗੋਲਡ, ਸੋਨਾ, AU। ਔਰ AG ਕਿਹਦਾ ਸਿੰਬਲ ਹੈ? ਸਿਲਵਰ, ਸਿਲਵਰ ਦਾ। ਔਰ ਕਾਪਰ ਦਾ ਸਿਲਵਰ CU। PB ਕਿਹਦਾ ਸਿੰਬਲ ਹੈ? ਲੈਡ ਦਾ। ਔਰ SN ਕਿਹਦਾ ਸਿੰਬਲ ਹੈ? ਟਿਨ ਦਾ। ਇਹ ਸਾਰੇ ਸਿੰਬਲ ਤੁਹਾਡੀ ਕਿਤਾਬ ਦੇ ਵਿੱਚ ਦਿੱਤੇ ਹੈ ਔਰ ਕਿਰਿਆਸ਼ੀਲਤਾ ਲੜੀ ਦਾ ਵੀ ਦਿੱਤਾ। ਹੁਣ ਮੇਰਾ ਖਿਆਲ ਮਨਦੀਪ ਜੀ ਤੁਸੀਂ ਇਹ ਦੱਸੋਗੇ ਕਿ ਸਭ ਤੋਂ ਇਹਨਾਂ ਚੋਂ ਕਿਰਿਆਸ਼ੀਲ ਕਿਹੜੀ ਧਾਤ ਹੈ? ਜੇ ਆਪਾਂ ਕਿਰਿਆਸ਼ੀਲਤਾ ਲੜੀ ਨੂੰ ਧਿਆਨ ਨਾਲ ਦੇਖੀਏ ਤਾਂ ਜਿਹੜੀਆਂ ਉੱਪਰ ਵਾਲੀਆਂ ਧਾਤਾਂ ਹਨ ਉਹ ਜ਼ਿਆਦਾ ਕਿਰਿਆਸ਼ੀਲ ਹਨ, ਅਤੇ ਨੀਚੇ ਆਉਂਦੇ ਆਉਂਦੇ ਇਹਨਾਂ ਦੀ ਕਿਰਿਆਸ਼ੀਲਤਾ ਘਟਦੀ ਜਾਂਦੀ ਹੈ। ਸਭ ਤੋਂ ਨੀਚੇ ਧਿਆਨ ਨਾਲ ਵੇਖੋ AU ਸਾਡੇ ਕੋਲ ਗੋਲਡ ਯਾਨੀ ਕਿ ਸੋਨਾ ਹੈ। ਤਾਂ ਇਸ ਦਾ ਮਤਲਬ ਸੋਨਾ ਜਿਹੜਾ ਸਭ ਤੋਂ ਘੱਟ ਕਿਰਿਆਸ਼ੀਲ ਧਾਤ ਹੈ। ਤੇ ਆਪਾਂ ਨੂੰ ਪਤਾ ਹੈ ਆਪਣੇ ਘਰ ਦੇ ਵਿੱਚ ਜਿਹੜੇ ਗਹਿਣੇ ਹੁੰਦੇ ਆ ਦੇਖੇ ਹੋਣਗੇ, ਉਹ ਸੋਨਾ ਜਿਹੜਾ ਉਹ ਲੰਬੇ ਸਮੇਂ ਤੱਕ ਖਰਾਬ ਅਸੀਂ ਹੁੰਦਾ ਕਦੇ ਨਹੀਂ ਦੇਖਿਆ। ਇਸ ਦਾ ਮਤਲਬ ਗੋਲਡ ਹੈ, ਸੋਨਾ ਜਿਹੜਾ ਘੱਟ ਕਿਰਿਆਸ਼ੀਲ ਧਾਤ ਹੈ, ਜਿਹੜਾ ਕਿ ਇਸ ਲੜੀ ਤੋਂ ਵੀ ਪਤਾ ਲੱਗ ਰਿਹਾ। ਬੇਟਾ ਇਹ ਤੁਸੀਂ ਅਕਸਰ ਸੁਣਦੇ ਹੋ ਆਪਣੇ ਪੇਰੈਂਟਸ ਤੋਂ, ਆਪਣੇ ਵੱਡੇ ਭੈਣ ਭਰਾਵਾਂ ਤੋਂ ਕਿ ਆਹ ਚੀਜ਼ ਤਾਂ ਜੀ ਸੋਨੇ ਵਰਗੀ ਹੈ, ਆਹ ਤਾਂ ਇੰਨੀ ਵਧੀਆ ਹੈ ਕਿ ਇਹ ਸੋਨੇ ਵਰਗੀ ਚੀਜ਼ ਹੈ ਜੀ। ਉਹ ਕਿਉਂ ਕਹਿੰਦੇ ਹੋ ਉਮੇਸ਼ ਜੀ? ਤੁਸੀਂ ਦੇਖਿਆ ਅਕਸਰ ਆਮ ਰੋਜ਼ਮर्रा ਦੀ ਜ਼ਿੰਦਗੀ 'ਚ ਅਸੀਂ ਇਸ ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਇਸ ਸ਼ਬਦ ਨੂੰ 2 ਪਰਪਸ ਲਈ ਵਰਤਿਆ ਜਾਂਦਾ। ਇੱਕ ਤਾਂ ਕੀਮਤੀ, ਵੀ ਸੋਨਾ ਵੀ ਕੀਮਤੀ ਹੈ, ਇਹ ਚੀਜ਼ ਕੀਮਤੀ ਹੈ। ਕਿ ਸੋਨਾ ਲੰਬੇ ਸਮੇਂ ਤੱਕ, ਜਿਵੇਂ ਪਹਿਲਾਂ ਦੱਸਿਆ ਕਿ ਘੱਟ ਕਿਰਿਆਸ਼ੀਲ ਹੋਣ ਕਰਕੇ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ, ਤੇ ਉਹ ਚੀਜ਼ ਕੀਮਤੀ ਵੀ ਔਰ ਲੰਬੇ ਸਮੇਂ ਤੱਕ ਤੁਹਾਡੇ ਨਾਲ ਚੱਲਣ ਵਾਲੀ ਹੈ, ਇਸ ਕਰਕੇ ਉਹਨੂੰ ਸੋਨੇ ਵਰਗੀ ਚੀਜ਼ ਕਿਹਾ ਜਾਂਦਾ। ਇਹੀ ਚੀਜ਼ ਤੁਸੀਂ ਆਮ ਰੋਜ਼ਮर्रा ਦੀ ਜ਼ਿੰਦਗੀ 'ਚ ਦੇਖਦੇ ਹੋ। ਜਿਹੜੇ ਮਿੱਤਰ, ਤੁਹਾਡੇ ਦੋਸਤ ਬਦਲਦੇ ਨਹੀਂ,
ਤੁਹਾਡਾ ਸਾਥ ਨਹੀਂ ਛੱਡਦੇ, ਲੰਬੇ ਸਮੇਂ ਤੱਕ ਸਾਥ ਨਿਭਾਉਂਦੇ ਹੈ, ਉਹ ਸੋਨੇ ਵਰਗੇ ਦੋਸਤ ਹੁੰਦੇ। ਬਿਲਕੁਲ ਜੀ। ਠੀਕ ਹੈ, ਜਿਹੜਾ ਅੱਜ ਤੁਹਾਡੇ ਨਾਲ ਦੋਸਤ ਹੈ, ਕੱਲ ਕਿਸੇ ਨਾਲ ਦੋਸਤੀ ਕਰ ਲਈ, ਪਰਸੋਂ ਕਿਸੇ ਨਾਲ ਕਰ ਲਈ, ਚੌਥੇ ਕਿਸੇ ਹੋਰ ਨਾਲ ਕਰ ਲਈ, ਆਪਣਾ ਸਥਾਨ ਬਦਲਦੇ ਰਹਿੰਦੇ ਹੈ, ਉਹਨਾਂ ਦੀ ਕੀਮਤ ਵੀ ਘਟ ਜਾਂਦੀ ਹੈ। ਉਹਨਾਂ ਨੂੰ ਸਮਾਜ ਦੇ ਵਿੱਚ ਵਧੀਆ ਸਥਾਨ ਨਹੀਂ ਮਿਲਦਾ। ਸੋਨਾ ਆਪਣਾ ਜਲਦੀ ਕਿਸੇ ਨਾਲ ਨਾ ਬਣਾਉਂਦਾ ਹੈ ਨਾ ਹੀ ਤੋੜਦਾ ਹੈ। ਇਸ ਲਈ ਸੋਨਾ ਕੀ ਰਹਿੰਦਾ ਹੈ, ਮਤਲਬ ਸੋਨੇ ਨੂੰ ਛੇਤੀ ਦੇ ਕੇ ਕਿਰਿਆਸ਼ੀਲ, ਸੋਨਾ ਛੇਤੀ ਕਿਰਿਆ ਨਹੀਂ ਕਰਦਾ, ਬਹੁਤ ਸਥਾਨ ਪਰਿਵਰਤਨ ਨਹੀਂ ਕਰਦਾ। ਇਸ ਲਈ ਸੋਨੇ ਦੀ ਕੀਮਤ ਵੀ ਇਸੇ ਲਈ ਜ਼ਿਆਦਾ ਹੈ। ਨਾ ਤਾਂ ਸੋਨਾ ਕਿਸੇ ਗੈਸ ਨਾਲ ਕਿਰਿਆ ਕਰਦਾ ਜਿਹੜੀ ਹਵਾ 'ਚ ਹੈ, ਨਾ ਕਿਸੇ ਹੋਰ ਧਾਤਾਂ ਨਾਲ ਕਿਰਿਆ ਕਰਦਾ ਹੈ। ਇਸ ਲਈ ਉਹ ਆਪਣੀ ਸ਼ਾਈਨ ਬਰਕਰਾਰ ਰੱਖਦਾ ਹੈ, ਤਾਂ ਹੀ ਉਸਦੀ ਕੀਮਤ ਵੱਧਦਾ ਹੈ। ਉਸਦੇ ਉਲਟ ਪੋਟਾਸ਼ੀਅਮ ਬਹੁਤ ਹੀ ਕਿਰਿਆਸ਼ੀਲ ਧਾਤ ਹੈ, ਬਹੁਤ ਛੇਤੀ ਕਿਰਿਆ ਕਰਦੀ ਹੈ। ਇਸ ਲਈ ਪੋਟਾਸ਼ੀਅਮ ਨੂੰ ਕਾਹਦੇ ਵਿੱਚ ਰੱਖਿਆ ਜਾਂਦਾ ਉਮੇਸ਼ ਜੀ? ਇਸ ਨੂੰ ਤੇਲ ਦੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ ਹੈ, ਤਾਂ ਕਿ ਜਦੋਂ ਇਹ ਤੇਲ ਤੋਂ ਜੇ ਬਾਹਰ ਕੱਢਾਂਗੇ ਤੇ ਆਕਸੀਜਨ ਨਾਲ ਕਿਰਿਆ ਕਰ ਜਾਂਦਾ, ਪੋਟਾਸ਼ੀਅਮ ਸੁਪਰ ਆਕਸਾਈਡ ਬਣਦਾ ਇਹਦਾ ਤੇ ਅੱਗ ਲੱਗ ਜਾਂਦੀ ਹੈ ਇਸ ਨੂੰ। ਪੋਟਾਸ਼ੀਅਮ ਹੋ ਗਿਆ, ਸੋਡੀਅਮ ਹੋ ਗਿਆ, ਇਹਨਾਂ ਧਾਤਾਂ ਨੂੰ ਤੇਲ ਦੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ ਹੈ। ਜਿੱਦਾਂ ਤੁਸੀਂ ਅੱਜ ਮੈਗਨੀਸ਼ੀਅਮ ਦੀ ਕਿਰਿਆ ਤਾਂ ਦੇਖੀ, ਸੋਡੀਅਮ, ਕੈਲਸ਼ੀਅਮ, ਉਸ ਤੋਂ ਬਾਅਦ ਆਉਂਦਾ ਹੈ ਮੈਗਨੀਸ਼ੀਅਮ। ਅੱਜ ਸਵੇਰੇ ਤੁਹਾਨੂੰ ਇੱਕ ਕਿਰਿਆ ਦਿਖਾਈ ਗਈ ਸੀ, ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਗਿਆ ਸੀ ਜੀ ਉਮੇਸ਼ ਜੀ। ਉਹ ਧਾਤ ਇਹੀ ਜੀ ਸੀ, ਅੱਗ ਦੇ ਉੱਪਰ ਰੱਖਿਆ ਥੋੜਾ ਜਿਹਾ ਤੇ ਉਹ ਇੱਕਦਮ ਕੀ ਹੋ ਗਿਆ, ਬਲਣ ਲੱਗ ਪਈ ਸੀ। ਬੜੀ ਤਿੱਖੀ ਲਾਟ ਨਾਲ ਜਲਿਆ। ਬਿਲਕੁਲ ਜੀ। ਉਹ ਇਸੇ ਕਰਕੇ ਜਲਿਆ, ਉਹਦੀ ਕਿਰਿਆਸ਼ੀਲਤਾ ਕਰਕੇ ਜੀ, ਉਹਦੀ ਕਿਰਿਆਸ਼ੀਲਤਾ ਬਹੁਤ ਜ਼ਿਆਦਾ ਸੀ। ਤਾਂ ਵਿਦਿਆਰਥੀਓ, ਅੱਜ ਉਸ ਤੋਂ ਥੱਲੇ ਆਪਾਂ ਦੇਖਦੇ ਹਾਂ ਐਲੂਮੀਨੀਅਮ ਤੇ ਜ਼ਿੰਕ। ਮੈਂ ਸਵੇਰੇ ਵੀ ਗੱਲ ਕਰੀ ਸੀ ਤੁਹਾਡੇ ਨਾਲ ਕਿ ਜਿਹੜਾ ਐਲੂਮੀਨੀਅਮ ਦਾ ਬਰਤਨ ਤੁਸੀਂ ਲੈ ਕੇ ਆਉਂਦੇ ਹੋ ਘਰ, ਜਦੋਂ ਨਵਾਂ ਬਰਤਨ ਹੁੰਦਾ ਬਹੁਤ ਚਮਕ ਹੁੰਦੀ ਹੈ, ਕੁਝ ਸਮੇਂ ਬਾਅਦ ਉਹਦਾ ਚਮਕ ਘਟ ਜਾਂਦੀ ਹੈ। ਕਿਉਂ? ਕਿਉਂਕਿ ਉਹ ਹਵਾ ਵਿੱਚ ਮੌਜੂਦ ਆਕਸੀਜਨ ਨਾਲ ਕਿਰਿਆ ਕਰ ਜਾਂਦਾ ਹੈ। ਇਸੇ ਤਰ੍ਹਾਂ ਤੁਸੀਂ ਦੇਖਦੇ ਹੋ, ਜਦੋਂ ਐਲੂਮੀਨੀਅਮ ਤੋਂ ਬਾਅਦ ਕਿਸ ਦੀ ਵਾਰੀ ਆਉਂਦੀ ਹੈ? ਜ਼ਿੰਕ ਦੀ ਤੇ ਆਇਰਨ ਦੀ। ਅੱਜ ਅਸੀਂ ਇਹਨਾਂ ਦੋਨਾਂ ਧਾਤਾਂ ਬਾਰੇ, ਜ਼ਿੰਕ ਤੇ ਆਇਰਨ ਬਾਰੇ, ਤੇ ਕਾਪਰ ਜਿਹੜਾ ਕਿ ਥੱਲੇ ਪਿਆ, ਉਹਦੀ ਕਿਰਿਆਸ਼ੀਲਤਾ ਬਾਰੇ ਪੜਾਂਗੇ ਜੀ। ਠੀਕ ਹੈ, ਹੁਣ ਅੱਗੇ ਪਲੀਜ਼ ਪ੍ਰੋਸੀਡ। ਹਾਂਜੀ ਵਿਦਿਆਰਥੀਓ, ਇਸ ਕਿਰਿਆ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਦੱਸਿਆ ਕਿ ਕਾਪਰ ਸਲਫੇਟ ਦਾ ਬਣਿਆ ਹੋਇਆ ਘੋਲ ਵੀ ਤੁਹਾਡੀ ਪ੍ਰਯੋਗਸ਼ਾਲਾ ਵਿੱਚ ਮੌਜੂਦ ਹੋ ਸਕਦਾ ਹੈ, ਜਾਂ ਕਾਪਰ ਸਲਫੇਟ ਦੇ ਕ੍ਰਿਸਟਲ ਮੌਜੂਦ ਹੋ ਸਕਦੇ ਹਨ। ਜੇ ਤੁਹਾਡੇ ਕੋਲ ਕਾਪਰ ਸਲਫੇਟ ਦੇ ਕ੍ਰਿਸਟਲ ਮੌਜੂਦ ਹਨ ਤਾਂ ਉਹਨਾਂ ਨੂੰ ਤੁਸੀਂ ਇੱਕ ਬੀਕਰ ਵਿੱਚ ਲੈ ਕੇ ਉਸ ਵਿੱਚ ਪਾਣੀ ਮਿਲਾ ਕੇ ਉਸ ਦਾ ਘੋਲ ਤਿਆਰ ਕਰ ਸਕਦੇ ਹੋ। ਸਾਡੇ ਕੋਲ ਕਾਪਰ ਸਲਫੇਟ ਦਾ ਬਣਿਆ ਘੋਲ ਮੌਜੂਦ ਹੈ। ਇਸ ਕਿਰਿਆ ਨੂੰ ਕਰਨ ਵਾਸਤੇ ਸਾਨੂੰ 2 ਪਰਖਣਲੀਆਂ ਚਾਹੀਦੀਆਂ ਹਨ। 2 ਪਰਖਣਲੀਆਂ ਕਿਉਂ ਚਾਹੀਦੀਆਂ ਹਨ? ਕਿਉਂਕਿ ਇੱਕ ਪਰਖਣਲੀ ਵਿੱਚ ਅਸੀਂ ਕਾਪਰ ਸਲਫੇਟ ਦਾ ਘੋਲ ਪਾ ਕੇ ਉਸ ਵਿੱਚ ਲੋਹੇ ਦੇ ਕਿੱਲ ਪਾਵਾਂਗੇ, ਔਰ ਦੂਸਰੀ ਪਰਖਣਲੀ ਵਿੱਚ ਕੱਲਾ ਕਾਪਰ ਸਲਫੇਟ ਦਾ ਘੋਲ ਪਾਵਾਂਗੇ, ਤਾਂ ਕਿ ਅਸੀਂ ਉਹਨਾਂ ਦੇ ਰੰਗ ਵਿੱਚ ਆਏ ਪਰਿਵਰਤਨ ਦੀ ਤੁਲਨਾ ਕਰ ਸਕੀਏ। ਇਸ ਤਰ੍ਹਾਂ ਹੀ ਸਾਨੂੰ ਲੋਹੇ ਦੇ ਕਿੱਲ ਚਾਹੀਦੇ ਹਨ। ਮੈਂ ਜਿਵੇਂ ਲੋਹੇ ਦੇ 3 ਕਿੱਲਾਂ ਨੂੰ ਇੱਕ ਧਾਗੇ ਨਾਲ ਬੰਨਿਆ ਹੋਇਆ ਹੈ, ਜੋ ਮੈਂ ਇੱਕ ਪਰਖਣਲੀ ਵਿੱਚ ਪਾਵਾਂਗਾ। ਕੁਝ ਲੋਹੇ ਦੇ ਕਿੱਲਾਂ ਨੂੰ ਮੈਂ ਬਾਹਰ ਰੱਖਿਆ ਹੈ, ਜਿਨ੍ਹਾਂ ਨੂੰ ਮੈਂ ਕਾਪਰ ਸਲਫੇਟ ਦੇ ਘੋਲ ਵਿੱਚ ਨਹੀਂ ਪਾਣਾ, ਤਾਂ ਕਿ ਮੈਂ ਬਾਅਦ 'ਚ ਇਹਨਾਂ ਦੀ ਤੁਲਨਾ ਕਰਾਂ ਕਿ ਇਹਨਾਂ ਕਿੱਲਾਂ ਦੇ ਰੰਗ ਵਿੱਚ ਕੋਈ ਪਰਿਵਰਤਨ ਆਇਆ। ਇਸ ਕਰਕੇ ਜਿਹੜੇ ਬਾਹਰ ਦੇ ਕਿੱਲ ਹੈ ਉਹਨਾਂ ਨੂੰ ਮੈਂ ਘੋਲ ਵਿੱਚ ਨਹੀਂ ਪਾਵਾਂਗਾ, ਇਹਨਾਂ ਕਿੱਲਾਂ ਨੂੰ ਮੈਂ ਘੋਲ ਵਿੱਚ ਪਾ ਕੇ ਰੱਖਾਂਗਾ। ਆਓ ਹੁਣ ਕਿਰਿਆ ਕਰਕੇ ਦੇਖਦੇ ਹਾਂ। ਅਸੀਂ ਪਰਖਣਲੀ A ਵਿੱਚ ਕਾਪਰ ਸਲਫੇਟ ਦਾ ਘੋਲ ਪਾ ਰਹੇ ਹਾਂ, ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਕਾਪਰ ਸਲਫੇਟ ਦੇ ਘੋਲ ਦਾ ਰੰਗ ਜਿਹੜਾ ਹੈ ਨੀਲੇ ਰੰਗ ਦਾ ਘੋਲ ਹੈ। ਇਸੇ ਤਰ੍ਹਾਂ ਹੀ ਦੂਸਰੀ ਪਰਖਣਲੀ ਵਿੱਚ ਵੀ ਅਸੀਂ ਕਾਪਰ ਸਲਫੇਟ ਦਾ ਘੋਲ ਪਾਵਾਂਗੇ। ਇਸ ਘੋਲ ਦਾ ਰੰਗ ਵੀ ਕੀ ਹੈ? ਨੀਲਾ ਹੀ ਹੈ। ਹੁਣ ਅਸੀਂ ਇਹਨਾਂ ਵਿੱਚੋਂ ਇੱਕ ਪਰਖਣਲੀ ਵਿੱਚ ਲੋਹੇ ਦੀਆਂ ਕਿੱਲਾਂ ਜਿਹੜੀਆਂ ਨੇ ਅਸੀਂ ਵਿੱਚ ਪਾ ਦਿਆਂਗੇ ਧਾਗੇ ਦੀ ਮਦਦ ਨਾਲ, ਤੇ ਦੂਸਰੀ ਪਰਖਣਲੀ ਨੂੰ ਖਾਲੀ ਇਸ ਤਰ੍ਹਾਂ ਹੀ ਸਿਰਫ ਕਾਪਰ ਸਲਫੇਟ ਘੋਲ ਦੇ ਵਿੱਚ ਹੀ ਰੱਖਾਂਗੇ। ਜੇਕਰ ਅਸੀਂ ਇੱਕ ਹੋਰ ਪਰਖਣਲੀ ਲਈਏ, ਜਿੱਦਾਂ ਵਿਦਿਆਰਥੀ ਤੁਸੀਂ 8ਵੀਂ 'ਚ ਪੜ੍ਹਿਆ, ਕਾਪਰ ਸਲਫੇਟ ਦੇ ਸੋਲੂਸ਼ਨ 'ਚ ਕੀ ਪਾਇਆ ਸੀ ਤੁਸੀਂ? ਜ਼ਿੰਕ ਪਾਇਆ ਸੀ। ਜ਼ਿੰਕ ਅਜਿਹੀ ਧਾਤ ਹੈ ਜੋ ਕਾਪਰ ਸਲਫੇਟ ਤੋਂ ਉਸਦੀ ਕਾਪਰ ਨੂੰ ਹਟਾ ਦੇਗੀ। ਤੇ ਕਿਹੋ ਜਿਹਾ ਸੋਲੂਸ਼ਨ ਬਣੇਗਾ ਬੇਟਾ? ਤੁਹਾਨੂੰ ਯਾਦ ਹੋਏਗਾ 8ਵੀਂ ਜਮਾਤ 'ਚ ਕਿਹੋ ਜਿਹਾ ਬਣਿਆ ਸੀ? ਕਿੱਦਾਂ ਦਾ ਹੋ ਜਾਏਗਾ? ਰੰਗਹੀਨ ਜੀ। ਰੰਗਹੀਨ। ਉਹ ਕਿਉਂ ਹੋਏਗਾ?
ਕਿਉਂਕਿ ਸਰ ਜ਼ਿੰਕ ਜਿਹੜਾ ਹੈ ਕਾਪਰ ਤੋਂ ਵੱਧ ਕਿਰਿਆਸ਼ੀਲ ਹੈ ਤੇ ਜ਼ਿੰਕ ਨੇ ਕਾਪਰ ਨੂੰ ਹਟਾ ਕੇ ਜ਼ਿੰਕ ਸਲਫੇਟ ਦਾ ਘੋਲ ਬਣਾਉਣਾ ਹੈ ਜਿਹੜਾ ਕਿ ਸਫੇਦ ਕਲਰ ਦਾ ਹੁੰਦਾ ਹੈ ਔਰ ਰੰਗਹੀਨ ਜਿਹਨੂੰ ਆਪਾਂ ਕਹਿੰਦੇ ਆ ਬਣਦਾ ਹੈ। ਤੇ ਜਿਹੜਾ ਕਾਪਰ ਦੇ ਪਾਰਟੀਕਲਸ ਨੇ, ਕਾਪਰ ਦੇ ਜਿਹੜੇ ਪਾਊਡਰ ਫਾਰਮ ਹੈ, ਉਹ ਪਰਖਣ ਦੇ ਵਿੱਚ ਨੀਚੇ ਉਹਦੇ ਉੱਤੇ ਜਮ੍ਹਾਂ ਹੋ ਜਾਊਗਾ, ਭੂਰੇ ਰੰਗ ਦੇ ਪਾਰਟੀਕਲਸ ਬਣਦੇ। ਜ਼ਿੰਕ, ਕੈਡਮੀਅਮ ਤੇ ਮਰਕਰੀ ਦੇ ਜਿੰਨੇ ਵੀ ਸਾਲਟ ਹੈ ਉਹ ਵਾਈਟ ਕਲਰ ਦੇ ਹੁੰਦੇ ਹਨ, ਜਦ ਕਿ ਦੂਸਰੇ ਟ੍ਰਾਂਜੀਸ਼ਨ ਐਲੀਮੈਂਟਸ ਦੇ ਸਾਰਿਆਂ ਦੇ ਸਾਲਟ ਕਲਰ ਹੁੰਦੇ ਹਨ, ਕਲਰਡ ਹੁੰਦੇ ਹਨ। ਬਿਲਕੁਲ ਜੀ। ਜਿਵੇਂ ਕਿ ਕਾਪਰ ਸਲਫੇਟ ਦਾ ਤੁਸੀਂ ਸੋਲੂਸ਼ਨ ਦੇਖਦੇ ਹੋ, ਇਹ ਨੀਲੇ ਰੰਗ ਦਾ ਹੁੰਦਾ ਹੈ, ਔਰ ਆਇਰਨ ਸਲਫੇਟ ਦਾ ਸੋਲੂਸ਼ਨ ਕਿਹੋ ਜਿਹੇ ਰੰਗ ਦਾ ਹੁੰਦਾ ਹੈ ਮਨਦੀਪ ਜੀ? ਹਰੇ ਰੰਗ ਦਾ ਹੁੰਦਾ ਹੈ। ਇਸੇ ਤਰ੍ਹਾਂ ਹਰੇਕ ਟ੍ਰਾਂਜੀਸ਼ਨ ਐਲੀਮੈਂਟ ਦਾ ਸਾਲਟ ਦਾ ਕੋਈ ਨਾ ਕੋਈ ਰੰਗ ਹੁੰਦਾ ਹੈ, ਪਰ ਜ਼ਿੰਕ ਸਲਫੇਟ ਵਾਈਟ ਕਲਰ ਦਾ ਹੁੰਦਾ ਹੈ, ਇਸ ਦਾ ਕੋਈ ਰੰਗ ਨਹੀਂ ਹੁੰਦਾ। ਇਹ ਅੱਜ ਅਸੀਂ ਪ੍ਰਮਾਣ ਦੇਖਾਂਗੇ ਕਿ ਜ਼ਿੰਕ ਦਾ ਰੰਗ, ਜ਼ਿੰਕ ਦਾ ਘੋਲ ਵਾਈਟ ਹੁੰਦਾ ਹੈ ਜਾਂ ਕਲਰਡ। ਤੇ ਇਸ ਨੂੰ ਹੋਰ ਮੈਂ ਤੇਜ਼ ਰਿਐਕਸ਼ਨ ਕਰਾਣੀ ਹੈ। ਤੁਸੀਂ ਦੇਖ ਰਹੇ ਹੋ ਨੀਚੇ ਜ਼ਿੰਕ ਕਾਲਾ ਕਾਲਾ ਜਿਹਾ ਹੋਣ ਲੱਗ ਗਿਆ, ਦੇਖ ਰਹੇ ਹੋ ਵਿਦਿਆਰਥੀਓ, ਮਤਲਬ ਉਹਦਾ ਡਾਰਕ ਕਲਰ ਹੋ ਗਿਆ। ਪਾਇਆ ਕਿਹੋ ਜਿਹਾ ਸੀ ਮੈਂ? ਸਿਲਵਰ ਗ੍ਰੇ ਕਲਰ, ਸਿਲਵਰ ਕਲਰ ਦਾ ਪਾਇਆ ਸੀ, ਪਰ ਹੁਣ ਕਿਹੋ ਜਿਹਾ ਫਰਕ ਨਜ਼ਰ ਆ ਰਿਹਾ ਨਾ? ਉਸ ਚ ਕੀ ਹੋ ਰਿਹਾ ਹੈ? ਉਹਦੇ ਵਿੱਚ ਕਾਪਰ ਜਿਹੜਾ ਹੈ ਇਕੱਠਾ ਹੋ ਰਿਹਾ। ਤਾਂਬਾ ਰੰਗ ਦੇਖਿਆ ਤੁਸੀਂ ਬੇਟਾ? ਤਾਂਬੇ ਦੀ ਧਾਤ ਇਕੱਠੀ ਹੋ ਰਹੀ ਹੈ, ਦੇਖੋ ਥੱਲੇ। ਇਹ ਵੀ ਦੇਖੋ ਹੌਲੀ ਹੌਲੀ ਕਾਲਾ ਹੋਣਾ ਸ਼ੁਰੂ ਹੋ ਜਾਏਗਾ। ਇਹਦੇ ਉੱਪਰ ਕਾਪਰ ਦੀ ਪਰਤ ਜੰਮਣੀ ਸ਼ੁਰੂ ਹੋ ਗਈ, ਕਾਪਰ ਪਿਓਰ ਮੈਟਲ ਕਾਪਰ ਜੰਮਣਾ ਸ਼ੁਰੂ ਹੋ ਗਿਆ, ਜਿਹੜਾ ਕਿ ਤਾਂਬੇ ਰੰਗ ਦਾ ਹੁੰਦਾ ਹੈ। ਔਰ ਹੌਲੀ 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 ਕਰਦੇ ਹੋਏ ਇਹ ਜਿਹੜਾ ਸੋਲੂਸ਼ਨ ਪਾਇਆ ਗਿਆ ਹੈ ਇਹ ਸਫੇਦ ਰੰਗ ਦਾ ਹੋ ਜਾਏਗਾ, ਯਾਨੀ ਕਿ ਇਸ ਘੋਲ ਦਾ ਕੋਈ ਰੰਗ ਹੀ ਨਹੀਂ ਰਹੇਗਾ। ਦੇਖੋ ਮੈਂ ਹੋਰ ਪਾਇਆ, ਤੇ ਜਿੰਨਾ ਜ਼ਿਆਦਾ ਮੈਂ ਪਾਊਂਗਾ ਉਨੀ ਛੇਤੀ ਨਾਲ ਇਹਦਾ ਕਲਰ ਚੇਂਜ ਹੋ ਜਾਏਗਾ। ਆ ਲਓ ਜੀ, ਪਾਇਆ। ਹਾਂਜੀ ਵਿਦਿਆਰਥੀਓ, ਜਿਵੇਂ ਕਿ ਆਪਾਂ ਕੁਝ ਸਮਾਂ ਪਹਿਲਾਂ ਦੋ ਪਰਖਣਲੀਆਂ ਦੇ ਵਿੱਚ ਕਾਪਰ ਸਲਫੇਟ ਦਾ ਘੋਲ ਲੈ ਕੇ ਉਹਨਾਂ ਚੋਂ ਇੱਕ ਵਿੱਚ ਲੋਹੇ ਦੇ ਕਿੱਲ ਪਾਏ ਸਨ ਤੇ ਦੂਸਰੀ ਵਿੱਚ ਆਪਾਂ ਕੁਝ ਵੀ ਨਹੀਂ ਪਾਇਆ ਸੀ, ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੋਵਾਂ ਘੋਲਾਂ ਦੇ ਰੰਗ ਵਿੱਚ ਆਏ ਪਰਿਵਰਤਨ ਨੂੰ ਧਿਆਨ ਨਾਲ ਦੇਖੋ ਕਿ ਜਿਹੜਾ ਕਾਪਰ ਸਲਫੇਟ ਦਾ ਘੋਲ ਹੈ ਉਹ ਤਾਂ ਉਵੇਂ ਦਾ ਉਵੇਂ ਨੀਲੇ ਰੰਗ ਦਾ ਹੈ, ਪਰ ਜਿਸ ਵਿੱਚ ਅਸੀਂ ਲੋਹੇ ਦੇ ਕਿੱਲ ਪਾਏ ਸਨ ਉਸ ਦਾ ਰੰਗ ਕੀ ਹੋ ਗਿਆ? ਦੇਖੋ ਹਰੇ ਰੰਗ ਦਾ ਹੋ ਗਿਆ ਉਮੇਸ਼ ਜੀ, ਇਹ ਤਾਂ ਹਰੇ ਰੰਗ ਦਾ ਹੋ ਗਿਆ ਜੀ। ਹਰੇ ਰੰਗ ਦਾ ਵੀ ਰੰਗ ਬਦਲ ਗਿਆ। ਦੇਖੋ ਵਿਦਿਆਰਥੀਓ, ਤੁਸੀਂ ਧਿਆਨ ਨਾਲ ਦੇਖੋ, ਕਿੱਲਾਂ ਦਾ ਰੰਗ ਵੀ ਬਦਲ ਗਿਆ। ਕਿੱਲਾਂ ਕਿਹੋ ਜਿਹੀਆਂ ਆਹ ਕਿੱਲਾਂ ਜੋ ਅਸੀਂ ਪਹਿਲਾਂ ਲੈ ਕੇ ਚੱਲੇ ਸਾਂ, ਹਾਂ ਆ ਦੇਖੋ ਕਿਸ ਤਰ੍ਹਾਂ ਦੀ ਲੈ ਕੇ ਚੱਲੇ ਸਾਂ। ਇਸ ਦੇ ਰੰਗ ਦਾ ਕਿੰਨਾ ਫਰਕ ਪੈ ਗਿਆ, ਮੈਂ ਬਾਹਰ ਕੱਢ ਕੇ ਦਿਖਾਣਾ ਤੁਹਾਨੂੰ। ਸ਼ਾਈਨ ਜੀ ਕਾਪਰ ਦੀ ਨਜ਼ਰ ਆ ਰਹੀ ਹੈ ਨਾ? ਬਿਲਕੁਲ ਨਜ਼ਰ ਆ ਰਹੀ ਹੈ ਨਾ ਕਾਪਰ ਦੀ ਸ਼ਾਈਨ। ਕਿੱਲਾਂ ਦੇ ਉੱਪਰ ਕਾਪਰ ਦੀ ਪਰਤ ਜੰਮ ਗਈ, ਜਾਨੀ ਕਿ ਜਿਹੜਾ ਕਾਪਰ ਦੀ ਮੈਟਲ ਇਸ ਚ ਘੁਲੀ ਹੋਈ ਸੀ, ਕਾਪਰ ਸਲਫੇਟ ਨਾਲ ਮਿਲੀ ਹੋਈ ਸੀ, ਉੱਥੇ ਕੀ ਹੋ ਗਿਆ? ਉਹ ਮੈਟਲ ਜਾ ਕੇ ਕਿੱਲਾਂ ਨਾਲ ਚਿਪਕ ਗਈ, ਕਿੱਲਾਂ ਤੇ ਚਲੀ ਗਈ, ਔਰ ਉਸਦੇ ਦੂਜੇ ਪਾਸੇ ਇਹ ਹਰਾ ਰੰਗ ਫੈਰਸ ਸਲਫੇਟ ਦਾ ਇੱਥੇ ਆ ਗਿਆ। ਇਸ ਨੂੰ ਕਹਿੰਦੇ ਆ ਡਿਸਪਲੇਸਮੈਂਟ ਰਿਐਕਸ਼ਨ। ਇਹਦੇ ਨਾਲ ਹੀ ਇਦਾਂ ਹੀ ਤੁਸੀਂ ਦੇਖ ਰਹੇ ਹੋ, ਆਹ ਜ਼ਿੰਕ ਵਾਲੀ ਆਪਾਂ ਜ਼ਿੰਕ ਮੈਟਲ ਪਾਇਆ ਸੀ ਉਸ ਚ, ਔਰ ਕਾਪਰ ਸਲਫੇਟ ਸੋਲੂਸ਼ਨ ਚ ਜ਼ਿੰਕ ਮੈਟਲ ਪਾਇਆ ਸੀ। ਦੇਖੋ ਆਹ ਲਗਭਗ ਕਲਰਲੈਸ ਹੁੰਦਾ ਜਾ ਰਿਹਾ, ਪਾਣੀ ਵਰਗਾ ਹੁੰਦਾ ਜਾ ਰਿਹਾ, ਤੇ ਦੂਜੇ ਪਾਸੇ ਆਹ ਨੀਲੇ ਰੰਗ ਦਾ ਫਰਕ ਨਜ਼ਰ ਆ ਰਿਹਾ ਨਾ? ਜੋ ਮੈਂ ਤੁਹਾਨੂੰ ਇੱਕ ਦੂਜੀ ਟੈਸਟ ਟਿਊਬ ਚ ਕੱਢ ਕੇ ਦਿਖਾਣਾ ਹੈ ਤਾਂ ਕਿ ਤੁਹਾਨੂੰ ਹੋਰ ਕਲੀਅਰ ਹੋ ਜਾਏ। ਕਿੰਨਾ ਹਲਕਾ ਹੋ ਗਿਆ ਰੰਗ ਬੇਟਾ ਕਾਪਰ ਦਾ, ਕਾਪਰ ਸਲਫੇਟ ਦਾ। ਦੇਖੋ ਕੰਪੈਰੀਜ਼ਨ ਕਰਕੇ ਦੇਖੋ, ਲਗਭਗ ਹੋਰ ਕੁਝ ਸਮੇਂ ਰੱਖਾਂਗੇ ਤਾਂ ਇਹ ਕਲਰਲੈਸ ਹੀ ਹੋ ਜਾਏਗਾ। ਤਾਂ ਇਸ ਤੋਂ ਆਪਾਂ ਕਹਿ ਸਕਦੇ ਹਾਂ ਜ਼ਿੰਕ ਨੇ ਕੀ ਕਰਿਆ, ਆਪ ਸਲਫੇਟ ਨਾਲ ਜਾ ਕੇ ਜੁੜ ਗਿਆ ਤੇ ਕਾਪਰ ਨੂੰ ਅਲੱਗ ਕਰਤਾ। ਠੀਕ ਹੈ, ਇਸ ਨੂੰ ਕਹਿੰਦੇ ਆ ਡਿਸਪਲੇਸਮੈਂਟ ਰਿਐਕਸ਼ਨ। ਵਿਸਥਾਪਨ ਕਿਰਿਆਵਾਂ। ਪਾਠ ਨੰਬਰ 1 ਰਸਾਇਣਿਕ ਕਿਰਿਆਵਾਂ ਤੇ ਸਮੀਕਰਨ, ਕਿਰਿਆ ਨੰਬਰ 1.10। ਇਸ ਕਿਰਿਆ ਦੇ ਵਿੱਚ ਦੂਹਰਾ ਵਿਸਥਾਪਨ ਕਿਰਿਆ ਦਰਸਾਈ ਗਈ ਹੈ। ਦੂਹਰਾ ਵਿਸਥਾਪਨ ਵਿੱਚ ਅਸੀਂ ਦੋ ਅਲੱਗ-ਅਲੱਗ ਤਰ੍ਹਾਂ ਦੇ ਸਾਲਟ ਲਵਾਂਗੇ, ਉਹਨਾਂ ਦੋਵਾਂ ਨੂੰ ਮਿਲਾਉਣ ਤੇ ਉਹ ਆਪਦੇ ਆਇਨਾਂ ਦੀ ਅਦਲਾ ਬਦਲੀ ਕਰਨਗੇ। ਪਹਿਲੇ ਦਾ ਧਨ ਆਇਨ ਦੂਸਰੇ ਦੇ ਰਿਣ ਆਇਨ ਦੇ ਨਾਲ ਜੁੜ ਜਾਏਗਾ, ਔਰ ਪਹਿਲੇ ਦਾ ਰਿਣ ਆਇਨ ਦੂਸਰੇ ਦੇ ਧਨ ਆਇਨ ਨਾਲ ਜੁੜ ਜਾਏਗਾ। ਤਾਂ ਇਸ ਤਰ੍ਹਾਂ ਇੱਕ ਦੂਜੇ ਦੇ ਆਇਨਾਂ ਦੀ ਅਦਲਾ ਬਦਲੀ ਨੂੰ ਦੂਹਰਾ ਵਿਸਥਾਪਨ ਕਿਰਿਆ ਕਹਿੰਦੇ ਹਨ। ਇਸ ਲਈ ਸਾਨੂੰ ਜੋ ਲੋੜੀਂਦੀ ਸਮੱਗਰੀ ਚਾਹੀਦੀ ਹੈ
ਸੋਡੀਅਮ ਸਲਫੇਟ ਰਸਾਇਣਿਕ ਪਦਾਰਥ ਅਤੇ ਬੇਰੀਅਮ ਕਲੋਰਾਈਡ ਜੋ ਕਿ ਸਾਡੇ ਪ੍ਰਯੋਗਸ਼ਾਲਾ ਵਿੱਚ ਆਸਾਨੀ ਨਾਲ ਉਪਲਬਧ ਹਨ। ਇਹ ਸਾਡੇ ਕੋਲ ਸਾਲਟ ਦੇ ਰੂਪ ਵਿੱਚ ਮੌਜੂਦ ਹਨ। ਅਸੀਂ ਇਹਨਾਂ ਦੇ ਘੋਲ ਤਿਆਰ ਕਰਨੇ ਹਨ। ਜਿਵੇਂ ਕਿ ਅਸੀਂ ਪਹਿਲਾਂ ਸਿੱਖ ਚੁੱਕੇ ਹਾਂ ਕਿ ਇਹਨਾਂ ਦੇ ਘੋਲ ਤਿਆਰ ਕਰਨ ਵਾਸਤੇ ਸਾਨੂੰ ਬੀਕਰ ਦੀ ਜ਼ਰੂਰਤ ਹੈ, ਸਪੈਚੂਲਾ ਦੀ ਜ਼ਰੂਰਤ ਹੈ ਔਰ ਇੱਕ ਸਟੀਰਰ ਦੀ ਜ਼ਰੂਰਤ ਹੈ। ਅਸੀਂ ਇੱਕ ਬੀਕਰ ਦੇ ਵਿੱਚ ਸੋਡੀਅਮ ਸਲਫੇਟ ਦੇ ਪਾਊਡਰ ਨੂੰ ਮਿਲਾ ਕੇ ਉਸ ਦਾ ਘੋਲ ਤਿਆਰ ਕਰਾਂਗੇ। ਡਲੀ ਨਾ ਪਾਉ। ਸਪੈਚੂਲਾ ਸਾਫ਼ ਕਰਨਾ। ਸਟੀਰਰ ਦੀ ਹੈਲਪ ਨਾਲ ਅਸੀਂ ਇਸ ਨੂੰ ਪਾਣੀ ਵਿੱਚ ਘੋਲ ਦਿਆਂਗੇ ਤਾਂ ਇਸ ਨਾਲ ਸੋਡੀਅਮ ਸਲਫੇਟ ਦਾ ਘੋਲ ਤਿਆਰ ਹੋ ਜਾਏਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੋਡੀਅਮ ਸਲਫੇਟ ਦਾ ਘੋਲ ਬਣ ਕੇ ਤਿਆਰ ਹੈ। ਹੁਣ ਸਾਨੂੰ ਬੇਰੀਅਮ ਕਲੋਰਾਈਡ ਦੇ ਘੋਲ ਦੀ ਜ਼ਰੂਰਤ ਹੈ। ਹੁਣ ਅਸੀਂ ਦੂਸਰੇ ਬੀਕਰ ਦੇ ਵਿੱਚ ਬੇਰੀਅਮ ਕਲੋਰਾਈਡ ਦੇ ਸਾਲਟ ਨੂੰ ਮਿਲਾਵਾਂਗੇ। ਸਟੀਰਰ ਦੀ ਮਦਦ ਨਾਲ ਅਸੀਂ ਇਸ ਨੂੰ ਘੋਲਣਾ ਸ਼ੁਰੂ ਕੀਤਾ। ਅਸੀਂ ਦੇਖਿਆ ਕਿ ਦੋਵੇਂ ਪਦਾਰਥ ਪਾਣੀ ਵਿੱਚ ਘੁਲਣਸ਼ੀਲ ਹਨ ਅਤੇ ਉਹਨਾਂ ਨੇ ਆਪਣਾ ਘੋਲ ਤਿਆਰ ਕਰ ਲਿਆ। ਹੁਣ ਅਸੀਂ ਡ੍ਰੌਪਰ ਦੀ ਮਦਦ ਨਾਲ ਇੱਕ ਘੋਲ ਦੀਆਂ ਕੁਝ ਬੂੰਦਾਂ ਦੂਸਰੇ ਘੋਲ ਵਿੱਚ ਪਾਵਾਂਗੇ। ਅਸੀਂ ਬੇਰੀਅਮ ਕਲੋਰਾਈਡ ਦੇ ਘੋਲ ਦੀਆਂ ਕੁਝ ਬੂੰਦਾਂ ਸੋਡੀਅਮ ਸਲਫੇਟ ਦੇ ਘੋਲ ਵਿੱਚ ਪਾ ਰਹੇ ਹਾਂ। ਤਾਂ ਵਿਦਿਆਰਥੀਓ ਧਿਆਨ ਨਾਲ ਦੇਖਣਾ, ਬੜੇ ਧਿਆਨ ਨਾਲ ਦੇਖੋ ਤਾਂ ਕੀ ਤੁਹਾਨੂੰ ਨਜ਼ਰ ਆ ਰਿਹਾ ਹੈ। ਸਫੇਦ ਸਫੇਦ ਫਿਊਮਸ ਧੂਏ ਵਰਗੇ ਬੱਦਲ ਜਿਹਦੇ 'ਚ ਨਜ਼ਰ ਆ ਰਹੇ ਹਨ। ਇਹ ਜਿਹੜੇ ਸਫੇਦ ਫਿਊਮਸ ਜਾਂ ਧੂਏ ਵਰਗੇ ਬੱਦਲ ਨਜ਼ਰ ਆ ਰਹੇ ਹਨ, ਇਹ ਦੂਰਾ ਵਿਸਥਾਪਨ ਕਿਰਿਆ ਦੇ ਸਿੱਟੇ ਵਜੋਂ ਬੇਰੀਅਮ ਸਲਫੇਟ ਨਾਂ ਦਾ ਪਦਾਰਥ ਬਣ ਰਿਹਾ ਹੈ। ਇਹ ਬੇਰੀਅਮ ਸਲਫੇਟ ਪਦਾਰਥ ਪਾਣੀ ਵਿੱਚ ਘੱਟ ਘੁਲਣਸ਼ੀਲ ਹੋਣ ਕਰਕੇ ਇਹ ਅਵਖੇਪ ਬਣ ਕੇ ਨੀਚੇ ਬੈਠ ਜਾਏਗਾ। ਕੁਝ ਸਮਾਂ ਇਹਨੂੰ ਪਿਆ ਰਹਿਣ ਦੀਏ ਤਾਂ ਅਸੀਂ ਬੇਰੀਅਮ ਸਲਫੇਟ ਦੇ ਅਵਖੇਪ ਇਸ ਘੋਲ ਦੇ ਤਲ ਤੇ ਦੇਖਾਂਗੇ। ਤਾਂ ਇਸ ਤਰ੍ਹਾਂ ਇਸ ਕਿਰਿਆ ਦੇ ਵਿੱਚ ਦੂਰਾ ਵਿਸਥਾਪਨ ਕਿਰਿਆ ਦੇ ਦੌਰਾਨ ਇਹਨਾਂ ਦੇ ਆਇਨਾਂ ਦੀ ਅਦਲਾ ਬਦਲੀ ਹੋ ਗਈ। ਅਸੀਂ ਲੈ ਕੇ ਚੱਲੇ ਸੀ ਸੋਡੀਅਮ ਸਲਫੇਟ ਅਤੇ ਬੇਰੀਅਮ ਕਲੋਰਾਈਡ। ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਇੱਕ ਆਇਨ ਦਾ, ਇੱਕ ਯੌਗਿਕ ਦਾ ਧਨ ਆਇਨ ਦੂਸਰੇ ਦੇ ਰਿਣ ਆਇਨ ਨਾਲ ਜੁੜ ਜਾਏਗਾ ਤੇ ਪਹਿਲੇ ਦਾ ਰਿਣ ਆਇਨ ਦੂਸਰੇ ਦੇ ਧਨ ਆਇਨ ਨਾਲ ਜੁੜ ਕੇ ਦੂਰਾ ਵਿਸਥਾਪਨ ਕਿਰਿਆ ਕਰਦਾ ਹੈ। ਬੇਰੀਅਮ ਸਲਫੇਟ ਦੇ ਕਣ ਨੀਚੇ ਬੈਠਦੇ ਨਜ਼ਰ ਆ ਰਹੇ ਹਨ ਅਤੇ ਜੋ ਘੋਲ ਵਿੱਚ ਆਇਨ ਬਚਣਗੇ ਸੋਡੀਅਮ ਅਤੇ ਕਲੋਰੀਨ, ਉਹ NaCl ਦਾ ਘੋਲ ਬਚੇਗਾ। ਤਾਂ ਇਸ ਕਿਰਿਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦੂਰਾ ਵਿਸਥਾਪਨ ਕਿਰਿਆ ਕੀ ਹੁੰਦੀ ਹੈ। ਧੰਨਵਾਦ ਜੀ।